ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਪੋਲਿਟੀ ਦੀ ਕਲਾਸ ਨੰਬਰ 22 ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਆਪਾਂ ਆਲਰੇਡੀ 21 ਕਲਾਸਾਂ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਨਹੀਂ ਕੀਤੀਆਂ ਤਾਂ ਉਹ ਜ਼ਰੂਰ ਪਹਿਲਾਂ ਜਾ ਕੇ ਦੇਖ ਲਓ, ਕਿਉਂਕਿ ਆਪਾਂ ਟੌਪਿਕ ਵਾਈਜ਼ ਕਰ ਰਹੇ ਹਾਂ। ਕਿਉਂਕਿ ਜੇਕਰ ਤੁਸੀਂ ਪੋਲਿਟੀ ਨੂੰ ਟੌਪਿਕ ਵਾਈਜ਼ ਚੰਗੀ ਤਰ੍ਹਾਂ ਪੜ੍ਹੋਗੇ ਤਾਂ ਹੀ ਤੁਹਾਡੇ ਪੋਲਿਟੀ ਪੱਲੇ ਪਏਗੀ, ਠੀਕ ਆ। ਸੋ ਇਦਾਂ ਨਹੀਂ ਕਿ ਪਹਿਲਾਂ ਤੁਸੀਂ ਦੂਜਾ ਟੌਪਿਕ ਚੱਕ ਲਿਆ ਤੇ ਬਾਕੀ ਤੁਸੀਂ ਟੌਪਿਕ ਫੇਰ ਕਰ ਰਹੇ ਹੋ, ਠੀਕ ਆ। ਇਹਨੂੰ ਸਿਸਟੇਮੈਟਿਕ ਵੇ ਦੇ ਨਾਲ ਕਰੋਗੇ ਤਾਂ ਹੀ ਤੁਹਾਡੇ ਵਧੀਆ ਤਰੀਕੇ ਦੇ ਨਾਲ ਪੋਲਿਟੀ ਪੱਲੇ ਪਏਗੀ। ਹੁਣ ਦੇਖੋ ਜੀ, ਪੋਲਿਟੀ ਆਪਣੇ ਸਾਰੇ ਪੇਪਰਾਂ 'ਚ ਪੁੱਛੀ ਜਾਂਦੀ ਆ। ਚਾਹੇ ਤੁਸੀਂ PPSC ਦਾ ਪੇਪਰ ਦੇ ਲਓ, ਚਾਹੇ ਤੁਸੀਂ ਪੰਜਾਬ ਪੁਲਿਸ ਦਾ ਪੇਪਰ ਦੇ ਲਓ, ਚਾਹੇ ਤੁਸੀਂ ਕਿਸੇ ਵੀ PSSB ਦਾ ਵੀ ਪੇਪਰ ਦੋਗੇ, ਉਹਦੇ ਵਿੱਚੋਂ ਵੀ ਪੋਲਿਟੀ ਦੇ ਕੁਐਸਚਨ ਆਉਂਦੇ ਨੇ, ਠੀਕ ਆ। ਸੋ ਇਦਾਂ ਵਾ ਕਿ ਜੋ ਆਪਣੇ PPSC ਹੋ ਗਈ ਜਾਂ ਪੰਜਾਬ ਪੁਲਿਸ ਹੋ ਗਈ, ਜਿੱਦਾਂ ਕਿ SI ਦਾ ਪੇਪਰ, ਉਹਦੇ ਵਿੱਚ ਥੋੜ੍ਹੇ ਜਿਹੇ ਕੁਐਸਚਨ ਦਾ ਲੈਵਲ ਜ਼ਿਆਦਾ ਰਹੇਗਾ ਤੇ PSSB ਥੋੜ੍ਹਾ ਜਿਹਾ ਸੌਖੇ ਲੈਵਲ ਦੇ ਕੁਐਸਚਨ ਪੁੱਛਦੀ ਆ, ਪਰ ਇਹਦੇ ਵਿੱਚੋਂ ਕੁਐਸਚਨ ਆਉਂਦੇ ਹੀ ਆਉਂਦੇ। ਤੇ ਇਹ ਵਾਲਾ ਟੌਪਿਕ ਆ ਜਿਹੜਾ, ਇਹਦਾ ਬਹੁਤ ਇੰਪੋਰਟੈਂਟ ਆ, ਠੀਕ ਆ ਜੀ। ਸਟੇਟ ਐਗਜ਼ੀਕਿਊਟਿਵ, ਇਹਦੇ ਵਿੱਚ ਆਪਾਂ ਗਵਰਨਰ ਪਿਛਲੀ ਕਲਾਸ 'ਚ ਕਰ ਚੁੱਕੇ ਹਾਂ। ਤਾਂ ਅੱਜ ਆਪਾਂ ਸਟੇਟ ਐਗਜ਼ੀਕਿਊਟਿਵ ਦੇ ਵਿੱਚ ਕੀ ਕਰਾਂਗੇ ਜੀ, ਚੀਫ ਮਿਨਿਸਟਰ ਤੇ ਉਹਦੀ ਸਟੇਟ ਕਾਉਂਸਲ ਆਫ ਮਿਨਿਸਟਰ ਜਿਹੜੇ ਹੁੰਦੇ ਆ, ਠੀਕ ਆ। ਤੇ ਨਾਲ ਆਪਾਂ ਐਡਵੋਕੇਟ ਜਨਰਲ ਆਫ ਦੀ ਸਟੇਟ, ਇਹਨੂੰ ਵੀ ਆਪਾਂ ਪੜਾਂਗੇ, ਠੀਕ ਆ। ਸੋ ਇਹ ਕਲਾਸ ਬਣਾਉਣ ਲਈ ਬਹੁਤ ਮਿਹਨਤ ਲੱਗੀ ਆ। ਘੱਟੋ ਘੱਟ 6 ਘੰਟੇ ਦੇ ਵਿੱਚ ਮੈਂ ਇਹ ਕਲਾਸ ਤਿਆਰ ਕੀਤੀ ਆ। ਸੋ ਤੁਸੀਂ ਇਹਨੂੰ ਪੂਰੀ ਕਲਾਸ ਨੂੰ ਦੇਖਣਾ ਵਾ ਤੇ ਇਹਦੇ ਵਿੱਚੋਂ ਹੀ ਤੁਹਾਡੇ ਸਾਰੇ ਕੁਐਸਚਨ ਬਣਨਗੇ, ਚਾਹੇ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਜਾ ਰਹੇ ਹੋ, ਠੀਕ ਆ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਟੌਪਿਕ। ਪਹਿਲੀ ਗੱਲ ਤਾਂ ਜੀ, ਇਹ ਆਪਣਾ ਪਾਠ ਸੰਵਿਧਾਨ ਦੇ ਪਾਠ 6 ਦੇ ਵਿੱਚ ਦਰਜ ਆ, ਠੀਕ ਆ। ਇਸ ਤੋਂ ਪਹਿਲਾਂ ਆਪਾਂ ਕਰ ਚੁੱਕੇ ਹਾਂ। ਵੈਸੇ ਅੱਜ ਆਪਾਂ 163 ਤੋਂ ਲੈ ਕੇ 167 ਨੰਬਰ ਆਰਟੀਕਲ ਜਿਹੜਾ ਕਿ ਇਹਨਾਂ ਬਾਰੇ ਦਰਸਾਉਂਦਾ ਵਾ, ਇਹਨੂੰ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਦੇਖੋ ਜੀ, ਹੁਣ ਸ਼ੁਰੂ ਕਰਦੇ ਹਾਂ ਆਪਾਂ ਆਪਣਾ। ਹੁਣ ਜੀ, ਚੀਫ ਮਿਨਿਸਟਰ, ਸਭ ਤੋਂ ਪਹਿਲਾਂ ਆਪਾਂ ਚੀਫ ਮਿਨਿਸਟਰ ਦੇ ਬਾਰੇ ਪੜ੍ਹਦੇ ਹਾਂ, ਠੀਕ ਆ। ਹੁਣ ਚੀਫ ਮਿਨਿਸਟਰ ਜਿਹੜਾ ਹੁੰਦਾ ਨਾ, ਉਹ ਮੰਨ ਲਓ ਕਿ ਆਪਣਾ ਇੱਕ ਡੀ ਫੈਕਟੋ ਰੀਅਲ ਹੈਡ ਹੁੰਦਾ ਵਾ, ਠੀਕ ਆ। ਰੀਅਲ ਹੈਡ ਹੁੰਦਾ। ਆਪਾਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਸੀ ਕਿ ਜਿਹੜਾ ਗਵਰਨਰ ਹੁੰਦਾ, ਜਿਹੜਾ ਕਿ ਡੀਜ਼ੀਓਰ ਆਪਾਂ ਕਹਿ ਦਿੰਦੇ ਆ ਜਿਹਨੂੰ, ਕਿ ਨੋਮੀਨਲ ਹੈਡ ਹੁੰਦਾ ਵਾ ਸਟੇਟ ਗਵਰਨਮੈਂਟ ਦਾ, ਠੀਕ ਆ। ਇਜ਼ ਦਾ ਐਗਜ਼ੀਕਿਊਟਿਵ ਹੈਡ ਆਫ ਦਾ ਸਟੇਟ ਗਵਰਨਮੈਂਟ। ਪੇਪਰ ਦੇ ਵਿੱਚ ਤੁਹਾਨੂੰ ਕੀ ਕੁਐਸਚਨ ਆਊਗਾ, ਪੇਪਰ ਦੇ ਵਿੱਚ ਇਹਦੇ ਨਾਲ ਰਿਲੇਟਡ ਤੁਹਾਨੂੰ ਚੀਫ ਮਿਨਿਸਟਰ ਦੇ ਨਾਲ ਰਿਲੇਟਡ ਕੁਐਸਚਨ ਨਹੀਂ ਆਊਗਾ। ਪੇਪਰ ਦੇ ਵਿੱਚ ਉਹ ਤੁਹਾਨੂੰ ਘੁਮਾ ਕੇ ਪੁੱਛਣਗੇ ਕੁਐਸਚਨ ਕਿ ਇਹਦਾ ਐਗਜ਼ੀਕਿਊਟਿਵ ਹੈਡ, ਸਟੇਟ ਗਵਰਨਮੈਂਟ ਦਾ ਐਗਜ਼ੀਕਿਊਟਿਵ ਹੈਡ ਕੌਣ ਆ। ਨਾਲ ਤੁਹਾਨੂੰ ਉਹ ਚੀਫ ਮਿਨਿਸਟਰ ਵੀ ਦੇਣਗੇ, ਪ੍ਰਾਈਮ ਮਿਨਿਸਟਰ ਵੀ ਦੇਣਗੇ, ਪ੍ਰੈਜ਼ੀਡੈਂਟ ਵੀ ਦੇਣਗੇ ਤੇ ਗਵਰਨਰ ਵੀ। ਉਹਦੇ ਵਿੱਚ ਤੁਸੀਂ ਗਵਰਨਰ ਲਾਉਣਾ ਵਾ, ਕਨਫਿਊਜ਼ ਬਿਲਕੁਲ ਵੀ ਨਹੀਂ ਹੋਣਾ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਓਵਰਵਿਊ ਦਿੰਦਾ। ਇਸ ਤੋਂ ਪਹਿਲਾਂ ਨਾ ਤੁਸੀਂ ਪ੍ਰੈਜ਼ੀਡੈਂਟ ਦੀ ਕਲਾਸ ਜ਼ਰੂਰ ਦੇਖ ਲਓ ਆਪਣੀ, ਠੀਕ ਆ। ਸੋ ਪ੍ਰੈਜ਼ੀਡੈਂਟ ਦੀ ਕਲਾਸ ਦੇ ਨਾਲ ਕਾਫੀ ਲਿੰਕ ਹੋਏਗਾ ਤੇ ਨਾਲ ਪ੍ਰਾਈਮ ਮਿਨਿਸਟਰ ਦੀ ਕਲਾਸ ਵੀ ਆਪਣੀ ਆਲਰੇਡੀ ਕੀਤੀ ਹੋਈ ਹੈ ਇਹਦੇ ਵਿੱਚ। ਜੇਕਰ ਤੁਸੀਂ ਉਹ ਨਹੀਂ ਦੇਖੀ, ਉਹ ਵੀ ਜ਼ਰੂਰ ਦਿਓ, ਕਿਉਂਕਿ ਉਹਦੇ ਨਾਲ ਲਿੰਕ ਹੋਣਗੇ ਇਹ, ਠੀਕ ਆ, ਕਈ ਚੀਜ਼ਾਂ। ਦੇਖੋ, ਹੁਣ ਆਪਾਂ ਪੜ੍ਹਦੇ ਹੁੰਦੇ ਆ ਨਾ, ਤਾਂ ਇਹਦੇ ਵਿੱਚ ਅੱਗੇ ਆਪਾਂ ਸਾਰਾ ਚੰਗੀ ਤਰ੍ਹਾਂ ਪੜਾਂਗੇ। ਹੁਣ ਦੇਖੋ ਜੀ, ਇਹ ਵਾਲਾ ਤੁਹਾਨੂੰ ਕੁਐਸਚਨ ਕਲੀਅਰ ਹੋ ਗਿਆ ਨਾ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਇਹੀ ਕੁਐਸਚਨ ਮਿਲੂਗਾ, ਠੀਕ ਆ ਜੀ, ਜੇ ਹੈਡ ਆਫ ਦੀ ਸਟੇਟ ਗਵਰਨਮੈਂਟ ਕੌਣ ਹੁੰਦਾ, ਸੋ ਇਹਦਾ ਆਪਣਾ ਚੁੱਪਚਾਪ ਤੁਸੀਂ ਕੀ ਲਾਉਣਾ ਵਾ, ਗਵਰਨਰ, ਠੀਕ ਆ। ਸੋ ਨੈਕਸਟ ਕਰਦੇ ਹਾਂ ਜੀ ਹੁਣ ਆਪਣਾ। ਹੁਣ ਜੀ, ਅਸਲ ਕਾਰਜਕਾਰੀ ਅਥਾਰਟੀ, ਹੁਣ ਜਿਹੜੀ ਇਹ ਸਬਜੈਕਟਿਵ ਪਾਰਟ ਆ, ਠੀਕ ਆ। ਇਹਦੇ ਵਿੱਚੋਂ ਕੁਐਸਚਨ ਘੱਟ ਬਣਨਗੇ ਤੁਹਾਡੇ। ਸੋ ਮੈਂ ਤੁਹਾਨੂੰ ਦੱਸ ਦਾਂਗਾ ਕਿ ਕਿਹੜੇ ਕੁਐਸਚਨ ਇਹਦੇ ਵਿੱਚੋਂ ਨਾਲ ਦੀ ਨਾਲ ਬਣਦੇ ਨੇ ਪੇਪਰ ਦੇ ਵਿੱਚ। ਸੋ ਉਹਦੇ ਉੱਤੇ ਤੁਸੀਂ ਜ਼ਿਆਦਾ ਫੋਕਸ ਕਰਨਾ। ਦੇਖੋ ਜੀ, ਜਿਹੜੀ ਅਸਲ ਕਾਰਜਕਾਰੀ ਰੀਅਲ ਐਗਜ਼ੀਕਿਊਟਿਵ ਅਥਾਰਟੀ ਜਿਹੜੀ ਹੁੰਦੀ ਆ, ਉਹਦੇ ਵਜੋਂ ਤਾਂ ਮੁੱਖ ਮੰਤਰੀ ਨੂੰ ਸਰਕਾਰ ਦਾ ਮੁਖੀ ਕਿਹਾ ਜਾਂਦਾ ਵਾ ਵੈਸੇ, ਠੀਕ ਆ। ਸੋ ਉਸ ਦੀ ਮਦਦ ਉਸਦੇ ਮੰਤਰੀ ਮੰਡਲ ਦੁਆਰਾ ਕੀਤੀ ਜਾਂਦੀ ਹੈ। ਜਿਹੜਾ ਉਹਦਾ ਕਾਉਂਸਲ ਆਫ ਮਿਨਿਸਟਰਸ ਹੁੰਦੇ ਨੇ, ਠੀਕ ਆ, ਉਹਦਾ ਕਾਉਂਸਲ ਆਫ ਮਿਨਿਸਟਰੀ ਹੁੰਦੀ ਆ, ਮੰਤਰੀ ਮੰਡਲ, ਉਹ ਉਹਦੀ ਹੈਲਪ ਕਰਦਾ ਵਾ, ਜੋ ਕਿ ਰਾਜ ਦੇ ਗਵਰਨਰ ਅਤੇ ਐਡਵੋਕੇਟ ਜਨਰਲ ਦੇ ਨਾਲ ਰਾਜ ਦਾ ਕਾਰਜਕਾਰਨੀ ਹਿੱਸਾ ਹੁੰਦੇ ਨੇ। ਪ੍ਰਧਾਨ ਮੰਤਰੀ ਦੀ ਤਰ੍ਹਾਂ ਜੇ ਕੇਂਦਰ ਵਿੱਚ ਸਰਕਾਰ ਦਾ ਮੁਖੀ ਹੁੰਦਾ ਹੈ, ਠੀਕ ਆ ਜੀ, ਤਾਂ ਮੁੱਖ ਮੰਤਰੀ ਰਾਜ ਪੱਧਰ ਤੇ ਸਰਕਾਰ ਦਾ ਮੁਖੀ ਹੁੰਦਾ। ਆਪਾਂ ਪੜ੍ਹਦੇ ਹੁੰਦੇ ਆ ਕਿ ਉਹਦੇ ਵਿੱਚ ਕੇਂਦਰ ਦੇ ਵਿੱਚ, ਸੈਂਟਰ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਕਿ ਪ੍ਰਾਈਮ ਮਿਨਿਸਟਰ ਰੀਅਲ ਹੈਡ ਹੁੰਦਾ ਵਾ, ਠੀਕ ਆ, ਸੈਂਟਰ ਦੇ ਵਿੱਚ, ਠੀਕ ਆ, ਗਵਰਨਮੈਂਟ ਦਾ। ਉਸੇ ਤਰ੍ਹਾਂ ਜਿਹੜਾ ਮੁੱਖ ਮੰਤਰੀ ਹੁੰਦਾ ਵਾ, ਉਹ ਸੇਮ ਟੂ ਸੇਮ ਹੈਡ ਹੁੰਦਾ ਵਾ ਆਪਣਾ ਇਹਦਾ ਸਟੇਟ ਦਾ, ਠੀਕ ਆ। ਸੋ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਵੈਸੇ ਐਕਚੁਅਲ ਦੇ ਵਿੱਚ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਇਹਦੇ ਵਿੱਚੋਂ ਹੀ ਦੇਖਣ ਨੂੰ ਮਿਲੇਗਾ। ਪੇਪਰ 'ਚ ਤੁਹਾਨੂੰ ਇਹ ਨਹੀਂ ਪੁੱਛੇਗਾ ਉਹ ਕਿ ਰੀਅਲ ਹੈਡ ਕੌਣ ਹੁੰਦਾ। ਜ਼ਿਆਦਾਤਰ ਪੇਪਰ ਦੇ ਵਿੱਚ ਮੋਸਟ ਆਫ ਦੀ ਟਾਈਮ ਤੁਹਾਨੂੰ ਐਗਜ਼ੀਕਿਊਟਿਵ ਹੈਡ ਪੁੱਛ ਲੇਗਾ। ਉਹ ਸਿੱਧੀ ਤਰ੍ਹਾਂ ਕਿ ਐਗਜ਼ੀਕਿਊਟਿਵ ਪਾਵਰਸ ਕਿਹਦੇ ਕੋਲ, ਇਹ ਵੀ ਪੁੱਛ ਲੈਣ ਦੇ ਆ, ਠੀਕ ਆ। PSSB ਦੇ ਪੇਪਰ 'ਚ ਮੈਂ ਹੁਣੇ ਇੱਕ MCQ ਵੀ ਪਾਇਆ ਕਿ ਵੈਸਟਡ ਜਿਹੜਾ ਐਗਜ਼ੀਕਿਊਟਿਵ ਪਾਵਰਸ ਕਿਹਦੇ ਕੋਲ ਹੁੰਦੀਆਂ ਨੇ, ਸੋ ਗਵਰਨਰ। ਇਹ ਵੀ ਤੁਸੀਂ ਗਵਰਨਰ ਲਾਉਣਾ ਵਾ, ਠੀਕ ਆ, ਕਿਉਂਕਿ ਗਵਰਨਰ ਦੀ ਸਹਿਮਤੀ ਦੇ ਨਾਲ ਹੀ ਇਹ ਹੁੰਦਾ ਵਾ, ਠੀਕ ਆ। ਜਿਹੜੀ ਚੀਫ ਮਿਨਿਸਟਰ ਹੋ ਗਿਆ ਤੇ ਉਹਦੀ ਕੌਂਸਲ ਆ, ਉਹਨੂੰ ਐਡਵਾਈਸ ਦਿੰਦੀ ਆ, ਠੀਕ ਆ। ਸੋ ਨੈਕਸਟ ਕਰਦੇ ਹਾਂ ਆਪਾਂ। ਹੁਣ ਦੇਖੋ ਜੀ, ਦਾ ਚੀਫ ਮਿਨਿਸਟਰ ਇਜ਼ ਦਾ ਹੈਡ ਆਫ ਦਾ ਗਵਰਨਮੈਂਟ ਐਟ ਦਾ ਸਟੇਟ ਲੈਵਲ, ਆਪਾਂ ਪੜ੍ਹ ਲਿਆ ਹੋਇਆ, ਠੀਕ ਆ। ਹੈਡ ਆਫ ਦੀ ਗਵਰਨਮੈਂਟ ਜਿਹੜਾ ਕਿ ਰੀਅਲ ਹੈਡ ਹੋ ਗਿਆ, ਠੀਕ ਆ ਆਪਣਾ। ਹੁਣ ਨੈਕਸਟ, ਚੀਫ ਮਿਨਿਸਟਰ ਮਸਟ ਬੀ। ਹੁਣ ਚੀਫ ਮਿਨਿਸਟਰ ਬਣਨ ਲਈ ਕੀ ਹੋਣਾ ਚਾਹੀਦਾ, ਕਹਿੰਦਾ ਜੀ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਉਹ ਸਾਰਿਆਂ 'ਚ ਹੀ ਹੁੰਦਾ। ਵਿਧਾਨ ਸਭਾ ਦਾ ਮੈਂਬਰ ਹੋਣਾ ਚਾਹੀਦਾ, ਸ਼ੁੱਡ ਬੀ ਏ ਮੈਂਬਰ ਆਫ ਦਾ ਸਟੇਟ ਲੈਜਿਸਲੇਚਰ। ਤੇ ਇਹਦੀ ਉਮਰ ਪੁੱਛੀ ਜਾਂਦੀ ਹੈ ਕਿ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਆ, ਤਾਂ 25 ਸਾਲ ਘੱਟ ਤੋਂ ਘੱਟ ਉਮਰ ਹੋਣੀ ਚਾਹੀਦੀ ਆ। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਆ ਜਾਂਦੀ ਹੈ, ਸਟੇਟ ਲੈਜਿਸਲੇਚਰ ਦੇ ਵਿੱਚ, ਜਿੱਦਾਂ ਆਪਾਂ ਗੱਲ ਕਰੀਏ ਨਾ, ਸਟੇਟ ਲੈਜਿਸਲੇਚਰ ਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਸਟੇਟ ਲੈਜਿਸਲੇਚਰ ਦਾ ਮੈਂਬਰ ਹੋਣਾ ਚਾਹੀਦਾ ਵਾ, ਠੀਕ ਆ। ਤਾਂ ਨੈਕਸਟ ਆਪਾਂ ਪੜਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਸਟੇਟ ਲੈਜਿਸਲੇਚਰ ਨੂੰ ਕਿਸ ਤਰ੍ਹਾਂ ਦੇ ਨਾਲ ਡਿਫਾਈਨ ਕੀਤਾ। ਅੱਗੇ ਆਪਾਂ ਜਦੋਂ ਆਪਣੀ ਇਹਦੀ ਅਪਾਇੰਟਮੈਂਟ ਤੇ ਜਾਵਾਂਗੇ ਤਾਂ ਅੱਗੇ ਆਪਣੀ ਸਲਾਈਡ ਐਡ ਕੀਤੀ ਹੋਈ ਹੈ, ਠੀਕ ਆ।
ਹੁਣ ਦੇਖੋ ਜੀ, ਇਹਦੀ ਜਿਹੜੀ ਨਿਯੁਕਤੀ ਦਾ ਸਾਰਿਆਂ ਤੋਂ ਪਹਿਲਾਂ ਆਰਟੀਕਲ 164 ਦੇ ਵਿੱਚ ਦਰਜ ਆ, ਠੀਕ ਆ ਜੀ। ਇਹਦੀ ਅਪਾਇੰਟਮੈਂਟ ਕੌਣ ਕਰਦਾ ਵਾ? ਅਪਾਇੰਟਮੈਂਟ ਕਰਦਾ ਵਾ ਜੀ ਇਹਦੀ ਗਵਰਨਰ, ਠੀਕ ਆ। ਜਿਸ ਤਰ੍ਹਾਂ ਆਪਾਂ ਆਪਣਾ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਟੌਪਿਕ ਦੇ ਵਿੱਚ ਪੜ੍ਹਿਆ ਸੀ, ਉਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਆਰਟੀਕਲ 75 ਦੇ ਵਿੱਚ ਦਰਜ ਆ, ਠੀਕ ਆ। 75 ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਵਾ ਉਹ ਅਪਾਇੰਟ ਕਰਦਾ, ਠੀਕ ਆ। ਪ੍ਰੈਜ਼ੀਡੈਂਟ ਜਿਹੜਾ ਹੁੰਦਾ ਉਹ ਪ੍ਰਾਈਮ ਮਿਨਿਸਟਰ ਨੂੰ ਅਪਾਇੰਟ ਕਰਦਾ ਹੁੰਦਾ ਨਾ। ਸੋ ਉਸੇ ਤਰ੍ਹਾਂ 164 ਨੰਬਰ ਆਰਟੀਕਲ ਦੇ ਵਿੱਚ ਜਿਹੜਾ ਗਵਰਨਰ ਆ ਉਹ ਚੀਫ ਮਿਨਿਸਟਰ ਨੂੰ ਅਪਾਇੰਟ ਕਰਦਾ। ਇਸੇ ਤਰ੍ਹਾਂ ਸੇਮ ਟੂ ਸੇਮ ਆਪਾਂ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ ਟੌਪਿਕ ਦੇ ਵਿੱਚ ਪੜ੍ਹਿਆ ਸੀ ਕਿ ਜਿਹੜੇ ਉਹਦਾ ਮੰਤਰੀ ਮੰਡਲ, ਜਿਹੜੇ ਅਦਰ ਮਿਨਿਸਟਰਸ ਹੋ ਗਏ, ਠੀਕ ਆ। ਅਦਰ ਮਿਨਿਸਟਰ ਦੀ ਜਿਹੜੀ ਨਿਯੁਕਤੀ ਆ, ਅਪਾਇੰਟਮੈਂਟ ਹੋਊਗੀ, ਉਹ ਵੀ ਗਵਰਨਰ ਕਰਦਾ ਵਾ, ਪਰ ਐਡਵਾਈਸ ਕਿਹਦੀ ਲੱਗਦੀ ਆ? ਉਹ 'ਚ ਐਡਵਾਈਸ ਹੁੰਦੀ ਆ ਜੀ ਚੀਫ ਮਿਨਿਸਟਰ ਦੀ। ਚੀਫ ਮਿਨਿਸਟਰ ਦੀ ਐਡਵਾਈਸ ਦੇ ਉੱਤੇ ਹੀ ਕਰਦਾ। ਜਿਸ ਤਰ੍ਹਾਂ ਕਿ ਆਪਾਂ ਸੇਮ ਟੂ ਸੇਮ ਪੜ੍ਹਿਆ ਸੀ ਕਿ ਇਹਦੇ ਵਿੱਚ ਜਿਹੜੇ ਆਪਾਂ ਸੈਂਟਰ ਦੇ ਵਿੱਚ ਪੜ੍ਹਿਆ ਸੀ ਨਾ, ਸੈਂਟਰ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਜਿਹੜੇ ਉਹਦਾ ਸੈਂਟਰ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਮੰਤਰੀ ਮੰਡਲ ਹੁੰਦਾ, ਕੌਂਸਲ ਆਫ ਮਿਨਿਸਟਰ ਹੁੰਦਾ, ਉਹਦੀ ਨਿਯੁਕਤੀ ਪ੍ਰੈਜ਼ੀਡੈਂਟ ਦੀ, ਮਤਲਬ ਪ੍ਰੈਜ਼ੀਡੈਂਟ ਕਰਦਾ ਵਾ, ਬਟ ਪ੍ਰਾਈਮ ਮਿਨਿਸਟਰ ਦੀ ਐਡਵਾਈਸ ਤੇ। ਉਸੇ ਤਰ੍ਹਾਂ ਸੇਮ ਟੂ ਸੇਮ ਇਹਦੇ ਵਿੱਚ ਗਵਰਨਰ ਕਰਦਾ ਵਾ ਚੀਫ ਮਿਨਿਸਟਰ ਦੀ ਐਡਵਾਈਸ ਤੇ। ਬਸ ਸਿੰਪਲ ਇਹਦੇ ਤੁਸੀਂ ਪੁਆਇੰਟ ਯਾਦ ਕਰਨਾ, ਕਈ ਵਾਰ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਵਾ, ਠੀਕ ਆ। ਸੋ ਸੌਖਾ ਹੀ ਆ, ਕੋਈ ਖਾਸ ਬਾਹਲਾ ਜ਼ਿਆਦਾ ਔਖਾ ਟੌਪਿਕ ਹੈ ਨਹੀਂਗਾ ਇਹ, ਪਰ ਤੁਹਾਨੂੰ ਚੰਗੀ ਤਰ੍ਹਾਂ ਕਰਨਾ ਪੜੇਗਾ, ਠੀਕ ਆ। ਹੁਣ ਦੇਖੋ ਜੀ, ਇਹ ਸਾਰਾ ਕੁਝ ਆਪਣਾ ਹੋ ਗਿਆ। ਹੁਣ ਇਹਦੇ ਵਿੱਚ ਨਾ ਇੱਕ ਮੈਂ ਛੋਟੀ ਜਿਹੀ ਤੁਹਾਨੂੰ ਮੈਂ ਗੱਲ ਸਮਝਾ ਦਿੰਦਾ। ਇਹਦੇ ਵਿੱਚ ਦੇਖੋ, ਹੁਣ ਇਹਦੇ ਵਿੱਚ ਨਾ ਜਿੱਦਾਂ ਕਿ ਆਪਾਂ ਕਿਹਾ ਵਾ ਕਿ ਇਹਦੇ ਵਿੱਚ ਮਤਲਬ ਜਿਹੜੀ ਪਾਲਿਸੀ ਮੇਕਿੰਗ ਹੁੰਦੀ ਆ, ਜਿਹੜੀ ਮੰਨ ਲਓ ਪਾਲਿਸੀ ਮੇਕਿੰਗ ਹੋ ਗਈ ਜਾਂ ਡਿਸੀਜਨ ਮੇਕਿੰਗ ਹੋ ਗਈ ਕਿਸੇ ਵੀ ਫੰਕਸ਼ਨ ਨੂੰ ਲੈ ਕੇ, ਠੀਕ ਆ, ਉਹਦੀ ਅਸਲੀ ਜਿਹੜੀ ਪਾਵਰ ਹੁੰਦੀ ਆ ਉਹ ਆਪਾਂ ਪੜ੍ਹਦੇ ਹੁੰਦੇ ਆ ਕਿ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਕੋਲੇ ਹੁੰਦੀ ਸੀ, ਤੇ ਇੱਥੇ ਇਹੀ ਪਾਵਰ ਚੀਫ ਮਿਨਿਸਟਰ ਤੇ ਉਹਦੇ ਮੰਤਰੀ ਮੰਡਲ ਕੋਲੇ ਹੁੰਦੀ ਆ। ਜਿੱਦਾਂ ਕਿ ਮਤਲਬ ਚੀਫ ਮਿਨਿਸਟਰ ਹੋ ਗਿਆ ਤੇ ਨਾਲ ਉਹਦੇ ਮੰਨ ਲਓ ਆਪਾਂ ਕਿ ਆਪਣਾ ਉਹਦਾ ਮੰਤਰੀ ਮੰਡਲ ਆ, ਠੀਕ ਆ। ਚੀਫ ਮਿਨਿਸਟਰ ਦੀ ਸਲਾਹ ਲਈ ਉਹਦਾ ਮੰਤਰੀ ਮੰਡਲ ਹੁੰਦਾ, ਕੌਂਸਲ ਆਫ ਮਿਨਿਸਟਰ। ਫਿਰ ਚੀਫ ਮਿਨਿਸਟਰ ਜਿਹੜਾ ਹੁੰਦਾ ਵਾ ਉਹ ਆਪਣਾ ਗਵਰਨਰ ਨੂੰ ਸਲਾਹ ਦਿੰਦਾ ਵਾ, ਠੀਕ ਆ, ਐਡਵਾਈਸ ਦਿੰਦਾ, ਗਵਰਨਰ ਨੂੰ ਐਡਵਾਈਸ ਤੇ ਏਡ ਕਰਦਾ ਵਾ, ਠੀਕ ਆ ਜੀ, ਐਡਵਾਈਸ ਦਿੰਦਾ ਵਾ ਕਿਸੇ ਵੀ ਫੰਕਸ਼ਨ ਲਈ, ਠੀਕ ਆ। ਸੋ ਬਟ ਅਗਰ ਆਪਾਂ ਗੱਲ ਕਰੀਏ ਤਾਂ ਗਵਰਨਰ ਲਈ ਇਹ ਹੁੰਦਾ ਵਾ ਕਿ ਜੇਕਰ ਗਵਰਨਰ ਨੂੰ ਲੱਗੇ ਕਿ ਕੋਈ ਚੀਜ਼ ਅਸੰਵਿਧਾਨਿਕ ਹੋ ਰਹੀ ਆ, ਠੀਕ ਆ, ਅਸੰਵਿਧਾਨਿਕ ਹੋ ਗਈ ਆ, ਤਾਂ ਗਵਰਨਰ ਆਪਣੀ ਪਾਵਰ ਦਾ ਯੂਜ਼ ਕਰਕੇ ਉਹਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦਾ ਵਾ, ਠੀਕ ਆ। ਸੋ ਫਾਈਨਲ ਡਿਸੀਜਨ ਫਿਰ ਗਵਰਨਰ ਦਾ ਹੀ ਹੁੰਦਾ ਵਾ, ਠੀਕ ਆ। ਅਦਰਵਾਈਜ਼ ਤਾਂ ਜਿਹੜੇ ਜੋ ਵੀ ਪਾਲਿਸੀ ਮੇਕਿੰਗ ਹੋਗੀ ਜਾਂ ਸਾਰਾ ਕੁਝ ਹੋ ਗਿਆ, ਉਹ ਸਾਰੀ ਪਾਵਰ ਆਪਣੀ ਚੀਫ ਮਿਨਿਸਟਰ ਕੋਲੇ ਹੀ ਹੁੰਦੀ ਆ, ਠੀਕ ਆ। ਸੋ ਇਹ ਚੀਜ਼ ਤੁਸੀਂ ਥੋੜੀ ਜੀ ਆਪਣੇ ਮਾਈਂਡ ਦੇ ਵਿੱਚ ਰੱਖਣੀ ਹੈ। ਇਹ ਸਬਜੈਕਟਿਵ ਆ, ਕੋਈ ਜ਼ਿਆਦਾ ਉਹ ਨਹੀਂਗਾ ਹੈਗਾ, ਠੀਕ ਆ। ਸੋ ਉਹਦੇ ਲਈ ਵੀ ਜਿਹੜੀ ਮਤਲਬ ਜਿਹੜੀ ਐਡਵਾਈਸ ਹੁੰਦੀ ਆ, ਇਹ ਜਿਹੜੀ ਐਡਵਾਈਸ ਦਿੱਤੀ ਜਾਂਦੀ ਆ, ਇਹਦੇ ਲਈ ਕੋਈ ਵੀ ਕੋਰਟ ਦੇ ਵਿੱਚ ਇਨਕੁਆਇਰੀ ਨਹੀਂ ਹੋ ਸਕਦੀ, ਠੀਕ ਆ। ਸੋ ਇੱਕ ਚੀਜ਼ ਇਹ ਪੁਆਇੰਟ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕਰਦੇ ਹਾਂ ਜੀ। ਹੁਣ ਇਹਦੀ ਸਹੁੰ ਬਹੁਤ ਸੌਖਾ ਕੁਐਸਚਨ ਆ। ਮੁੱਖ ਮੰਤਰੀ ਨੂੰ ਅਹੁਦੇ ਦੀ ਸਹੁੰ ਗਵਰਨਰ ਦੇ ਦੁਆਰਾ ਚੁਕਾਈ ਜਾਂਦੀ ਆ। ਹੁਣੇ ਆਪਣੇ ਪੰਜਾਬ ਦਾ ਚੀਫ ਮਿਨਿਸਟਰ ਆਇਆ ਸੀ, ਠੀਕ ਆ, ਭਗਵੰਤ ਮਾਨ। ਸੋ ਉਹਨਾਂ ਨੂੰ ਸਹੁੰ ਚੁਕਾਈ ਸੀ ਗਵਰਨਰ ਦੇ, ਠੀਕ ਆ। ਸੋ ਉਹਨੂੰ ਸਾਰਿਆਂ ਨੂੰ ਇਹ ਵੈਸੇ ਹੀ ਯਾਦ ਹੋਏਗਾ, ਠੀਕ ਆ। ਸੋ ਇਹ ਤਾਂ ਬਹੁਤ ਬੇਸਿਕ ਜਿਹਾ ਕੁਐਸਚਨ ਆ, ਪੇਪਰ 'ਚ ਇਹ ਕੁਐਸਚਨ ਬਣਦਾ ਵਾ, ਠੀਕ ਆ। ਸੋ ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ, ਨਾਲ ਉਹ ਪ੍ਰੈਜ਼ੀਡੈਂਟ ਵੀ ਦੇਣਗੇ ਤੁਹਾਨੂੰ, ਠੀਕ ਆ। ਕਨਫਿਊਜ਼ ਬਿਲਕੁਲ ਨਹੀਂ ਹੋਣਾਗਾ। ਹੁਣ ਮਿਆਦ, ਕਿਉਂਕਿ ਗਵਰਨਰ ਦਾ ਜ਼ਿਆਦਾਤਰ ਰੋਲ ਉਹੀ ਹੁੰਦਾ ਵਾ, ਠੀਕ ਆ। ਮੋਸਟ ਆਫ ਦੀ ਰੋਲ ਉਹੀ ਹੁੰਦਾ ਜਿਹੜਾ ਪ੍ਰੈਜ਼ੀਡੈਂਟ ਦਾ ਸੈਂਟਰ ਦੇ ਵਿੱਚ ਹੁੰਦਾ। ਇਸੇ ਤਰ੍ਹਾਂ ਗਵਰਨਰ ਦਾ ਜਿਹੜਾ ਰੋਲ ਹੁੰਦਾ ਉਹ ਆਪਣਾ ਸਟੇਟ ਦੇ ਵਿੱਚ ਹੁੰਦਾ ਵਾ, ਠੀਕ ਆ। ਸੋ ਇਹੀ ਚੀਜ਼ ਤਾਂ ਤੁਸੀਂ ਧਿਆਨ ਰੱਖਣਾ। ਇਸੇ ਤਰ੍ਹਾਂ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਹੋ ਗਿਆ, ਠੀਕ ਆ, ਪ੍ਰਾਈਮ ਮਿਨਿਸਟਰ ਦਾ ਰੋਲ ਹੁੰਦਾ ਵਾ ਆਪਣਾ ਸੈਂਟਰ ਦੇ ਵਿੱਚ, ਤਾਂ ਇਸੇ ਤਰ੍ਹਾਂ ਚੀਫ ਮਿਨਿਸਟਰ ਦਾ ਰੋਲ ਹੁੰਦਾ ਵਾ ਸਟੇਟ ਦੇ ਵਿੱਚ। ਬਸ ਇਹ ਚੀਜ਼ ਹੁੰਦੀ ਆ, ਠੀਕ ਆ। ਨੈਕਸਟ ਕਰਦੇ ਹਾਂ ਹੁਣ ਜੀ ਮਿਆਦ। ਜਿਹੜੀ ਮੁੱਖ ਮੰਤਰੀ ਨੂੰ ਵੈਸੇ ਇਹਦੀ ਕੋਈ ਮਿਆਦ ਨਹੀਂ ਹੁੰਦੀ, ਠੀਕ ਹੈ, ਮੁੱਖ ਮੰਤਰੀ ਦਾ ਅਹੁਦੇ ਦੀ। ਸੋ ਇਹਨੂੰ ਰਾਜਪਾਲ ਦੀ ਖੁਜਾ, ਮਤਲਬ ਪਲੇਜ਼ਰ ਆਫ ਦੀ ਗਵਰਨਰ ਅਹੁਦਾ ਸੰਭਾਲਦਾ। ਵੈਸੇ ਅਗਰ ਆਪਾਂ ਗੱਲ ਕਰੀਏ ਨਾ ਇਹਦੀ, ਵੈਸੇ ਜੇ ਆਪਾਂ ਦੇਖਦੇ ਹੁੰਦੇ ਹਾਂ ਕਿ ਲੈਜਿਸਲੇਟਿਵ ਅਸੈਂਬਲੀ ਵਿਧਾਨ ਸਭਾ ਦੇ ਵਿੱਚ ਚੋਣਾਂ ਦੇ ਦੌਰਾਨ ਉਹ ਇਲੈਕਟ ਹੁੰਦਾ, ਜਿਹੜੀ ਪਾਰਟੀ ਵੀ ਮੇਜਰਟੀ ਹਾਸਲ ਕਰ ਲੈਂਦੀ ਹੁੰਦੀ ਆ, ਉਹਦੇ ਵਿੱਚੋਂ ਹੀ ਉਹਦੇ ਲੀਡਰ ਨੂੰ ਜ਼ਿਆਦਾਤਰ ਅਪਾਇੰਟ ਹੁੰਦਾ ਵਾ, ਠੀਕ ਆ। ਜ਼ਿਆਦਾਤਰ ਉਹ ਅਪਾਇੰਟ ਹੁੰਦਾ ਵਾ ਜਿਹੜਾ ਆਪਣਾ ਚੀਫ ਮਿਨਿਸਟਰ ਆ, ਠੀਕ ਆ, ਉਹਨੂੰ ਹੀ ਅਪਾਇੰਟ ਕਰਦਾ ਹੁੰਦਾ ਵਾ ਗਵਰਨਰ, ਠੀਕ ਆ। ਸੋ ਮੇਜਰਟੀ ਵਾਲੇ ਲੀਡਰ ਪਾਰਟੀ ਦੇ ਲੀਡਰ ਨੂੰ ਉਹ ਅਪਾਇੰਟ ਕਰ ਸਕਦਾ ਵਾ, ਠੀਕ ਆ। ਸੋ ਇਹਦੀ ਕੋਈ ਇਦਾਂ ਨਹੀਂ ਹੁੰਦੀ। ਸੋ ਉਹਦੀ ਜਿਹੜੀ ਹੁੰਦੀ ਆ, ਜਿਹੜੇ ਆਪਣਾ ਮੇਜਰਟੀ ਜਿਹੜੇ ਲੋਕ ਆਪਣਾ ਹੋ ਗਿਆ ਵਿਧਾਨ ਸਭਾ ਦਾ ਜਿਹੜਾ ਹੋ ਗਿਆ, ਠੀਕ ਆ, ਲੀਡਰ ਹੋ ਗਿਆ ਜਾਂ ਮੈਂਬਰ ਹੋ ਗਿਆ, ਉਹਦੀ 5 ਸਾਲ ਦਾ ਕਾਰਜਕਾਲ ਹੁੰਦਾ, ਕਿਉਂਕਿ 5 ਸਾਲ ਲਈ ਸਰਕਾਰ ਚੁਣੀ ਜਾਂਦੀ ਹੈ। ਹੁਣ ਆਪਣੀ ਪੰਜਾਬ ਦੀ ਸਰਕਾਰ ਚੁਣੇਗੀ 5 ਸਾਲ ਲਈ ਚੁਣੇਗੀ, ਬਟ ਜ਼ਰੂਰੀ ਨਹੀਂ ਕਿ ਇਹ 5 ਸਾਲ ਪੂਰੀ ਫਿਕਸ ਹੋ ਗਈ। ਅਗਰ ਆਪਾਂ ਗੱਲ ਕਰੀਏ ਤਾਂ ਇਹਨੂੰ 2 ਸਾਲ 3 ਸਾਲ ਬਾਅਦ ਅਗਰ ਇਹ ਗਿਰਦੀ ਆ ਸਰਕਾਰ ਜਾਂ ਕੁਛ ਇਦਾਂ ਦਾ ਹੁੰਦਾ ਵਾ ਤਾਂ ਇਹਨੂੰ ਹਟਾ। ਸੋ ਇਹਦਾ ਕੋਈ ਇਦਾਂ ਨਹੀਂਗਾ। ਸੋ ਪਲੇਜ਼ਰ ਆਫ ਦੀ ਗਵਰਨਰ ਹੁੰਦਾ। ਹੁਣ ਆਪਾਂ ਅੱਗੇ ਇਹ ਵੀ ਪੜਾਂਗੇ, ਅੱਗੇ ਮੈਂ ਤੁਹਾਨੂੰ ਪੜਾਵਾਂਗੇ। ਹੁਣ ਤੁਸੀਂ ਨਹੀਂ ਕਨਫਿਊਜ਼ ਹੋ ਜਾਓਗੇ। ਫਿਲਹਾਲ ਤੁਸੀਂ ਆ ਜਿਹੜਾ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਆ ਕਿ ਪਲੇਜ਼ਰ ਆਫ ਦੀ ਗਵਰਨਰ ਯੂਜ਼ ਕਰਦਾ ਵਾ, ਠੀਕ ਆ। ਬਸ ਸਿੰਪਲ ਤੁਸੀਂ ਮੁੱਖ ਮੰਤਰੀ ਦਾ ਇਹ ਕਰ ਦਿਓ। ਅੱਗੇ ਮੈਂ ਤੁਹਾਨੂੰ ਹੋਰ ਪੜਾਉਣਾ ਵਾ, ਮੇਰੀ ਨਾਲ ਉਹਦੇ ਵੀ ਸਲਾਈਡ ਐਡ ਕੀਤੀ ਹੋਈ ਆ। ਅਸਤੀਫਾ, ਪੇਪਰ 'ਚ ਇਹ ਕੁਐਸਚਨ ਬਣਦਾ ਕਿ ਰਾਜਪਾਲ ਕਿ ਮੁੱਖ ਮੰਤਰੀ ਆਪਦਾ ਅਸਤੀਫਾ ਕਿਹਨੂੰ ਦਿੰਦਾ? ਗਵਰਨਰ ਨੂੰ ਅਸਤੀਫਾ ਦਿੰਦਾ। ਮੋਸਟ ਇੰਪੋਰਟੈਂਟ ਕਰ ਲਓ, ਠੀਕ ਆ। ਪੇਪਰ ਦੇ ਵਿੱਚ ਇਹ ਕੁਐਸਚਨ ਰਿਪੀਟ ਹੁੰਦਾ ਵਾ, ਠੀਕ ਆ। ਹੁਣ ਆਰਟੀਕਲ 164 ਦੇਖੋ ਜੀ। ਹੁਣ ਆਪਾਂ 164 ਨੰਬਰ ਆਰਟੀਕਲ ਨੂੰ ਚੰਗੀ ਤਰ੍ਹਾਂ ਪੜਾਂਗੇ, ਠੀਕ ਹੈ ਜੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਦੁਆਰਾ ਕੀਤੀ ਜਾਂਦੀ ਆ, ਠੀਕ ਆ। ਅਪਾਇੰਟ ਕੀਤਾ ਜਾਂਦਾ ਵਾ ਗਵਰਨਰ ਦੁਆਰਾ, ਤੇ ਅਦਰ ਮਿਨਿਸਟਰ ਜਿਹੜੇ ਆਪਾਂ ਪੜ੍ਹ ਲਿਆ ਸੀ ਕਿ ਉਹ ਅਪਾਇੰਟ ਕੀਤੇ ਜਾਂਦੇ ਆ ਜਦੋਂ ਕਿ ਚੀਫ ਮਿਨਿਸਟਰ ਉਹਨੂੰ ਐਡਵਾਈਸ ਦਿੰਦਾ ਗਵਰਨਰ ਨੂੰ, ਠੀਕ ਆ। ਸਿੰਪਲ। ਹੁਣ ਤੁਹਾਨੂੰ ਮੈਂ
ਦੋ ਤਿੰਨ ਤਿੰਨ ਵਾਰੀ ਇਹ ਚੀਜ਼ਾਂ ਨੂੰ ਰੀਕਾਲ ਕਰ ਰਹੇ ਹਾਂ, ਸੋ ਇਹਨੂੰ ਤੁਸੀਂ ਯਾਦ ਕਰਨਾ ਵਾ, ਠੀਕ ਆ। ਜ਼ਿਆਦਾ ਸਬਜੈਕਟਿਵ ਨਹੀਂ ਘੁਸਣਾਗਾ, ਉਹ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ। ਪੇਪਰ ਦੇ ਵਿੱਚ ਜੋ ਮੈਂ ਤੁਹਾਨੂੰ ਦੱਸਦਾ ਕਿ ਪੇਪਰ ਦੇ ਵਿੱਚ ਕੀ ਕੁਐਸਚਨ ਬਣੇਗਾ, ਪੇਪਰ ਦੇ ਵਿੱਚ ਮੈਂ ਤੁਹਾਨੂੰ ਨਾਲ ਦੀ ਨਾਲ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਦੀ ਨਾਲ ਦੱਸ ਰਿਹਾ ਕਿ ਇਹ ਚੀਜ਼ ਨੂੰ ਤੁਸੀਂ ਜ਼ਰੂਰੀ ਯਾਦ ਕਰਨਾ, ਠੀਕ ਆ। ਜਿੱਦਾਂ ਮੈਂ ਤੁਹਾਨੂੰ ਉੱਪਰ ਦੱਸਿਆ ਨਾ ਕਿ ਇਹਦਾ ਤੁਸੀਂ ਆ ਰਾਜਪਾਲ ਨੂੰ ਅਸਤੀਫਾ, ਗਵਰਨਰ ਨੂੰ ਅਸਤੀਫਾ ਦਿੰਦਾ ਵਾ, ਇਹਦੀ ਸਹੁੰ ਕੌਣ ਚੁਕਾਉਂਦਾ ਵਾ, ਇਹਨੂੰ ਪੁਆਇੰਟ ਕੌਣ, ਇਹ ਜ਼ਿਆਦਾ ਇੰਪੋਰਟੈਂਟ ਬਣਦੇ ਨੇ, ਠੀਕ ਆ। ਸੋ ਬਾਕੀ ਆ ਵੀ ਇੰਪੋਰਟੈਂਟ ਪੁਆਇੰਟ ਬਣਦਾ, ਤੁਹਾਨੂੰ 3 ਵਾਰੀ ਮੈਂ ਕਰਵਾਤਾ ਵਾ, ਹੁਣ ਤੁਸੀਂ ਇਹ ਕਦੇ ਨਹੀਂ ਭੁੱਲੋਗੇ, ਠੀਕ ਆ। ਸੋ ਸਾਰੇ ਮੰਤਰੀ, ਜਿੰਨੇ ਵੀ ਮੰਤਰੀ ਹੁੰਦੇ, ਜਿਹੜੇ ਮਿਨਿਸਟਰਸ ਹੁੰਦੇ ਨੇ, ਠੀਕ ਆ, ਚੀਫ ਮਿਨਿਸਟਰ ਦੇ, ਸੋ ਉਹ ਵੀ ਜਿਹੜੇ ਹੋਲਡ ਕਰ ਸਕਦੇ ਨੇ ਆਫਿਸ ਡਿਊਰਿੰਗ ਦਾ ਪਲੇਜ਼ਰ ਆਫ ਦੀ ਗਵਰਨਰ। ਮਤਲਬ ਪਲੇਜ਼ਰ ਆਫ ਦੀ ਗਵਰਨਰ ਇਹ ਨਹੀਂ ਮਤਲਬ ਹੁੰਦਾ ਕਿ ਗਵਰਨਰ ਆਪਣੀ ਮਰਜ਼ੀ ਨਾਲ, ਉਹ ਮੈਂ ਤੁਹਾਨੂੰ ਅੱਗੇ ਕਰਵਾਉਣਾ, ਚੀਫ ਮਿਨਿਸਟਰ ਦੀ ਸਲਾਹ ਤੇ ਹੀ ਹੁੰਦਾ ਵਾ ਜਿਹੜਾ ਕੁਝ ਹੁੰਦਾ ਵਾ, ਠੀਕ ਆ। ਜਿਹੜਾ ਮੰਤਰੀ ਪਰਿਸ਼ਦ ਹੁੰਦਾ, ਮਤਲਬ ਕੌਂਸਲ ਆਫ ਮਿਨਿਸਟਰ ਹੋ ਗਈ ਸਟੇਟ ਦੀ, ਠੀਕ ਆ। ਸੋ ਸ਼ੈਲ ਬੀ ਕਲੈਕਟਿਵਲੀ ਰਿਸਪੌਂਸਿਬਲ ਟੂ ਦਾ ਸਟੇਟ ਲੈਜਿਸਲੇਚਰ ਅਸੈਂਬਲੀ। ਕਲੈਕਟਿਵਲੀ ਰਿਸਪੌਂਸਿਬਲ ਹੁੰਦਾ ਕਿ ਸਮੂਹਿਕ ਤੌਰ ਤੇ, ਮਤਲਬ ਸਾਰੇ ਟੋਟਲ ਜਿਹੜੀ ਮਿਨਿਸਟਰੀ ਹੋਗੀ, ਕੌਂਸਲ ਆਫ ਮਿਨਿਸਟਰੀ ਹੋਗੀ, ਠੀਕ ਆ, ਜਾਂ ਆਪਣਾ ਚੀਫ ਮਿਨਿਸਟਰ ਹੋ ਗਿਆ, ਠੀਕ ਆ, ਚੀਫ ਮਿਨਿਸਟਰ ਹੋਗਾ, ਇਹ ਸਾਰੇ ਸਮੂਹਿਕ ਤੌਰ ਦੇ ਉੱਤੇ ਜ਼ਿੰਮੇਵਾਰ ਹੁੰਦੇ ਨੇ, ਠੀਕ ਆ। ਜੇਕਰ ਆਪਾਂ ਇੰਡੀਵਿਜੂਅਲ ਗੱਲ ਕਰੀਏ, ਇੰਡੀਵਿਜੂਅਲ ਜਿਹੜਾ ਹੁੰਦਾ ਵਾ ਮਿਨਿਸਟਰ, ਇੰਡੀਵਿਜੂਅਲ ਮਿਨਿਸਟਰ ਜਿਹੜਾ ਹੁੰਦਾ ਵਾ ਉਹ ਰਿਸਪੌਂਸਿਬਲ ਹੁੰਦਾ ਗਵਰਨਰ ਲਈ, ਠੀਕ ਆ। ਸੋ ਵੈਸੇ ਇਹ ਸਟੇਟ ਲੈਜਿਸਲੇਟਿਵ ਅਸੈਂਬਲੀ ਲਈ ਹੁੰਦੇ ਨੇ, ਠੀਕ ਆ। ਯਾਦ ਰੱਖਣਾ, ਤੁਸੀਂ ਇਹ ਚੀਜ਼ ਯਾਦ ਰੱਖਣੀ ਆ, ਪੇਪਰ 'ਚ ਇਹ ਕੁਐਸਚਨ ਬਣਦਾ ਵਾ, ਤਾਂ ਹੀ ਮੈਂ ਰੈਡ ਕੀਤਾ ਵਾ। ਜਿਹੜੀ ਕਾਉਂਸਲ ਆਫ ਮਿਨਿਸਟਰ ਸਾਰੇ ਹੁੰਦੇ ਆ, ਜਿਹਦਾ ਕਿ ਹੈੱਡ ਹੁੰਦਾ ਵਾ ਚੀਫ ਮਿਨਿਸਟਰ, ਠੀਕ ਆ। ਸੋ ਇਹ ਜਿਹੜਾ ਹੁੰਦਾ ਵਾ ਇਹ ਸਟੇਟ ਲੈਜਿਸਲੇਟਿਵ ਅਸੈਂਬਲੀ, ਜਿਹੜੀ ਕਿ ਰਾਜ ਵਿਧਾਨ ਸਭਾ ਅਸੈਂਬਲੀ ਲਈ ਹੀ ਜ਼ਿੰਮੇਵਾਰ ਹੁੰਦੀ ਆ, ਠੀਕ ਆ, ਸਮੂਹਿਕ ਤੌਰ ਤੇ। ਬਟ ਜੇ ਕੱਲਾ ਦੇਖੀਏ ਇੰਡੀਵਿਜੂਅਲੀ, ਇਹ ਕਿਹਦੇ ਲਈ ਰਿਸਪੌਂਸਿਬਲ ਹੁੰਦੇ ਨੇ? ਗਵਰਨਰ ਲਈ। ਬਸ ਸਿੰਪਲ, ਤੁਸੀਂ ਇਹ ਚੀਜ਼ ਯਾਦ ਕਰਨੀ ਆ, ਕੋਈ ਵੱਡੀ ਔਖੀ ਗੱਲ ਨਹੀਂ ਇਹ। ਸੋ ਲੋਕਤੰਤਰੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਰਾਜਪਾਲ ਮੁੱਖ ਮੰਤਰੀ ਵਜੋਂ ਰਾਜ ਵਿਧਾਨ ਸਭਾ ਵਿੱਚ ਪਾਰਟੀ ਬਹੁਮਤ ਦੇ ਨੇਤਾ ਦੀ ਨਿਯੁਕਤੀ ਕਰਦਾ ਹੈ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਕਹਤਾ ਕਿ ਡੈਮੋਕ੍ਰੈਟਿਕ ਪ੍ਰਿੰਸੀਪਲ ਦੇ ਅਕੋਰਡਿੰਗ ਗਵਰਨਰ ਉਸੇ ਵਿਅਕਤੀ ਨੂੰ ਅਪਾਇੰਟ ਕਰਦਾ ਵਾ, ਲੀਡਰ, ਜਿਹੜੀ ਕਿ ਮੇਜੋਰਟੀ ਪਾਰਟੀ ਹਾਸਲ ਕਰਦੀ ਆ ਰਾਜ ਵਿਧਾਨ ਸਭਾ ਵਿੱਚ। ਜਿਵੇਂ ਹੁਣ ਇਲੈਕਸ਼ਨ ਹੋਏ ਸੀ, ਆਪਣਾ ਭਗਵੰਤ ਮਾਨ ਉਹਨਾਂ ਦਾ ਲੀਡਰ ਸੀਗਾ, ਠੀਕ ਆ, ਆਮ ਆਦਮੀ ਪਾਰਟੀ ਦਾ ਲੀਡਰ ਸੀਗਾ, ਠੀਕ ਆ, ਆਮ ਆਦਮੀ ਪਾਰਟੀ ਦਾ ਲੀਡਰ ਸੀ, ਤਾਂ ਉਹਨੂੰ ਗਵਰਨਰ ਨੇ ਅਪਾਇੰਟ ਕਰਤਾ। ਇਸ ਤਰ੍ਹਾਂ ਹੁੰਦਾ। ਵੈਸੇ ਅਗਰ ਆਪਾਂ ਗੱਲ ਕਰੀਏ ਚੀਫ ਮਿਨਿਸਟਰ, ਆਪਾਂ ਅੱਗੇ ਜਾ ਕੇ ਵੀ ਪੜਾਂਗੇ, ਠੀਕ ਆ, ਜਦੋਂ ਸਟੇਟ ਲੈਜਿਸਲੇਟਿਵ ਅਸੈਂਬਲੀ ਅਗਲੀ ਕਲਾਸ ਪੜਾਂਗੇ, ਉਹ 'ਚ ਤੁਹਾਡਾ ਕਲੀਅਰ ਹੋ ਜਾਏਗਾ। ਵੈਸੇ ਅਗਰ ਆਪਾਂ ਗੱਲ ਕਰੀਏ ਤਾਂ ਵੈਸੇ ਇਲੈਕਟ ਹੋ ਕੇ ਆ ਰਿਹਾ ਵਾ ਉਹ, ਬਟ ਅਪਾਇੰਟਮੈਂਟ ਦੀ ਗੱਲ ਹੋ ਰਹੀ ਹੈ ਕਿ ਅਪਾਇੰਟ ਕੌਣ ਕਰਦਾ, ਠੀਕ ਆ। ਅਪਾਇੰਟਮੈਂਟ ਕੌਣ ਕਰਦਾ ਵਾ? ਗਵਰਨਰ ਕਰਦਾ ਵਾ, ਜਿਹੜਾ ਲੀਡਰ ਆਫ ਦੀ ਮੇਜੋਰਟੀ ਪਾਰਟੀ ਇਨ ਸਟੇਟ ਲੈਜਿਸਲੇਟਿਵ ਅਸੈਂਬਲੀ, ਠੀਕ ਆ। ਬਹੁਤ ਸੌਖਾ ਬਣਦਾ ਵਾ, ਕੋਈ ਖਾਸ ਬਾਲਾ ਔਖਾ ਹੈ ਨਹੀਂ ਗਾ ਇਹ, ਠੀਕ ਆ। ਨੈਕਸਟ ਕਰਦੇ ਹਾਂ ਜੀ ਆਪਾਂ। ਹੁਣ ਜੇਕਰ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੁੰਦਾ, ਮੰਨ ਲਓ ਕਿਸੇ ਪਾਰਟੀ ਕੋਲੇ ਬਹੁਮਤ ਨਹੀਂ ਹੋਇਆਗਾ, ਠੀਕ ਆ, ਮੇਜੋਰਟੀ ਨਹੀਂ ਆ, ਜਿੱਦਾਂ ਕਿ ਹੁਣ ਆਪਾਂ ਥੋੜਾ ਟਾਈਮ ਪਹਿਲਾਂ ਆਪਾਂ ਗੱਲ ਵੀ ਕਰਦੇ ਕਿ ਇਸ ਵਾਰ ਕੋਈ ਮਤਲਬ ਮੇਜੋਰਟੀ ਨਹੀਂ ਆਉਣੀਗੀ, ਜਿਹੜੇ ਹਾਲਾਤ ਇਸ ਟਾਈਮ ਦੇ ਉੱਤੇ ਪੰਜਾਬ 'ਚ ਬਣੇ ਹੋਏ, ਚੋਣਾਂ ਤੋਂ ਪਹਿਲਾਂ ਇਹ ਗੱਲਾਂ ਹੋ ਰਹੀਆਂ ਸੀ, ਠੀਕ ਆ। ਤਾਂ ਰਾਜਪਾਲ ਹੁੰਦਾ, ਰਾਜਪਾਲ ਕੋਲ ਨਾ ਡਿਸਕ੍ਰਿਸ਼ਨਰੀ ਪਾਵਰਸ ਹੁੰਦੇ ਆ, ਮਤਲਬ ਅਖਤਿਆਰੀ ਸ਼ਕਤੀਆਂ ਦੀ ਵਰਤੋਂ ਕਰਦਾ। ਕਿਹੜੇ ਮਤਲਬ ਕੰਡੀਸ਼ਨਸ ਦੇ ਤੌਰ ਦੇ ਉੱਤੇ ਉਹ ਆਪਦੀਆਂ ਸ਼ਕਤੀਆਂ ਦੀ ਵਰਤੋਂ। ਸੋ ਇਹ ਕੁਛ ਸ਼ਕਤੀਆਂ ਜਿਹੜੀਆਂ ਗਵਰਨਰ ਹੁੰਦਾ ਸਟੇਟ ਦਾ, ਉਹਨੂੰ ਦਿੱਤੀਆਂ ਹੋਈਆਂ ਨੇ। ਦੇਖੋ ਜੀ, ਆਮ ਸਿਧਾਂਤ ਇਹ ਆ ਕਿ ਰਾਜਪਾਲ ਗੱਠਜੋੜ ਸਮੂਹ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੰਦਾ। ਮਤਲਬ ਜਨਰਲ ਪ੍ਰਿੰਸੀਪਲ ਇੱਕ ਆ ਕਿ ਤੁਸੀਂ ਹੁਣ ਤੁਸੀਂ ਆਪਦਾ ਗੱਠਜੋੜ ਕਰੋ। ਆਪਾਂ ਕਹਿੰਦੇ ਹੁੰਦੇ ਆ ਕਿ ਗੱਠਜੋੜ ਕਰ ਦੇਣਗੇ ਹੁਣ ਇਹ, ਤਾਂ ਸਰਕਾਰ ਬਣਾ ਸਕਦਾ ਜੇਕਰ ਕੋਈ ਮੇਜੋਰਟੀ ਨਹੀਂ ਹੁੰਦੀ, ਠੀਕ ਆ। ਸੋ ਗੱਠਜੋੜ ਸਰਕਾਰ ਵਿੱਚ ਘੱਟ ਤੋਂ ਘੱਟ 2 ਪਾਰਟੀਆਂ ਹੁੰਦੀਆਂ। ਉਹ ਤਾਂ ਆਪਾਂ ਨੂੰ ਪਤਾ ਹੈ ਕਿ 2 ਪਾਰਟੀਆਂ ਜੇ ਘੱਟ ਤੋਂ ਘੱਟ ਮਿਲਣਗੀਆਂ ਤਾਂ ਹੀ ਗੱਠਜੋੜ ਹੋ ਕੇ ਇੱਕ ਸਰਕਾਰ ਬਣੂਗੀ ਨਾ। ਸੋ ਜੇਕਰ ਪਾਰਟੀਆਂ ਦੇ ਸਮੂਹ ਦੁਆਰਾ ਸਰਕਾਰ ਦੇ ਗਠਨ ਦੀ ਕੋਈ ਸੰਭਾਵਨਾ ਨਹੀਂ ਹੈ, ਮੰਨ ਲਓ ਪਾਰਟੀਆਂ ਦਾ ਸਮੂਹ ਵੀ ਬਣ ਗਿਆ, ਫਿਰ ਵੀ ਕੋਈ ਸੰਭਾਵਨਾ ਨਹੀਂ ਬਣ ਰਹੀ, ਤਾਂ ਰਾਜਪਾਲ ਨੇ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦਾ ਵਾ, ਠੀਕ ਆ, ਲਾਰਜੈਸਟ ਪਾਰਟੀ ਨੂੰ। ਸੋ ਇਹ ਪਾਵਰਸ ਨੇ। ਨੈਕਸਟ ਹੁਣ ਅੱਗੇ ਹੋਰ ਵੀ ਕੀ ਆ ਕਿ ਸਰਕਾਰ ਬਣਾਉਣੀ। ਸੋ ਇਹਨੂੰ ਵੀ ਥੋੜਾ ਜਿਹਾ ਡਿਫਾਈਨ ਕੀਤਾ ਹੋਇਆ ਆਪਾਂ। ਸਿੰਗਲ ਪਾਰਟੀ ਕਿਹੜੀ ਹੁੰਦੀ ਹੈ? ਸਿੰਗਲ ਲਾਰਜੈਸਟ ਪਾਰਟੀ ਕਿਹਨੂੰ ਕਹਿੰਦੇ ਆ? ਇਹਦੀ ਡੈਫੀਨੇਸ਼ਨ ਹੈ ਕਿ ਜਿਹੜੀ ਪਾਰਟੀ ਇਜ਼ ਡਿਫਰੈਂਟ ਫਰੋਮ ਦਾ ਮੇਜੋਰਟੀ ਪਾਰਟੀ। ਸੋ ਪਾਰਟੀ ਬਹੁ ਗਿਣਤੀ ਪਾਰਟੀ ਤੋਂ ਵੱਖਰੀ ਹੁੰਦੀ ਆ। ਇਹ ਬਹੁਮਤ ਵਾਲੀ ਜਿਹੜੀ ਪਾਰਟੀ ਹੁੰਦੀ ਹੈ, ਮਤਲਬ ਜਿਹਨੂੰ ਮੇਜੋਰਟੀ ਮਿਲ ਗਈ ਪਾਰਟੀ ਨੂੰ, ਸਦਨ ਵਿੱਚ ਸਪਸ਼ਟ ਬਹੁਮਤ ਮਿਲਦਾ ਵਾ, ਠੀਕ ਆ। ਸੋ ਉਹਨੂੰ ਕਰ ਸਕਦੀ ਆ, ਠੀਕ ਆ, ਫਿਰ ਉਹ ਸਰਕਾਰ ਬਣ ਸਕਦੀ ਆ। ਸਿੰਗਲ ਸਭ ਤੋਂ ਵੱਡੀ ਪਾਰਟੀ, ਮਤਲਬ ਸਿੰਗਲ ਲਾਰਜੈਸਟ ਪਾਰਟੀ ਇਜ਼ ਦੈਟ, ਉਹ ਮਤਲਬ ਹੈ ਕਿ ਜਿਹੜੀ ਕਿ ਹਾਈਐਸਟ ਨੰਬਰ ਆਫ ਸੀਟਸ ਜਿੱਤੇ ਕਿਸੇ ਵੀ ਹਾਊਸ ਦੇ ਵਿੱਚ, ਠੀਕ ਆ, ਜਿਸ ਨੇ ਸਦਨ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਹੋਣ। ਮਤਲਬ ਸਟੇਟ ਲੈਜਿਸਲੇਟਿਵ ਅਸੈਂਬਲੀ ਦੀ ਗੱਲ ਹੋ ਰਹੀ ਆ, ਠੀਕ ਆ, ਸਟੇਟ ਲੈਜਿਸਲੇਟਿਵ ਅਸੈਂਬਲੀ ਵਿਧਾਨ ਸਭਾਵਾਂ ਦੇ ਵਿੱਚ, ਠੀਕ ਆ। ਸੋ ਸਦਨ ਦੇ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਹੁਣ, ਪਰ ਬਹੁਮਤ ਹਾਸਲ ਨਹੀਂ, ਪਰ ਫਿਰ ਵੀ ਉਹਨੂੰ ਮੇਜੋਰਟੀ ਮਿਲੇਗੀ, ਠੀਕ ਆ। ਸੋ ਇਹ ਥੋੜਾ ਜਿਹਾ ਐਕਸਪਲੇਨ ਕੀਤਾ। ਸੋ ਇਹ ਥੋੜਾ ਸਬਜੈਕਟਿਵ ਆ, ਪੇਪਰ ਦੇ ਵਿੱਚ ਇਦਾਂ ਦਾ ਕੁਐਸਚਨ ਨਹੀਂ ਬਣੇਗਾ, ਠੀਕ ਆ। ਖਾਸ ਕਰ ਜਿਹੜੇ ਆਪਣੇ PEET+B ਦੇ ਪੇਪਰ ਹੋ ਗਏ, ਪੰਜਾਬ ਪੁਲਿਸ ਹੋ ਗਏ, ਉਹਦੇ ਵਿੱਚ ਨਹੀਂ। ਸੋ ਆਪਾਂ ਇਹ ਜਸਟ ਇੱਕ ਜਨਰਲ ਨੌਲੇਜ ਲਈ ਆਪਾਂ ਪੜ੍ਹ ਰਹੇ ਹਾਂ, ਠੀਕ ਆ, ਚੀਜ਼ ਜਿਹੜੀ ਨਾਲ ਦੀ ਨਾਲ। ਸੋ ਜਿਹੜੀ ਚੀਜ਼ ਇੰਪੋਰਟੈਂਟ ਬਣੂਗੀ ਮੈਂ ਨਾਲ ਦੀ ਨਾਲ ਤੁਹਾਨੂੰ ਦੱਸ ਦੂੰਗਾ ਕਿ ਇਹ ਚੀਜ਼ ਇੰਪੋਰਟੈਂਟ ਆ, ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਦਿਓ, ਠੀਕ ਆ। ਨੈਕਸਟ ਕਰਦੇ ਹਾਂ। ਜੇਕਰ ਸਿੰਗਲ ਸਭ ਤੋਂ ਵੱਡੀ ਪਾਰਟੀ ਸਰਕਾਰ ਬਣਾਉਣ ਤੋਂ ਇਨਕਾਰ ਕਰ ਦੇਵੇ, ਮੰਨ ਲਓ ਸਿੰਗਲ ਪਾਰਟੀ ਕਹਿੰਦੀ ਆ ਵੀ ਅਸੀਂ ਨਹੀਂ ਸਰਕਾਰ ਬਣਾਉਣੀ, ਤਾਂ ਉਹ ਦੂਜੀ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇ ਸਕਦਾ। ਸਿੰਪਲ ਹੋ ਗਿਆ, ਠੀਕ ਆ।
ਜੇਕਰ ਕੋਈ ਪਾਰਟੀ ਸਰਕਾਰ ਬਣਾਉਣ ਲਈ ਅੱਗੇ ਨਹੀਂ ਆਉਂਦੀ ਤਾਂ ਰਾਜਪਾਲ ਇਸ ਲਈ ਰਾਸ਼ਟਰਪਤੀ ਸ਼ਾਸਨ ਦੀ ਘੋਸ਼ਣਾ ਦੀ ਸਿਫਾਰਿਸ਼ ਕਰਦਾ। ਸੋ ਇਹ ਇੰਪੋਰਟੈਂਟ ਬਣਦਾ। ਸੋ ਪ੍ਰੈਜ਼ੀਡੈਂਟ ਰੂਲ ਦੀ ਇਹ ਆਪਣੀ ਸਿਫਾਰਿਸ਼ ਕਰ ਸਕਦਾ ਵਾ ਸੈਂਟਰ ਨੂੰ, ਠੀਕ ਆ ਜੀ, ਆਪਣੇ ਪ੍ਰੈਜ਼ੀਡੈਂਟ ਨੂੰ, ਕਿ ਹਾਂ ਕਿ ਇਹਦੇ ਵਿੱਚ ਕੋਈ ਵੀ ਪਾਰਟੀ ਇੱਥੇ ਕਲੀਅਰ ਕੱਟ ਮੇਜੋਰਟੀ ਨਹੀਂ ਹੋ ਰਹੀ ਤਾਂ ਗਵਰਨਰ ਕਹੂਗਾ ਕਿ ਹਾਂ ਹੁਣ ਇੱਥੇ ਰਾਸ਼ਟਰਪਤੀ ਸ਼ਾਸਨ ਲਈ ਉਹ ਸਿਫਾਰਿਸ਼ ਕਰ ਸਕਦਾ। ਬਸ ਸਿੰਪਲ ਇਹ ਚੀਜ਼ ਹੋ ਗਈ। ਜੇਕਰ ਮੇਜੋਰਟੀ ਨਹੀਂ ਆਉਂਦੀ ਤਾਂ ਕੋਈ ਵੀ ਪਾਰਟੀ ਅੱਗੇ ਨਹੀਂ ਆਉਂਦੀ, ਠੀਕ ਆ। ਹੁਣ ਜੀ ਇੱਕ ਵਿਅਕਤੀ ਜਿਹੜਾ ਹੁੰਦਾ ਵਾ ਜੋ ਰਾਜ ਵਿਧਾਨ ਸਭਾ ਦਾ ਮੈਂਬਰ ਨਹੀਂ, ਹੁਣ ਇਹ ਵਾਲੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸੀ ਕਿ ਉਹਨੂੰ ਮੁੱਖ ਮੰਤਰੀ ਕਿਵੇਂ ਨਿਯੁਕਤ ਕੀਤਾ ਜਾਂਦਾ। ਮੰਨ ਲਓ ਕਿ ਰਾਜ ਵਿਧਾਨ ਸਭਾ, ਮੰਨ ਲਓ ਸਟੇਟ ਲੈਜਿਸਲੇਚਰ ਦਾ ਆਪਣਾ ਉਹ ਮੈਂਬਰ ਹੈ ਨਹੀਂਗਾ, ਸਟੇਟ ਲੈਜਿਸਲੇਚਰ ਦਾ ਮੈਂਬਰ ਨਹੀਂਗਾ, ਉਹਨੂੰ ਕਿਸ ਤਰ੍ਹਾਂ ਅਪਾਇੰਟ ਕਰ ਸਕਦੇ ਆ ਚੀਫ ਮਿਨਿਸਟਰ, ਠੀਕ ਆ। ਉਹ ਦੇਖੋ ਹੁਣ ਸਭ ਤੋਂ ਪਹਿਲਾਂ ਜੀ ਜੇਕਰ ਉਹਨੂੰ ਮੈਂਬਰ ਬਣਨਾ ਵਾ ਤਾਂ ਉਹਨੂੰ 6 ਮਹੀਨਿਆਂ ਦੇ ਅੰਦਰ ਅੰਦਰ, ਪੇਪਰ 'ਚ ਇਹ ਕੁਐਸਚਨ ਬਣੂਗਾ, ਠੀਕ ਆ, 6 ਮਹੀਨਿਆਂ ਦੇ ਅੰਦਰ ਅੰਦਰ ਕਿਸੇ ਵੀ ਸਦਨ ਦਾ ਮੈਂਬਰ ਬਣਨਾ ਪੈਣਾ, ਈਦਰ ਹਾਊਸ ਆਫ ਦਾ ਸਟੇਟ ਲੈਜਿਸਲੇਚਰ, ਠੀਕ ਆ। ਜਿਹੜੀ ਸਟੇਟ ਲੈਜਿਸਲੇਚਰ ਹੋ ਗਈ, ਠੀਕ ਆ, ਉਹਦੇ ਵਿੱਚ ਈਦਰ ਹਾਊਸ, ਕਿਸੇ ਵੀ ਹਾਊਸ ਦਾ ਇੱਕ ਮੈਂਬਰ ਬਣਨਾ ਪੈਣਾ ਚਾਹੀਦਾ ਵਿਦ ਇਨ ਦਾ 6 ਮੰਥ ਬਸ। ਫੋਲੋਇੰਗ ਵਿੱਚ ਹੀ ਕੇਸਸ ਟੂ ਬੀ ਦਾ ਚੀਫ ਮਿਨਿਸਟਰ। ਫਿਰ ਮਤਲਬ ਇਹਦੇ ਵਿੱਚ ਜੇ ਉਹ ਸਫਲ ਰਹਿ ਗਿਆ, ਮੰਨ ਲਓ ਜੇ ਉਹ ਮੈਂਬਰ ਨਹੀਂ ਬਣਿਆ ਤਾਂ ਉਹ ਮੁੱਖ ਮੰਤਰੀ ਨਹੀਂ ਰਹੇਗਾ, ਠੀਕ ਆ। ਸੋ ਮੁੱਖ ਮੰਤਰੀ ਰਾਜ ਵਿਧਾਨ ਸਭਾ ਦੇ 2 ਸਦਨਾਂ ਵਿੱਚੋਂ ਕਿਸੇ ਦਾ ਵੀ ਮੈਂਬਰ ਹੋ ਸਕਦਾ ਵਾ। ਵੈਸੇ ਐਕਚੁਅਲ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਉਹਨੂੰ ਆਪਣੀ ਉਹ ਕਰਨੀ ਪਏਗੀ, ਠੀਕ ਆ। ਹੁਣ ਨੈਕਸਟ ਆ ਗਿਆ ਜਿਹੜਾ ਮੋਸਟ ਇੰਪੋਰਟੈਂਟ ਬਣਦਾ ਕਿ ਰਿਮੂਵਲ ਦੀ ਅਗਰ ਆਪਾਂ ਗੱਲ ਕਰੀਏ ਤਾਂ ਚੀਫ ਮਿਨਿਸਟਰ ਇਜ਼ ਰਿਮੂਵਡ ਬਾਏ ਦਾ ਗਵਰਨਰ। ਬਸ ਸਿੰਪਲ ਇਹਨੇ ਹੀ ਅਗਰ ਆਪਾਂ ਗੱਲ ਕਰੀਏ, ਗਵਰਨਰ ਨੇ ਹੀ ਅਪਾਇੰਟ ਕਰ ਰਿਹਾ ਚੀਫ ਮਿਨਿਸਟਰ ਨੂੰ, ਗਵਰਨਰ ਹੀ ਇਹਦੀ ਸਹੁੰ ਚੁਕਾ ਰਿਹਾ ਤੇ ਹਟਾ ਕੌਣ ਰਿਹਾ ਵਾ, ਗਵਰਨਰ। ਰੈਜ਼ਿਗਨੇਸ਼ਨ ਚੀਫ ਮਿਨਿਸਟਰ, ਮੁੱਖ ਮੰਤਰੀ ਰੈਜ਼ਿਗਨੇਸ਼ਨ ਕਿਹਨੂੰ ਦੇ ਰਿਹਾ ਵਾ, ਇਹ ਵੀ ਦੇ ਰਿਹਾ ਆਪਾਂ ਨੂੰ ਗਵਰਨਰ। ਦੇਖੋ 4 ਪੁਆਇੰਟ ਤੁਹਾਡੇ ਇਹਦੇ ਵਿੱਚ ਕਵਰ ਹੋ ਰਹੇ ਆ। ਰੈਜ਼ਿਗਨੇਸ਼ਨ ਅਸਤੀਫਾ ਦੇ ਰਿਹਾ ਗਵਰਨਰ ਨੂੰ ਚੀਫ ਮਿਨਿਸਟਰ, ਠੀਕ ਆ। ਹੁਣ ਚੀਫ ਮਿਨਿਸਟਰ ਨੂੰ ਅਪਾਇੰਟ ਕੌਣ ਕਰ ਰਿਹਾ ਵਾ, ਗਵਰਨਰ ਕਰ ਰਿਹਾ ਵਾ। ਸਹੁੰ ਕੌਣ ਚੁਕਾ ਰਿਹਾ ਵਾ, ਗਵਰਨਰ ਚੁਕਾ ਰਿਹਾ ਵਾ। ਤੇ ਨੈਕਸਟ ਆਪਣਾ ਆ ਗਿਆ ਹਟਾ, ਰਿਮੂਵ ਕੌਣ ਕਰ ਰਿਹਾ, ਰਿਮੂਵ ਵੀ ਗਵਰਨਰ ਕਰ ਰਿਹਾ ਵਾ। ਦੇਖੋ 4 ਚੀਜ਼ਾਂ ਕਵਰ ਹੋ ਗਈਆਂ, ਤੁਹਾਨੂੰ ਅਲੱਗ-ਅਲੱਗ ਤੋਂ ਯਾਦ ਨਹੀਂ ਕਰ। ਸੋ ਪੇਪਰ 'ਚ ਇਹ ਬਹੁਤ ਕੁਐਸਚਨ ਬਣਦਾ ਵਾ। ਨੈਕਸਟ ਆ ਗਿਆ ਮੁੱਖ ਮੰਤਰੀ ਨੂੰ ਉਦੋਂ ਤੱਕ ਨਹੀਂ ਹਟਾਇਆ ਜਾ ਸਕਦਾ ਜਦ ਤੱਕ ਉਹ ਸਦਨ ਦਾ, ਮਤਲਬ ਇਹਦਾ ਮਤਲਬ ਇਹ ਨਹੀਂ ਜਿਹੜਾ ਆਪਾਂ ਉੱਪਰ ਪੜਿਆ ਨਾ ਕਿ ਹਾਂ ਰਾਜਪਾਲ ਹਟਾ ਸਕਦਾ, ਗਵਰਨਰ ਸਟੇਟ ਦਾ ਹਟਾ ਸਕਦਾ, ਪਰ ਉਦੋਂ ਤੱਕ ਨਹੀਂ ਉਹ ਹਟਾ ਸਕਦਾ ਜਦੋਂ ਤੱਕ ਉਹ ਸਦਨ ਦਾ ਬਹੁਮਤ, ਜਦੋਂ ਤੱਕ ਉਹਨੂੰ ਮਤਲਬ ਮੇਜੋਰਟੀ ਹੈਗੀ ਆ ਨਾ ਹਾਊਸ ਦੇ ਵਿੱਚ ਆਪਦੇ ਦੇ ਵਿੱਚ, ਉਹਨਾਂ ਟਾਈਮ ਤੁਸੀਂ ਉਹਨੂੰ ਨਹੀਂ ਹਟਾ ਸਕਦੇ, ਗਵਰਨਰ ਨਹੀਂ ਹਟਾ ਸਕਦਾ ਉਹਨੂੰ, ਠੀਕ ਆ। ਸੋ ਸੁਪਰੀਮ ਕੋਰਟ ਦਾ ਇੱਕ ਕੇਸ ਹੋਇਆ ਸੀ 1994 ਈਸਵੀ ਦੇ ਵਿੱਚ, ਠੀਕ ਆ। ਸੋ ਉਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਸੀਗਾ, SR ਬੋਮਾਨੀ ਤੇ ਯੂਨੀਅਨ ਆਫ ਇੰਡੀਆ ਦੇ ਵਿਚਕਾਰ ਇਹ ਕੇਸ ਹੋਇਆ ਸੀਗਾ, ਵਿਰੁੱਧ ਕੇਸ ਹੋਇਆ ਸੀ ਇਹਨਾਂ ਦਾ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਸੀ। ਸੋ ਨੈਕਸਟ ਅਗਰ ਆਪਾਂ ਗੱਲ ਕਰੀਏ, ਜੇਕਰ ਮੁੱਖ ਮੰਤਰੀ, ਮੰਨ ਲਓ ਮੁੱਖ ਮੰਤਰੀ ਵਿਧਾਨ ਸਭਾ 'ਚ ਆਪਦਾ ਬਹੁਮਤ ਗਵਾ ਲਿਆ ਉਹਨੇ, ਠੀਕ ਆ, ਤਾਂ ਉਹਨੂੰ ਕੀ ਕਰਨਾ ਪਊਗਾ, ਉਹਨੂੰ ਅਸਤੀਫਾ ਦੇ ਦੇਣਾ ਪੈਂਦਾ ਵਾ, ਅਸਤੀਫਾ ਦੇਣਾ ਪੈਂਦਾ, ਫਿਰ ਉਹਨੂੰ ਮਸਟ ਰਿਜ਼ਾਈਨ ਕਰਨਾ ਪੈਂਦਾ, ਠੀਕ ਆ। ਜੇਕਰ ਰਿਜ਼ਾਈਨ ਉਹ ਨਹੀਂ ਵੀ ਕਰਦਾ ਆਪਣੇ ਆਪ ਤਾਂ ਰਾਜਪਾਲ ਆ ਜਿਹੜਾ ਗਵਰਨਰ ਆ ਉਹ ਆਪਣੇ ਆਪ ਮਤਲਬ ਰਿਮੂਵ ਕਰ ਦਿੰਦਾ ਚੀਫ ਮਿਨਿਸਟਰ ਨੂੰ, ਕਰ ਸਕਦਾ ਵਾ, ਠੀਕ ਆ। ਫਿਰ ਇਹ ਵਾਲੀਆਂ ਮਤਲਬ 3-4 ਕੰਡੀਸ਼ਨ ਸੀਗੀਆਂ ਜਿਹਦੇ ਵਿੱਚ ਇਹ ਰਿਮੂਵ ਕਰ ਸਕਦਾ। ਸੈਲਰੀ, ਮੁੱਖ ਮੰਤਰੀ ਦੀ ਤਨਖਾਹ ਅਤੇ ਹੋਰ ਭੱਤੇ ਰਾਜ ਵਿਧਾਨ ਸਭਾਵਾਂ ਦੁਆਰਾ ਨਿਰਧਾਰਿਤ ਕੀਤੇ। ਮੋਸਟ ਇੰਪੋਰਟੈਂਟ, ਤੁਸੀਂ ਇਹਨੂੰ ਮਾਰਕ ਕਰ ਲਓ। ਮੁੱਖ ਮੰਤਰੀ ਦੀ ਤਨਖਾਹ ਜਿਹੜੀ ਹੋ ਗਈ, ਠੀਕ ਆ, ਅਲਾਉੈਂਸ ਹੋ ਗਏ ਜਿਹੜੇ ਸੀਗਾ ਚੀਫ ਮਿਨਿਸਟਰ ਦੇ, ਜਿਹੜੇ ਸੈਲਰੀ ਵਗੈਰਾ ਹੋ ਗਏ, ਉਹਨੂੰ ਸਟੇਟ ਲੈਜਿਸਲੇਚਰ ਦੇ ਵਿੱਚ ਹੀ ਤੈਅ ਕੀਤਾ ਜਾਂਦਾ ਬਸ। ਉਹ ਇਹਨੂੰ ਮੋਸਟ ਇੰਪੋਰਟੈਂਟ ਕਰਕੇ ਕਰੋ। ਇਹਦੇ ਵਿੱਚ ਤੁਹਾਨੂੰ ਉਹ ਪਾਰਲੀਮੈਂਟ ਵੀ ਦੇਣਗੇ, ਇਹਦੇ ਵਿੱਚ ਤੁਹਾਨੂੰ ਉਹ ਗਵਰਨਰ ਵੀ ਦੇਣਗੇ, ਇਹਦੇ ਵਿੱਚ ਪ੍ਰੈਜ਼ੀਡੈਂਟ ਵੀ ਦੇਣਗੇ। ਸੋ ਤੁਸੀਂ ਸਟੇਟ ਲੈਜਿਸਲੇਚਰ ਯਾਦ ਰੱਖਣਾ, ਮੋਸਟ ਇੰਪੋਰਟੈਂਟ, ਮੈਂ ਬਾਰ-ਬਾਰ ਕਹਿ ਰਿਹਾ, ਕੁਐਸਚਨ ਬਣਦਾ ਵਾ, ਠੀਕ ਆ, ਪੇਪਰ ਦੇ ਵਿੱਚ। ਨੈਕਸਟ ਹਾਂਜੀ, ਫੰਕਸ਼ਨ ਕੀ ਨੇ ਚੀਫ ਮਿਨਿਸਟਰ ਦੇ? ਚੀਫ ਮਿਨਿਸਟਰ ਦੇ ਜੀ ਫੰਕਸ਼ਨ ਹੈਗੇ ਨੇ ਜੀ, ਚੀਫ ਮਿਨਿਸਟਰ ਆਪਾਂ ਪੜ੍ਹਿਆ ਕਿ ਮੰਤਰੀ ਮੰਡਲ ਦਾ ਮੁਖੀ ਹੁੰਦਾ, ਕੌਂਸਲ ਆਫ ਮਿਨਿਸਟਰ ਦਾ ਹੈੱਡ ਹੁੰਦਾ ਵਾ। ਪੇਪਰ 'ਚ ਕੁਐਸਚਨ ਆਊਗਾ ਤਾਂ ਇਹ ਤਾਂ ਵੈਸੇ ਹੀ ਈਜ਼ੀ ਬਣ ਰਿਹਾ ਵਾ, ਠੀਕ ਆ। ਸੋ ਜਿੱਦਾਂ ਪ੍ਰਾਈਮ ਮਿਨਿਸਟਰ ਹੈੱਡ ਹੁੰਦਾ ਵਾ ਸੈਂਟਰ ਦੇ ਵਿੱਚ ਕੌਂਸਲ ਆਫ ਮਿਨਿਸਟਰ ਦਾ, ਇਸੇ ਤਰ੍ਹਾਂ ਸੇਮ ਟੂ ਸੇਮ ਚੀਫ ਮਿਨਿਸਟਰ ਹੁੰਦਾ ਵਾ, ਕਿਉਂਕਿ ਚੀਫ ਮਿਨਿਸਟਰ ਦੇ ਫੰਕਸ਼ਨ ਵੀ ਆਲਮੋਸਟ ਸੇਮ ਆ ਜਿਹੜੇ ਪ੍ਰਾਈਮ ਮਿਨਿਸਟਰ ਦੇ ਸੈਂਟਰ ਦੇ ਵਿੱਚ ਆ, ਠੀਕ ਆ। ਸੋ ਇਸ ਤਰ੍ਹਾਂ ਤੁਸੀਂ ਰਿਲੇਟ ਕਰਕੇ ਪੜ੍ਹ ਸਕਦੇ ਹੋ ਸੋ ਇਸ ਤੋਂ ਬਾਅਦ ਨਾ ਮੈਂ ਜਦੋਂ ਆਪਣੀਆਂ ਇਹਦੀਆਂ 20-21 ਕਲਾਸਾਂ ਹੋ ਜਾਣਗੀਆਂ ਉਸ ਤੋਂ ਬਾਅਦ ਅਜੇ ਫਿਲਹਾਲ ਤੁਸੀਂ ਨਾ ਜ਼ਿਆਦਾ ਕਨਫਿਊਜ਼ ਹੋਵਾਂਗੇ, ਇਹਦੇ ਕਰਕੇ ਮੈਂ ਅਲੱਗ ਟੌਪਿਕ ਵਾਈਜ਼ ਕਰਵਾ ਰਿਹਾ ਮੈਂ। ਇਹਦੇ ਵਿੱਚ ਨਾ ਜਦੋਂ ਆਪਣੀਆਂ 20 ਕਲਾਸਾਂ ਕੰਪਲੀਟ ਹੋ ਜਾਣਗੀਆਂ, 30 ਕਲਾਸਾਂ ਕੰਪਲੀਟ ਹੋ ਜਾਣਗੀਆਂ ਆਪਣੀਆਂ ਜਿਹੜੀਆਂ ਪੋਲਿਟੀ ਦੀਆਂ, ਉਸ ਤੋਂ ਬਾਅਦ ਮੈਂ ਤੁਹਾਡੇ ਲਈ 1 ਜਾਂ 2 ਕਲਾਸਾਂ ਇੱਦਾਂ ਦੀਆਂ ਲੈ ਕੇ ਆਵਾਂਗੇ ਜਿਹਦੇ ਵਿੱਚ ਕਿ ਮਤਲਬ ਜਿੱਦਾਂ ਕਿ ਕੰਪੈਰੀਜ਼ਨ ਲੈ ਕੇ ਆਵਾਂਗੇ, ਜਿੱਦਾਂ ਕਿ ਆਪਾਂ ਚੀਫ ਮਿਨਿਸਟਰ ਮੁੱਖ ਮੰਤਰੀ ਦਾ ਹੋਗਾ CM ਦਾ PM ਦੇ ਨਾਲ ਕੰਪੈਰੀਜ਼ਨ ਲੈ ਕੇ ਆਵਾਂਗੇ, ਗਵਰਨਰ ਦਾ ਆਪਾਂ ਪ੍ਰੈਜ਼ੀਡੈਂਟ ਦੇ ਨਾਲ ਕੰਪੈਰੀਜ਼ਨ ਲੈ ਕੇ ਆਵਾਂਗੇ। ਸੋ ਉਹਦੇ ਵਿੱਚ ਤੁਹਾਡਾ ਬਾਅਦ ਵਿੱਚ, ਕਿਉਂਕਿ ਇੱਕ ਵਾਰ ਤੁਸੀਂ ਨਾ ਬੇਸਿਕ ਸਾਰਾ ਪੜ੍ਹਿਆ ਹੋਊਗਾ, ਫਿਰ ਤੁਹਾਡੇ ਲਈ ਕੰਪੈਰੀਜ਼ਨ ਕਰਨਾ ਵੀ ਬਹੁਤ ਸੌਖਾ ਰਹੇਗਾ। ਸੋ ਤੁਸੀਂ ਫਿਰ ਰਿਲੇਟ ਕਰਕੇ ਪੜ੍ਹ ਸਕਦੇ ਹੋ। ਵੈਸੇ ਮੈਂ ਇਸ ਤਰ੍ਹਾਂ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਰਿਹਾ ਰਿਲੇਟ ਕਰਕੇ, ਤਾਂ ਉਹਦੇ ਵਿੱਚ ਤੁਸੀਂ ਪੂਰਾ ਕਲੀਅਰ ਕੱਟ ਹੋ ਜਾਓਗੇ। ਹਾਂ, ਆਹ ਵਾਲੇ ਫੰਕਸ਼ਨ ਇਹਨਾਂ ਦੇ ਮਿਲਦੇ ਨੇ। ਸੋ ਇੱਕ ਚੀਜ਼ ਵੀ ਤੁਹਾਨੂੰ ਜ਼ਿਆਦਾ, ਦੂਜੀ ਤੁਹਾਨੂੰ ਨਾਲੇ ਨਾਲ ਯਾਦ ਹੋ ਜਾਣੀਆਂ, ਠੀਕ ਆ। ਸੋ ਕੁਛ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਵੱਖਰੀਆਂ ਨੇ, ਸੋ ਉਹ ਮੈਂ ਤੁਹਾਨੂੰ ਇਸੇ ਲਈ ਅਲੱਗ ਤੋਂ ਕਰਵਾ ਰਿਹਾ ਕਿ ਇਹ ਚੀਜ਼ ਅਲੱਗ ਤੋਂ ਤੁਸੀਂ ਥਿਊਰੀ ਪੜ੍ਹ ਲਓਗੇ, ਉਸ ਤੋਂ ਬਾਅਦ ਤੁਹਾਡਾ ਕੰਪੈਰੀਜ਼ਨ ਕਰਨਾ ਵੀ ਤਾਂ ਹੀ ਸੌਖਾ ਹੋਏਗਾ ਜੇ ਤੁਸੀਂ ਟੌਪਿਕ ਵਾਈਜ਼ ਇੱਕ ਵਾਰੀ ਪੜ੍ਹਿਆ ਹੋਇਆ, ਠੀਕ ਆ। ਸੋ ਇਹਨੇ ਤਰੀਕੇ ਨਾਲ ਪੜ੍ਹਨਾ ਵਾ ਆਪਾਂ। ਹਾਂਜੀ, ਮੰਤਰੀ ਮੰਡਲ ਦੀ ਪ੍ਰਧਾਨਗੀ, ਕੌਂਸਲ ਆਫ ਮਿਨਿਸਟਰ ਦੀ ਪ੍ਰਧਾਨਗੀ ਵੀ ਆਪਣਾ ਮੁੱਖ ਮੰਤਰੀ ਕਰੂਗਾ।
ਆਪਾਂ ਪੜ੍ਹ ਲਿਆ ਕਿ ਸੀਐਮ ਐਡਵਾਈਜ਼ ਕਰਦਾ ਵਾ ਗਵਰਨਰ ਨੂੰ ਜੇਕਰ ਉਹਨੇ ਅਪਾਇੰਟ ਕਰਨੇ ਆ ਅਦਰ ਮਿਨਿਸਟਰਸ, ਠੀਕ ਆ। ਜਿਹੜੇ ਬਾਕੀ ਦੇ ਮਿਨਿਸਟਰ ਆ ਸੀਐਮ ਐਡਵਾਈਜ਼ ਕਰੂਗਾ, ਵੈਸੇ ਗਵਰਨਰ ਅਪਾਇੰਟ ਗਵਰਨਰ ਕਰਦਾ ਵਾ, ਠੀਕ ਆ। ਸੀਐਮ ਜਸਟ ਉਹਨੂੰ ਐਡਵਾਈਜ਼ ਕਰੂਗਾ, ਠੀਕ ਆ। ਸੀਐਮ ਦੱਸੂਗਾ ਕਿ ਹਾਂ ਐਡਵਾਈਜ਼ ਕਰੂਗਾ ਕਿ ਇਹਨਾਂ ਨੂੰ ਕਰਨਾ ਚਾਹੀਦਾ ਵਾ ਅਪਾਇੰਟ। ਮੁੱਖ ਮੰਤਰੀ, ਸੋ ਆਪਾਂ ਪੜ੍ਹਿਆ ਹੀ ਗਏ ਇਹਦੇ ਵਿੱਚ ਜਿਹੜੀਆਂ ਰੀਅਲ ਪਾਵਰ ਹੋ ਗਈ, ਤਾਂ ਹੀ ਆਪਾਂ ਕਹਿੰਦੇ ਕਿ ਮੁੱਖ ਮੰਤਰੀ ਦੇ ਕੋਲੇ ਰੀਅਲ ਪਾਵਰ ਆ ਸਟੇਟ ਗਵਰਨਮੈਂਟ ਦੇ ਵਿੱਚ। ਮੁੱਖ ਮੰਤਰੀ ਵੱਖ-ਵੱਖ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਵੰਡ ਦਾ ਫੈਸਲਾ, ਸੋ ਪੋਰਟਫੋਲੀਓ ਜਿਹੜੇ ਡਿਸਾਈਡ ਕਰਦਾ ਵਾ ਇਹ ਵੀ ਆਪਣਾ ਮੁੱਖ ਮੰਤਰੀ ਚੀਫ ਮਿਨਿਸਟਰ ਕਰਦਾ ਵਾ, ਠੀਕ ਆ। ਸੋ ਇਹ ਵੀ ਕੋਈ ਬੜਾ ਜ਼ਿਆਦਾ ਔਖਾ ਨਹੀਂਗਾ। ਮੁੱਖ ਮੰਤਰੀ ਵਿਭਾਗਾਂ ਵਿੱਚ ਫੇਰ ਬਦਲ, ਮਤਲਬ ਜੇ ਉਹਨੇ ਰੀਸ਼ਫਲ ਵੀ ਕਰਨੇ ਆ ਨਾ, ਮਤਲਬ ਪੋਰਟਫੋਲੀਓ ਕਿ ਕਿਸੇ ਨੂੰ ਕੋਈ ਹੋਰ ਦੇਣਾ ਵਾ ਪੋਰਟਫੋਲੀਓ, ਮਤਲਬ ਐਜੂਕੇਸ਼ਨ ਮਿਨਿਸਟਰ ਨੂੰ ਕੋਈ ਹੋਰ ਬਣਾਉਣਾ, ਹੈਲਥ ਮਿਨਿਸਟਰ ਨੂੰ ਕੋਈ ਹੋਰ ਬਣਾਉਣਾ, ਉਹ ਵੀ ਆਪਣਾ ਮੁੱਖ ਮੰਤਰੀ ਕਰਦਾ, ਠੀਕ ਆ। ਸੀਐਮ ਹੀ ਕਰਦਾ ਵਾ। ਮੁੱਖ ਮੰਤਰੀ ਨੇ ਮੰਤਰੀ ਨੂੰ ਅਸਤੀਫਾ ਦੇਣ ਦੇ, ਮੰਨ ਲਓ ਸੀਐਮ ਨੇ ਕਹਿਤਾ ਕੋਈ ਮੰਨ ਲਓ ਮਿਨਿਸਟਰ ਉਹਨੇ ਰਿਮੂਵ ਕਰਨਾ ਵਾ ਜਾਂ ਉਹ ਕਰਨਾ, ਤਾਂ ਉਹ ਰਿਜ਼ਾਈਨ ਕਰਨ ਲਈ ਵੀ ਕਹਿ ਸਕਦਾ ਸੀਐਮ ਮਿਨਿਸਟਰ ਨੂੰ ਕਿ ਤੁਸੀਂ ਰਿਜ਼ਾਈਨ ਕਰੋ। ਮੁੱਖ ਮੰਤਰੀ, ਅਗਰ ਆਪਾਂ ਅੱਗੇ ਪੜ੍ਹੀਏ ਕਿ ਮੁੱਖ ਮੰਤਰੀ ਰਾਜਪਾਲ ਨੂੰ ਮੰਤਰੀ ਦਾ ਅਸਤੀਫਾ ਪ੍ਰਵਾਨ ਕਰਨ ਦੀ ਸਲਾਹ ਦਿੰਦਾ। ਹੁਣ ਜੀ ਸੀਐਮ ਉਸ ਤੋਂ ਬਾਅਦ ਜਦੋਂ ਮੰਨ ਲਓ ਮਿਨਿਸਟਰ ਚਲਿਆ ਗਿਆ ਰੈਜ਼ਿਗਨੇਸ਼ਨ ਲੈ ਕੇ ਗਵਰਨਰ ਕੋਲੇ, ਤਾਂ ਉਹਦੇ ਵਿੱਚ ਵੀ ਸੀਐਮ ਐਡਵਾਈਜ਼ ਕਰ ਸਕਦਾ ਵਾ ਆਪਣੇ ਗਵਰਨਰ ਨੂੰ ਕਿ ਹਾਂਜੀ ਤੁਸੀਂ ਇਹਦਾ ਆਪਣਾ ਅਸਤੀਫਾ ਮਨਜ਼ੂਰ ਕਰ ਲਓ। ਨੈਕਸਟ, ਹੁਣ ਜੀ ਮੁੱਖ ਮੰਤਰੀ ਰਾਜਪਾਲ ਨੂੰ ਕਿਸੇ ਮੰਤਰੀ ਨੂੰ ਅਸਤੀਫਾ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਬਰਖਾਸਤ ਕਰਨ ਦੀ ਗਵਰਨਰ ਨੂੰ ਸਲਾਹ ਦਿੰਦਾ ਵਾ। ਸਿੰਪਲ ਜੀ ਗੱਲ ਆ, ਠੀਕ ਆ। ਸੋ ਆਪਾਂ ਅਗਰ ਉਹਨੇ ਅਸਤੀਫਾ ਨਹੀਂ ਦਿੱਤਾ, ਮੁੱਖ ਮੰਤਰੀ ਨੇ ਕਿਸੇ ਨੂੰ ਕਹਿਤਾ ਕਿ ਹਾਂਜੀ ਤੁਸੀਂ ਰੈਜ਼ਿਗਨੇਸ਼ਨ ਦਿਓ, ਰੈਜ਼ਿਗਨੇਸ਼ਨ ਸਬਮਿਟ ਕਰੋ ਤੁਸੀਂ ਆਪਣੇ ਗਵਰਨਰ ਨੂੰ ਜਾ ਕੇ, ਤੇ ਉਹ ਰੈਜ਼ਿਗਨੇਸ਼ਨ ਨਹੀਂ ਦਿੰਦਾ ਜਿਹੜਾ ਮਿਨਿਸਟਰ ਆ, ਠੀਕ ਆ, ਤਾਂ ਜਿਹੜਾ ਮੁੱਖ ਮੰਤਰੀ ਆ ਨਾ ਉਹਨੂੰ ਡਿਸਮਿਸ ਕਰ, ਮਤਲਬ ਰੈਜ਼ਿਗਨੇਸ਼ਨ ਨਹੀਂ ਉਹ ਕਰਦਾ, ਤਾਂ ਉਹਨੂੰ ਡਿਸਮਿਸ ਕਰਨ ਲਈ, ਉਸ ਮਿਨਿਸਟਰ ਨੂੰ ਡਿਸਮਿਸ ਕਰਨ ਲਈ ਤਾਂ ਉਹ ਗਵਰਨਰ ਨੂੰ ਐਡਵਾਈਜ਼ ਕਰ ਸਕਦਾ ਵਾ, ਠੀਕ ਆ। ਐਡਵਾਈਜ਼ ਦਾ ਮਤਲਬ ਇਹਦਾ ਮਤਲਬ ਇਹੀ ਹੁੰਦਾ ਕਿ ਕਹਿ ਸਕਦਾ ਵਾ, ਠੀਕ ਆ। ਐਡਵਾਈਜ਼ ਦਾ ਮਤਲਬ ਇਹੀ ਇਹਦੇ ਵਿੱਚ ਜਾਣੀ ਕਿ ਪੋਲਿਟੀ ਦੇ ਵਿੱਚ ਮਤਲਬ ਇਹੀ ਹੁੰਦਾ ਵਾ ਜ਼ਿਆਦਾਤਰ ਬਣਦਾ। ਮੁੱਖ ਮੰਤਰੀ ਰਾਜਪਾਲ ਅਤੇ ਮੰਤਰੀ ਮੰਡਲ ਵਿਚਕਾਰ ਸੰਚਾਰ ਦਾ ਸਾਧਨ, ਆਪਾਂ ਪੜ੍ਹਿਆ ਨਾ ਕਿ ਮੁੱਖ ਮੰਤਰੀ ਸੰਚਾਰ ਦਾ ਸਾਧਨ ਤਾਂ ਇਦਾਂ ਹੀ ਹੋ ਗਿਆ ਨਾ ਜਿਵੇਂ ਗਵਰਨਰ ਹੋ ਗਿਆ, ਠੀਕ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਉੱਪਰ ਹੀ ਦੱਸਿਆ ਕਿ ਜਿਹੜੇ ਕਿ 1 ਮਿੰਟ ਦੇਣਾ ਜੀ, ਬਸ ਥੋੜਾ ਉੱਪਰ ਕਰ ਦਈਏ ਆਪਾਂ। ਹਾਂਜੀ, ਕੌਂਸਲ ਆਫ ਮਿਨਿਸਟਰ, ਮੈਂ ਤੁਹਾਨੂੰ ਦੱਸਿਆ ਕੌਂਸਲ ਆਫ ਮਿਨਿਸਟਰ ਜਿਹੜੀ ਵੀ ਆ, ਕੌਂਸਲ ਆਫ ਮਿਨਿਸਟਰ ਆਪਣੇ ਜਿਹੜਾ ਹੈੱਡ ਹੁੰਦਾ ਵਾ ਸੀਐਮ ਹੈੱਡ ਹੁੰਦਾ, ਠੀਕ ਆ। ਸੋ ਇਹਨੂੰ ਸਲਾਹ ਮਸ਼ਵਰਾ ਕਰਦੀ ਆ, ਠੀਕ ਆ। ਸਾਰਾ ਕੋਈ ਵੀ ਦਿੱਕਤ ਪਰੇਸ਼ਾਨੀ ਹੁੰਦੀ ਆ ਤਾਂ ਇਹਦੇ ਨਾਲ ਸਲਾਹ ਮਸ਼ਵਰਾ ਕਰਦੀ ਆ। ਤਾਂ ਜਿਹੜਾ ਸੀਐਮ ਉਸ ਤੋਂ ਬਾਅਦ ਆਪਣਾ ਗਵਰਨਰ ਨੂੰ ਜਿਹੜਾ ਸਾਰਾ ਕੁਝ ਸ਼ੋ ਕਰਦਾ ਵਾ, ਠੀਕ ਆ। ਸੋ ਇਹਦੇ ਲਈ ਸੰਚਾਰ ਦਾ ਸਾਧਨ ਕੌਣ ਆ ਗਿਆ? ਸੀਐਮ ਹੀ ਹੋ ਗਿਆ ਨਾ। ਸੰਚਾਰ ਦਾ ਕਮਿਊਨੀਕੇਸ਼ਨ ਬਿਟਵੀਨ ਗਵਰਨਰ ਐਂਡ ਦਾ ਕੌਂਸਲ ਆਫ ਮਿਨਿਸਟਰ ਚ, ਠੀਕ ਆ। ਸੋ ਸਿੰਪਲ ਹੋ ਗਿਆ ਇਹ ਕੋਈ ਬੜਾ ਜ਼ਿਆਦਾ ਔਖੀ ਹੋ ਚੀਜ਼ ਹੈ ਨਹੀਂ ਸੀ, ਠੀਕ ਆ। ਹੁਣ ਆਰਟੀਕਲ 167, ਇਹ ਵਾਲਾ ਕੁਐਸਚਨ ਪੇਪਰ 'ਚ ਬਹੁਤ ਵਾਰ ਰਿਪੀਟ ਹੁੰਦਾ। ਇਹ ਵਾਲਾ ਕੁਐਸਚਨ PSSB ਦੇ ਇੱਕ ਪੇਪਰ ਦੇ ਵਿੱਚ ਵੀ ਆ ਚੁੱਕਿਆ ਕਿ ਸੀਐਮ ਦੀਆਂ ਜਿਹੜੀਆਂ ਡਿਊਟੀਆਂ ਨੇ, ਚੀਫ ਮਿਨਿਸਟਰ ਦੀਆਂ ਡਿਊਟੀਜ਼ ਕਿਹੜੇ ਆਰਟੀਕਲ 'ਚ ਦਰਜ ਆ? 167 ਨੰਬਰ ਆਰਟੀਕਲ 'ਚ ਇਹ ਦਰਜ ਆ। ਹੁਣ ਜੇ ਮੁੱਖ ਮੰਤਰੀ ਦਾ ਇਹ ਫਰਜ਼ ਹੋਏਗਾ ਕਿ ਉਹ ਰਾਜ ਦੇ ਰਾਜਪਾਲ ਨੂੰ ਰਾਜ ਦੇ ਮਾਮਲਿਆਂ ਦੇ ਨਾਲ ਪ੍ਰਸ਼ਾਸਨ ਨਾਲ ਸੰਬੰਧਿਤ ਮੰਤਰੀ ਮੰਡਲ ਦੇ ਸਾਰੇ ਫੈਸਲਿਆਂ ਤੇ ਕਾਨੂੰਨ ਬਣਾਉਣ ਦੇ ਪ੍ਰਸਤਾਵਾਂ ਬਾਰੇ ਜਾਣਕਾਰੀ ਦੇਵੇ, ਠੀਕ ਆ। ਇੱਕ ਡਿਊਟੀ ਇਹਦੀ ਇਹ ਆ ਕਿ ਜਿਹੜੇ ਮਤਲਬ ਕੋਈ ਵੀ ਕਾਨੂੰਨ ਵਗੈਰਾ ਕਰ ਰਹੇ ਨੇ, ਠੀਕ ਆ, ਪ੍ਰਪੋਜ਼ਲ ਹੋ ਰਹੇ ਨੇ ਜੋ ਲੈਜਿਸਲੇਸ਼ਨ ਦੇ ਵਿੱਚ ਜਾਂ ਅਫੇਅਰਸ ਦੇ ਵਿੱਚ, ਠੀਕ ਆ, ਉਹਦੇ ਲਈ ਉਹ ਗਵਰਨਰ ਨੂੰ ਇਨਫੋਰਮ ਕਰੇ ਹਰੇਕ ਚੀਜ਼, ਠੀਕ ਆ। ਨੈਕਸਟ ਆ ਰਾਜਪਾਲ ਨੂੰ ਇਸ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੇ, ਮਤਲਬ ਕਿਹੜੀ ਜਾਣਕਾਰੀ ਉਹਨੂੰ ਦਿੰਦਾ? ਰਾਜ ਦੇ ਮਾਮਲਿਆਂ ਦਾ ਪ੍ਰਸ਼ਾਸਨ, ਠੀਕ ਆ, ਕਿਸੇ ਵੀ ਅਜਿਹੇ ਮਾਮਲੇ ਦੇ ਕਾਨੂੰਨ ਬਣਾਉਣ ਦੀ ਤਜਵੀਜ਼ ਕਰਦਾ ਹੈ ਜਿਸ ਤੇ ਮੰਤਰੀ ਦੁਆਰਾ ਲਿਆ ਗਿਆ ਫੈਸਲਾ ਹੋਵੇ ਪਰ ਕੌਂਸਲ ਦੁਆਰਾ ਵਿਚਾਰਿਆ, ਮਤਲਬ ਉਹਨੂੰ ਦੱਸਣਾ ਵਾ। ਇਹ ਸਬਜੈਕਟਿਵ ਪਾਰਟ ਹੋ ਗਿਆ, ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ। ਕਿ ਸਿੰਪਲ ਤੁਸੀਂ ਸਮਝ ਲਓ ਕਿ ਜਿਹੜਾ ਕੋਈ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਹੋਗੀ ਜਾਂ ਕੋਈ ਹੋਗੀ, ਉਹਦੇ ਲਈ ਉਹਨੂੰ ਆਪਣਾ ਗਵਰਨਰ ਨੂੰ ਦੱਸਣਾ ਪੈਣਾ ਵਾ, ਠੀਕ ਆ। ਇਨਫੋਰਮੇਸ਼ਨ ਸ਼ੇਅਰ ਕਰਨੀ ਪੈਣੀ ਆ ਉਹਨੂੰ। ਨੈਕਸਟ, ਹਾਂਜੀ, ਰਾਜਪਾਲ ਦੇ ਐਡਵੋਕੇਟ ਜਨਰਲ ਦੀ ਜਿਹੜੀ ਨਿਯੁਕਤੀ ਆ ਉਹ ਵੀ ਆਪਣੀ ਸਟੇਟ ਦੇ ਵਿੱਚ ਹੁੰਦੀ ਆ। ਗਵਰਨਰ ਹੀ ਅਪਾਇੰਟ ਕਰਦਾ। ਜਿਹੜਾ ਰਾਜਪਾਲ ਦਾ ਆਪਣਾ ਐਡਵੋਕੇਟ ਜਨਰਲ ਹੁੰਦਾ ਵਾ ਸਟੇਟ ਦਾ, ਉਹਨੂੰ ਗਵਰਨਰ ਅਪਾਇੰਟ ਕਰਦਾ। ਐਡਵਾਈਸ ਕਿਹਦੀ ਹੁੰਦੀ ਆ? ਚੀਫ ਮਿਨਿਸਟਰ ਦੀ, ਠੀਕ ਆ ਜੀ। ਸੋ ਇਹ ਚੀਜ਼ ਹੁੰਦੀ ਆ ਕਿ ਚੀਫ ਮਿਨਿਸਟਰ ਐਡਵਾਈਸ ਕਰਦਾ ਤੇ ਗਵਰਨਰ ਅਪਾਇੰਟ ਕਰਦਾ। ਕਿਉਂਕਿ ਉੱਪਰ ਆਪਾਂ ਪੜ੍ਹਿਆ ਸੀ ਨਾ ਜਦੋਂ ਗਵਰਨਰ ਦੀ ਕਲਾਸ ਕੀਤੀ ਸੀ ਕਿ ਜਿਹੜਾ ਗਵਰਨਰ ਅਪਾਇੰਟ ਕਰਦਾ, ਪਰ ਪੇਪਰ ਦੇ ਵਿੱਚ ਨਾ ਤੁਹਾਨੂੰ ਜੇਕਰ ਥੋੜ੍ਹਾ ਜਿਹਾ ਔਖਾ ਬਣਾਉਣਾ ਹੋਊਗਾ ਤਾਂ ਉਹ ਸਟੇਟਮੈਂਟ ਵਾਈਜ਼ ਦੇ ਵਿੱਚ ਐਡਵਾਈਜ਼ ਲਿਖਣਗੇ, ਠੀਕ ਆ। ਐਡਵਾਈਜ਼ ਲਿਖਣਗੇ ਕਿਹਦੀ ਐਡਵਾਈਜ਼ ਦੇ ਉੱਤੇ? ਇਹ ਵਾਲੇ ਬੰਦੇ ਨੂੰ ਇਹ ਐਡਵਾਈਜ਼ ਕਰਦਾ। ਵੈਸੇ ਨਾਰਮਲੀ ਇਹ ਕੁਐਸਚਨ ਪੁੱਛਣਗੇ ਕਿ ਸਟੇਟ ਦਾ ਜਿਹੜਾ ਐਡਵੋਕੇਟ ਜਨਰਲ ਆ ਉਹਨੂੰ ਕੌਣ ਅਪਾਇੰਟ ਕਰਦਾ, ਤਾਂ ਤੁਸੀਂ ਗਵਰਨਰ ਲਾਉਣਾ, ਠੀਕ ਆ। ਸੋ ਇਹਦੇ ਵਿੱਚ ਬਿਲਕੁਲ ਵੀ ਤੁਸੀਂ ਕਨਫਿਊਜ਼ ਨਹੀਂ ਹੋਣਾਗਾ, ਠੀਕ ਆ। ਨੈਕਸਟ ਕਰਦੇ ਹਾਂ ਆਪਾਂ ਜੀ SPSC ਸਟੇਟ ਪਬਲਿਕ ਸਰਵਿਸ ਕਮਿਸ਼ਨ ਹੋ ਗਿਆ, ਠੀਕ ਆ। ਜਿਹਦੇ ਚੇਅਰਮੈਨ ਤੇ ਮੈਂਬਰ ਮੁੱਖ ਮੰਤਰੀ ਦੀ ਸਲਾਹ ਤੇ ਰਾਜਪਾਲ ਦੁਆਰਾ ਨਿਯੁਕਤ ਕੀਤੇ ਜਾਂਦੇ ਆ। ਹੁਣ ਸਟੇਟ ਪਬਲਿਕ ਸਰਵਿਸ ਕਮਿਸ਼ਨ ਕਿਹੜਾ ਹੋ ਗਿਆ ਜੀ? ਆਪਾਂ PPSC ਹੋ ਗਿਆ ਨਾ ਆਪਣਾ। PPSC ਆਪਣਾ ਸਟੇਟ ਪਬਲਿਕ ਸਰਵਿਸ ਕਮਿਸ਼ਨ ਆ, ਆਪਾਂ ਪੜ੍ਹਿਆ ਸੀ ਨਾ। ਹੁਣ ਇਹਦੇ ਵਿੱਚ ਕਈ ਚੀਜ਼ਾਂ ਇੱਦਾਂ ਦੀਆਂ ਨੇ, ਦੇਖੋ ਤੁਸੀਂ ਰਿਲੇਟ ਕਰ ਸਕਦੇ ਹੋ। UPSC ਦੇ ਜਿਹੜੇ ਮੈਂਬਰ ਸੀਗੇ ਜਾਂ ਉਹਨਾਂ ਦਾ ਚੇਅਰਮੈਨ ਹੋ ਗਿਆ, ਉਹਨੂੰ ਕੌਣ ਕਰਦਾ ਸੀ? ਪ੍ਰੈਜ਼ੀਡੈਂਟ ਅਪਾਇੰਟ ਕਰਦਾ ਹੁੰਦਾ ਸੀ। ਕਿਹਦੀ ਆਪਣੀ ਸਿਫਾਰਿਸ਼ ਦੇ ਉੱਤੇ, ਮਤਲਬ ਕਿਹਦੀ ਆਪਣੀ ਉਹਦੇ ਸਲਾਹ ਦੇ ਉੱਤੇ ਕਰਦਾ ਸੀਗਾ? ਉਹ ਕਰਦਾ ਸੀਗਾ ਆਪਣਾ ਪ੍ਰਾਈਮ ਮਿਨਿਸਟਰ ਦੀ ਸਲਾਹ ਤੇ। ਸੇਮ ਟੂ ਸੇਮ ਇਹੀ ਚੀਜ਼ ਇੱਥੇ PPSC ਦੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਹੋ ਗਿਆ ਜਾਂ ਮੈਂਬਰ ਹੋ ਗਿਆ, ਇਹਦੀ ਜਿਹੜੀ ਨਿਯੁਕਤੀ ਕਰ ਰਿਹਾ ਵਾ ਗਵਰਨਰ ਕਰ ਰਿਹਾ ਵਾ, ਠੀਕ ਆ। ਗਵਰਨਰ ਕਰ ਕਿਉਂ ਰਿਹਾ ਵਾ? ਕਿਹਦੇ ਕਹਿਣ ਤੇ? CM ਦੀ ਐਡਵਾਈਸ ਤੇ, ਠੀਕ ਆ। ਬਸ ਸਿੰਪਲ ਉਹੀ ਆ, ਜਿਹੜੀ ਡਿਊਟੀ ਇੱਥੇ CM ਦੀ ਸੀ ਉੱਥੇ PM ਦੀ ਆ,
ਤੇ ਜਿਹੜੀ ਡਿਊਟੀ ਉੱਥੇ ਆਪਣੀ ਪ੍ਰੈਜ਼ੀਡੈਂਟ ਦੀ ਸੀਗੀ, ਇੱਥੇ ਗਵਰਨਰ ਦੀ ਆ। ਸੋ ਇਸ ਤਰ੍ਹਾਂ ਤੁਸੀਂ ਰਿਲੇਟ ਕਰ ਸਕਦੇ ਹੋ। ਸੋ ਇਸ ਲਈ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕਿ ਇੱਕ ਵਾਰੀ ਆਪਣੀ ਪ੍ਰਾਈਮ ਮਿਨਿਸਟਰ ਹੋ ਗਈ ਜਾਂ ਆਪਣੀ ਪ੍ਰੈਜ਼ੀਡੈਂਟ ਦੀ ਕਲਾਸ ਉਹ ਜ਼ਰੂਰ ਜਾ ਕੇ ਦੇਖੋ, ਠੀਕ ਹੈ ਜੀ। ਨੈਕਸਟ ਆ ਗਿਆ ਹੁਣ ਸਾਡਾ SFC, ਹੁਣ ਰਾਜ ਵਿੱਤ ਕਮਿਸ਼ਨ, ਸਟੇਟ ਫਾਈਨੈਂਸ ਕਮਿਸ਼ਨ ਹੋ ਗਿਆ, ਠੀਕ ਆ। ਸਟੇਟ ਫਾਈਨੈਂਸ ਕਮਿਸ਼ਨ ਦੇ ਵਿੱਚ ਚੇਅਰਮੈਨ ਜਾਂ ਮੈਂਬਰ ਹੋ ਗਏ, ਇਹਨੂੰ ਵੀ ਅਪਾਇੰਟ ਕਰਦਾ ਗਵਰਨਰ CM ਦੀ ਐਡਵਾਈਸ ਤੇ। ਰਾਜ ਦਾ ਚੋਣ ਕਮਿਸ਼ਨਰ, ਇਹ ਮੋਸਟ ਇੰਪੋਰਟੈਂਟ ਬਣਦਾ ਪੇਪਰ ਦੇ ਵਿੱਚ, ਤੁਸੀਂ ਇਹਦੇ ਵਿੱਚ ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ। ਜਿਹੜਾ ਸਟੇਟ ਦਾ ਚੋਣ ਕਮਿਸ਼ਨਰ ਹੁੰਦਾ, ਠੀਕ ਆ, ਉਹਦੀ ਜਿਹੜੀ ਨਿਯੁਕਤੀ ਮੁੱਖ ਮੰਤਰੀ ਦੀ ਸਲਾਹ ਤੇ ਉਹ ਵੀ ਰਾਜਪਾਲ ਹੀ ਕਰਦਾ। ਬਸ ਸਿੰਪਲ, ਤੁਸੀਂ ਇਹਦੇ ਵਿੱਚ ਕੋਈ ਵੀ ਬਿਲਕੁਲ ਵੀ ਕਨਫਿਊਜ਼ਨ ਵਾਲੀ ਗੱਲ ਨਹੀਂ ਗੀ, ਠੀਕ ਆ। ਸਟੇਟ ਇਲੈਕਸ਼ਨ ਕਮਿਸ਼ਨਰ ਦੀ ਗੱਲ ਹੋ ਰਹੀ ਆ, ਠੀਕ ਆ। ਸੋ ਯੂਨੀਅਨ ਵਾਲੀ ਗੱਲ ਨਹੀਂ ਹੋ ਰਹੀ ਹੈ। ਸੈਂਟਰਲ ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ ਦੀ ਗੱਲ ਨਹੀਂ ਹੋ ਰਹੀ, ਠੀਕ ਆ। ਸਟੇਟ ਇਲੈਕਸ਼ਨ ਕਮਿਸ਼ਨਰ ਦੀ ਗੱਲ ਹੋ ਰਹੀ ਹੈ, ਠੀਕ ਆ। ਗਵਰਨਰ ਔਨ ਦਾ ਐਡਵਾਈਸ ਆਫ ਦਾ CM। ਮੁੱਖ ਮੰਤਰੀ ਰਾਜਪਾਲ ਨੂੰ ਰਾਜ ਵਿਧਾਨ ਸਭਾ ਨੂੰ ਤਲਬ ਕਰਨਾ ਤੇ ਮੁਅੱਤਲ ਕਰਨ ਦੀ ਸਲਾਹ ਦਿੰਦਾ। ਸੋ ਇਹ ਇੰਪੋਰਟੈਂਟ ਬਣਦਾ ਵਾ, ਠੀਕ ਆ। ਮੰਨ ਲਓ ਉਹਨੇ ਸੰਮਨ ਕਰਨਾ ਜਾਂ ਪ੍ਰੋਰੋਕ ਕਰਨਾ ਵਾ ਸਟੇਟ ਲੈਜਿਸਲੇਚਰ ਨੂੰ, ਠੀਕ ਆ, ਤਾਂ ਇਹਦੇ ਲਈ ਵੀ ਮਤਲਬ CM ਆ ਜਿਹੜਾ CM ਐਡਵਾਈਸ ਕਰ ਸਕਦਾ ਗਵਰਨਰ ਨੂੰ, ਠੀਕ ਆ। ਸੋ ਮੁੱਖ ਮੰਤਰੀ ਰਾਜਪਾਲ ਨੂੰ ਵਿਧਾਨ ਸਭਾ ਨੂੰ ਭੰਗ ਕਰਨ ਦੀ ਵੀ ਸਲਾਹ ਦੇ ਸਕਦਾ। ਸੋ ਇਹਦਾ ਹੁਣੇ ਰੀਸੈਂਟਲੀ ਕੋਈ ਇੱਕ ਆਪਣੇ ਉਹਦੇ ਵਿੱਚ ਕਿੱਸਾ ਵੀ ਹੋਇਆ ਸੀ, ਠੀਕ ਆ। ਸੋ ਰੀਸੈਂਟਲੀ 2 ਸਾਲ ਪਹਿਲਾਂ ਦੀ ਗੱਲ ਆ, ਕਿਸੇ ਸਟੇਟ ਦੇ ਵਿੱਚ ਹੋਇਆ ਸੀ, ਮੈਨੂੰ ਯਾਦ ਨਹੀਂ ਆ ਰਿਹਾ। ਸੋ ਮੁੱਖ ਮੰਤਰੀ ਜਿਹੜਾ ਵਾ ਉਹ ਐਡਵਾਈਸ ਕਰ ਸਕਦਾ ਵਾ ਗਵਰਨਰ ਨੂੰ ਕਿ ਸਟੇਟ ਲੈਜਿਸਲੇਟਿਵ ਅਸੈਂਬਲੀਆਂ ਨੂੰ ਭੰਗ ਕੀਤਾ ਜਾਵੇ, ਠੀਕ ਆ। ਨੈਕਸਟ, ਹੁਣ ਜੀ ਮੁੱਖ ਮੰਤਰੀ ਆ ਜਿਹੜਾ ਰਾਜ ਯੋਜਨਾ ਬੋਰਡ ਦਾ ਇੱਕ ਸਾਬਕਾ ਚੇਅਰਮੈਨ ਹੁੰਦਾ ਵਾ, ਠੀਕ ਹੈ। ਐਕਸ ਅਫੀਸ਼ੀਓ ਚੇਅਰਮੈਨ ਹੁੰਦਾ ਸਟੇਟ ਪਲੈਨਿੰਗ ਬੋਰਡ ਦਾ। ਮੁੱਖ ਮੰਤਰੀ ਰੋਟੇਸ਼ਨ ਦੁਆਰਾ ਜ਼ੋਨਲ ਕਾਉਂਸਲ ਦਾ ਵੀ ਉਪ ਚੇਅਰਮੈਨ ਹੁੰਦਾ, ਠੀਕ ਆ। ਜ਼ੋਨਲ ਕਾਉਂਸਲ ਦਾ ਵੀ ਹੁੰਦਾ। ਨੈਕਸਟ ਆ ਗਿਆ, ਹੁਣ ਇਹ ਕੁਐਸਚਨ ਪੇਪਰ 'ਚ ਬਣਦਾ NDC ਹੋ ਗਿਆ, ਨੈਸ਼ਨਲ ਡਿਵੈਲਪਮੈਂਟ ਕਾਉਂਸਲ ਹੋ ਗਈ, ਉਹਦਾ ਵੀ ਮੈਂਬਰ ਹੁੰਦਾ ਵਾ, ਠੀਕ ਆ। ਸੋ NDC ਦਾ ਵਾ। ਸੋ ਕਈ ਵਾਰ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛ ਸਕਦੇ ਆ ਕਿ ਇਹਦਾ ਮੈਂਬਰ ਕੌਣ ਹੁੰਦਾ ਵਾ ਸਟੇਟ ਦੇ ਵਿੱਚ। ਸੋ ਉਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾਗਾ, ਠੀਕ ਆ। ਮੁੱਖ ਮੰਤਰੀ ਹੁੰਦਾ ਵਾ। ਸੋ ਇਹ 'ਚ ਹੁਣ ਗਵਰਨਰ ਨੂੰ ਬਾਹਰ ਕਰ ਦਿਓ, ਆਪਾਂ ਮੁੱਖ ਮੰਤਰੀ ਦੀ ਗੱਲ ਕਰ ਰਹੇ ਹਾਂ, ਠੀਕ ਆ। ਮੁੱਖ ਮੰਤਰੀ ਜਿਹੜਾ ISC ਆ, ਇੰਟਰ ਸਟੇਟ ਕਾਉਂਸਲ ਹੁੰਦੀ ਆ, ਠੀਕ ਆ। ਸੋ ਇਹਦਾ ਵੀ ਮੈਂਬਰ ਹੁੰਦਾ, ਮੈਂਬਰ ਦੀ ਗੱਲ ਹੋ ਰਹੀ ਆ, ਠੀਕ ਆ। ਮੁੱਖ ਮੰਤਰੀ NIC ਹੋ ਗਈ, ਨੈਸ਼ਨਲ ਇੰਟੀਗ੍ਰੇਸ਼ਨ ਕਾਉਂਸਲ ਹੋ ਗਈ, ਇਹਦਾ ਵੀ ਮੈਂਬਰ ਹੋ ਗਿਆ। ਉਹ ਰਾਜ ਸਰਕਾਰ ਦਾ ਮੁੱਖ ਮਤਲਬ ਚੀਫ ਸਪੋਕਸਮੈਨ ਹੁੰਦਾ ਵਾ ਉਹ ਸਟੇਟ ਗਵਰਨਮੈਂਟ ਦਾ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਊਗਾ। ਸੋ ਇਹ ਇੰਪੋਰਟੈਂਟ ਪੁਆਇੰਟ ਬਣਦੇ ਨੇ ਪਰ ਬਹੁਤ ਸੌਖੇ ਬਣਦੇ ਨੇ, ਇਹਦੇ ਵਿੱਚ ਤੁਸੀਂ ਕਨਫਿਊਜ਼ ਹੋਣਾ ਨਹੀਂ। ਕਨਫਿਊਜ਼ ਤੁਸੀਂ ਹੋਵੋਗੇ ਜਿੱਥੇ ਗਵਰਨਰ ਤੇ ਚੀਫ ਮਿਨਿਸਟਰ ਦੇ ਵਿੱਚ ਕੋਈ ਡਾਊਟ ਹੋਏਗਾ, ਉੱਥੇ ਹੋਏਗਾ। ਉਹ ਮੈਂ ਤੁਹਾਨੂੰ ਉੱਪਰ ਪੂਰਾ ਚੰਗੀ ਤਰ੍ਹਾਂ ਕਰਵਾਈ ਚੁੱਕਿਆ ਮੈਂ, ਠੀਕ ਆ। ਸੋ ਬਾਕੀ ਆਪਾਂ ਕੋਈ ਗੱਲ ਨਹੀਂ, ਆਪਾਂ ਇਹਦੀ MCQ ਕਰਾਂਗੇ, ਠੀਕ ਆ ਜੀ। MCQ ਇਹਦੀ ਆਪਾਂ ਬਹੁਤ ਚੰਗੀ ਤਰ੍ਹਾਂ ਕਰਾਂਗੇ। ਤੁਹਾਡਾ ਕੋਈ ਜੇਕਰ 1% 2% 10% ਜਿੰਨਾ ਵੀ ਡਾਊਟ ਬਚੇਗਾ ਉਹ ਤੁਹਾਡਾ ਉਹਦੇ ਵਿੱਚ ਕਲੀਅਰ ਹੋ ਜਾਏਗਾ, ਠੀਕ ਆ। ਸੋ ਉਹ ਐਮਰਜੈਂਸੀ ਦੌਰਾਨ ਮੰਨ ਲਓ ਕੋਈ ਐਮਰਜੈਂਸੀ ਪੈ ਗਈ, ਠੀਕ ਆ, ਰਾਜਨੀਤਿਕ ਪੱਧਰ ਤੇ, ਤਾਂ ਸੰਕਟ ਪ੍ਰਬੰਧਕ ਇਨ ਚੀਫ ਹੁੰਦਾ, ਠੀਕ ਆ। ਬਸ ਕ੍ਰਾਈਸਿਸ ਮੈਨੇਜਰ ਇਨ ਚੀਫ ਹੋ ਗਿਆ, ਮਤਲਬ ਪੋਲੀਟੀਕਲ ਲੈਵਲ ਦੇ ਉੱਤੇ ਮੰਨ ਲਓ ਕੋਈ ਐਮਰਜੈਂਸੀ ਆ ਗਈ। ਰਾਜ ਦੇ ਨੇਤਾ ਵਜੋਂ ਐਜ਼ ਏ ਲੀਡਰ ਵਜੋਂ ਮੰਨ ਲਓ ਕਿ ਉਹ ਲੋਕਾਂ ਨੂੰ ਮਿਲਦੇ ਨੇ, ਵੱਖ-ਵੱਖ ਵਰਗ ਦੇ ਕੋਈ ਵੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਮਿਲਦੀ ਹੈ, ਤਾਂ ਮੰਗ ਪੱਤਰ ਵੀ ਪ੍ਰਾਪਤ ਕਰਦੇ ਨੇ ਤੇ ਉਹਨਾਂ ਦੀ ਸਮੱਸਿਆਵਾਂ ਬਾਰੇ ਆਪਾਂ ਦੇਖਦੇ ਹਾਂ ਕਿ ਕੋਈ ਦਿੱਕਤ ਹੁੰਦੀ ਹੈ ਜਾਂ ਹੁੰਦੀ ਆ, ਆਪਾਂ ਕਹਿੰਦੇ ਆ ਵੀ ਚਲੋ ਬੱਚੇ ਕਹਿੰਦੇ ਨੇ ਜਾਂ ਕੋਈ ਵੀ ਵਰਗ ਹੋ ਗਿਆ ਆਪਣਾ ਕਿ ਮੁੱਖ ਮੰਤਰੀ ਨੂੰ ਮਿਲਿਆ ਜਾਵੇ, ਮੁੱਖ ਮੰਤਰੀ ਨੂੰ। ਸੋ ਇਹ ਉਹਦੇ ਮੁੱਖ ਮੰਤਰੀ ਦੀ ਡਿਊਟੀਜ਼ ਦੇ ਵਿੱਚ ਹੀ ਹੁੰਦਾ ਵਾ, ਠੀਕ ਆ। ਨੈਕਸਟ, ਉਹ ਸੇਵਾਵਾਂ ਦਾ ਸਿਆਸੀ ਮੁਖੀ ਹੁੰਦਾ, ਪੋਲੀਟੀਕਲ ਹੈਡ ਹੁੰਦਾ ਵਾ ਸਰਵਿਸਿਜ਼ ਦਾ, ਠੀਕ ਆ। ਇਸ ਤਰ੍ਹਾਂ ਇੱਕ ਮੁੱਖ ਮੰਤਰੀ ਰਾਜ ਦੇ ਪ੍ਰਸ਼ਾਸਨ ਵਿੱਚ ਬਹੁਤ ਮਹੱਤਵਪੂਰਨ ਅਤੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਵਾ, ਬਸ, ਠੀਕ ਆ। ਕਰੂਸ਼ਲ ਰੋਲ ਅਪਣਾਉਂਦਾ ਵਾ ਆਪਣਾ ਸਟੇਟ ਐਡਮਿਨਿਸਟ੍ਰੇਸ਼ਨ ਦੇ ਵਿੱਚ, ਸਿੰਪਲ। ਹੁਣ ਜੀ ਮੁੱਖ ਮੰਤਰੀ ਬਾਰੇ ਆਪਾਂ ਬਹੁਤ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ, ਠੀਕ ਆ, ਸਾਰਾ ਕੁਝ। ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇੱਕ ਆਨਸਰ ਦੇਣਾ ਵਾ, ਠੀਕ ਆ। ਵੈਸੇ ਆਪਾਂ ਕਰ ਲਾਂਗੇ ਕਮੈਂਟ ਬਾਕਸ ਦੇ ਵਿੱਚ, ਤੁਸੀਂ ਦੱਸਣਾ ਕਿ ਆਪਣੀਆਂ UTs ਦੇ ਵਿੱਚ, ਜਿਹੜੀਆਂ ਆਪਣੀਆਂ UTs ਨੇ, ਸਟੇਟਸ ਦੀ ਨਹੀਂ ਮੈਂ ਗੱਲ ਕਰ ਰਿਹਾ, UTs ਦੇ ਵਿੱਚ ਕਿੰਨੀਆਂ UTs ਦੇ ਚੀਫ ਮਿਨਿਸਟਰ ਨੇ, ਕਿੰਨੀਆਂ UTs ਦੇ ਚੀਫ ਮਿਨਿਸਟਰ ਨੇ। ਸੋ ਜਿਹੜੇ ਸਟੇਟ ਦੇ CM ਹੁੰਦੇ ਨੇ ਨਾ, ਉਹਨਾਂ ਕੋਲੇ ਪਾਵਰਸ ਜ਼ਿਆਦਾ ਹੁੰਦੀ ਆ। ਅਗਰ ਆਪਾਂ ਗੱਲ ਕਰੀਏ ਨਾ, ਜਿਹੜੇ ਸਟੇਟ ਦੇ ਹੁੰਦੇ ਨੇ ਉਹਨਾਂ ਕੋਲੇ ਪਾਵਰ ਜ਼ਿਆਦਾ ਹੁੰਦੀ ਹੈ, ਬਟ ਜਿਹੜੇ ਮਤਲਬ UT ਦੇ CM ਹੁੰਦੇ ਨੇ, ਯੂਨੀਅਨ ਟੈਰੀਟਰੀ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜਿਹੜੇ CM ਹੁੰਦੇ ਨੇ, ਠੀਕ ਆ, ਉਹਨਾਂ ਦੇ ਕੋਲੇ ਪਾਵਰ ਸਟੇਟ ਦੇ CM ਦੇ ਨਾਲੋਂ ਘੱਟ ਹੁੰਦੀ ਆ, ਠੀਕ ਆ। ਸੋ ਇਹ ਤੁਸੀਂ ਮੈਨੂੰ ਦੱਸਣਾ ਕਿ ਕਿੰਨੀ ਇਸ ਟਾਈਮ UT ਆ। ਸੋ ਪਹਿਲਾਂ ਇੱਕ ਕੁਐਸਚਨ ਤੁਸੀਂ ਮੈਨੂੰ ਇਹ ਦੱਸਣਾ ਕਿ ਇਸ ਟਾਈਮ ਦੇ ਆਪਣੇ ਕਿੰਨੀਆਂ ਸਟੇਟਸ ਨੇ ਤੇ ਕਿੰਨੀਆਂ UTs ਨੇ, ਠੀਕ ਆ। 2 ਨੰਬਰ ਤੇ ਤੁਸੀਂ ਮੈਨੂੰ ਦੱਸਣਾ ਕਿ ਕਿੰਨੀਆਂ UTs ਦਾ CM ਆ ਇਸ ਟਾਈਮ, ਠੀਕ ਆ। ਸੋ ਇਹ ਤੁਸੀਂ ਨਾਲ ਤੁਸੀਂ UTs ਦੇ ਨਾਮ ਵੀ ਦੱਸਣੇ, ਸੋ ਇਹ ਤੁਸੀਂ ਸਰਚ ਕਰਨਾ, ਮੈਂ ਨਹੀਂ ਤੁਹਾਨੂੰ ਦੱਸਾਂਗਾ, ਠੀਕ ਆ। ਨੈਕਸਟ ਆ ਗਿਆ ਰਾਜ ਮੰਤਰੀ ਮੰਡਲ। ਹੁਣ ਜੀ ਸਟੇਟ ਕੌਂਸਲ ਮਿਨਿਸਟਰ ਦੀ ਅਗਰ ਆਪਾਂ ਗੱਲ ਕਰੀਏ, ਸਟੇਟ ਕੌਂਸਲ ਮਿਨਿਸਟਰ ਆ ਗਏ, ਠੀਕ ਆ। ਹੁਣ ਮੰਤਰੀ ਮੰਡਲ ਦੀ ਆਪਾਂ ਗੱਲ ਕਰਾਂਗੇ, ਬਹੁਤ ਛੋਟਾ ਜਿਹਾ ਟੌਪਿਕ ਆ, ਬਸ ਖਤਮ ਹੋਣ ਵਾਲੀ ਆ। ਹੁਣ ਜੀ ਮੁੱਖ ਮੰਤਰੀ ਦੀ ਅਗਵਾਈ ਵਾਲੀ ਮੰਤਰੀ ਪਰਿਸ਼ਦ ਕਿਸੇ ਰਾਜ ਦੀ ਰਾਜਨੀਤਿਕ ਪ੍ਰਸ਼ਾਸਕੀ ਪ੍ਰਣਾਲੀ ਦਾ ਅਸਲ ਕਾਰਜਕਾਰੀ ਅਥਾਰਟੀ ਹੁੰਦੀ ਆ। ਆਪਾਂ ਪੜ੍ਹਿਆ ਹੋਇਆ ਕਿ ਜਿਹੜੀ ਅਸਲੀ ਕਾਰਜਕਾਰੀ ਹੈ ਐਗਜ਼ੀਕਿਊਟਿਵ ਅਥਾਰਟੀ ਤਾਂ ਆਪਣੀ ਪੋਲੀਟੀਕਲ ਐਡਮਿਨਿਸਟ੍ਰੇਟਿਵ ਦੀ ਮਤਲਬ ਇਹੀ ਹੁੰਦੀ ਆ, ਕੌਂਸਲ ਆਫ ਮਿਨਿਸਟਰਸ ਹੀ ਹੁੰਦਾ, ਜਿਹਦਾ ਹੈੱਡ ਹੁੰਦਾ ਵਾ ਚੀਫ ਮਿਨਿਸਟਰ, ਠੀਕ ਆ। ਹੁਣ ਜੀ 163 ਨੰਬਰ ਆਰਟੀਕਲ ਲਿਖਦਾ ਵਾ, ਕੀ ਲਿਖਦਾ ਵਾ ਕਿ ਕੌਂਸਲ ਆਫ ਮਿਨਿਸਟਰ ਇਜ਼ ਹੈਡਡ ਬਾਈ ਦਾ ਚੀਫ ਮਿਨਿਸਟਰ। ਜਿਹੜੀ ਕੌਂਸਲ ਆਫ ਮਿਨਿਸਟਰ ਹੋਗੀ, ਇਹਦਾ ਹੈੱਡ ਚੀਫ ਮਿਨਿਸਟਰ। ਇਹ ਏਡ ਤੇ ਐਡਵਾਈਸ ਮਤਲਬ ਸਹਾਇਤਾ ਤੇ ਸਲਾਹ ਦੇਣ ਲਈ ਮੰਤਰੀ ਆਪਣੇ ਰਾਜਪਾਲ ਨੂੰ ਉਸਦੇ ਕਾਰਜੋ ਦੀ ਵਰਤੋਂ ਲਈ, ਠੀਕ ਆ। ਸੋ ਸਿੰਪਲ ਇਹੀ ਆ। ਸੋ ਇਹਦੇ ਵਿੱਚ ਇਹੀ ਆਏਗਾ ਕੁਐਸਚਨ ਕਿ ਕਿੰਨੇ ਨੰਬਰ ਆਰਟੀਕਲ ਦੇ ਵਿੱਚ ਦਰਜ ਆ ਕਿ ਜਿਹੜੀ ਕੌਂਸਲ ਆਫ ਮਿਨਿਸਟਰ ਜਿਹੜੀ ਹੈਡਡ ਬਾਈ ਦਾ ਚੀਫ ਮਿਨਿਸਟਰ ਏਡ ਐਂਡ ਐਡਵਾਈਸ ਟੂ ਦਾ ਗਵਰਨਰ
ਇਨ ਦਾ ਐਕਸਰਸਾਈਜ਼ ਆਫ ਦੀ ਫੰਕਸ਼ਨ ਕਿੰਨੇ ਨੰਬਰ ਆਰਟੀਕਲ 'ਚ ਦਰਜ ਆ 163 ਨੰਬਰ, ਇਹਨੂੰ ਯਾਦ ਕਰ ਲੈਣਾ ਵਾ ਤੁਸੀਂ, ਠੀਕ ਆ। ਨੈਕਸਟ 164 ਨੰਬਰ ਆਰਟੀਕਲ ਕੀ ਕਹਿੰਦਾ, ਇਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੀ ਹੋਇਆ ਵਾ, ਠੀਕ ਆ। ਸੋ ਇਹਦੇ ਵਿੱਚ ਅਪਾਇੰਟਮੈਂਟਸ ਵਗੈਰਾ ਆਪਾਂ ਕੀਤੀਆਂ ਹੋਈਆਂ ਨੇ ਕਿ ਜਿਹੜੀ ਕੌਂਸਲ ਆਫ ਮਿਨਿਸਟਰਸ ਹੋ ਗਏ ਕਲੈਕਟਿਵਲੀ ਸਮੂਹਿਕ ਤੌਰ ਦੇ ਉੱਤੇ, ਜਿਵੇਂ ਸਾਰੇ ਮਿਨਿਸਟਰਸ ਵਿਦ ਆਪਣਾ ਚੀਫ ਮਿਨਿਸਟਰ ਹੋ ਗਿਆ, ਠੀਕ ਆ। ਸੋ ਇਹ ਰਿਸਪੌਂਸਿਬਲ ਹੁੰਦੇ ਨੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ, ਠੀਕ ਆ। ਰਾਜ ਵਿਧਾਨ ਸਭਾ ਲਈ ਜ਼ਿੰਮੇਵਾਰ ਹੁੰਦੇ ਆ, ਕੋਈ ਵੀ ਡਿਸੀਜਨ ਹੁੰਦਾ ਵਾ, ਕੋਈ ਵੀ ਉਹ ਹੁੰਦਾ, ਉਹਦੇ ਜ਼ਿੰਮੇਵਾਰ ਇਹੀ ਹੋਣਗੇ, ਠੀਕ ਆ। ਮਤਲਬ ਕੋਈ ਵੀ ਅਸੰਵਿਧਾਨਕ ਚੀਜ਼ ਹੁੰਦੀ ਹੈ ਜਾਂ ਕੋਈ ਵੀ ਡਿਸੀਜਨ ਮੇਕਿੰਗ ਦੇ ਵਿੱਚ ਹੋ ਗਿਆ, ਸੋ ਇਹ ਹੋਣਗੇ ਕਲੈਕਟਿਵਲੀ, ਠੀਕ ਆ। ਜੇਕਰ ਇਹਨਾਂ ਨੂੰ ਆਪਾਂ ਇੰਡੀਵਿਜੂਅਲੀ ਗੱਲ ਕਰੀਏ, ਇੰਡੀਵਿਜੂਅਲੀ ਇਕੱਲੇ ਨੂੰ, ਤਾਂ ਇਹ ਗਵਰਨਰ ਲਈ ਹੋਣਗੇ, ਠੀਕ ਆ। ਇੰਡੀਵਿਜੂਅਲੀ ਇਕੱਲੇ ਲਈ ਇਹ ਗਵਰਨਰ ਲਈ, ਸੋ ਮੈਂ ਉੱਪਰ ਤੁਹਾਨੂੰ ਕਰਵਾਇਆ ਹੋਇਆ ਕਿ ਗਵਰਨਰ ਨੂੰ ਰਿਸਪੌਂਸੀਬਲ ਹੋਣਗੇ, ਠੀਕ ਆ। ਨੈਕਸਟ ਹੁਣ ਜੀ ਅਪਾਇੰਟਮੈਂਟ ਆ ਗਈ ਆਪਣੀ ਇਹਦੀ। ਅਪਾਇੰਟਮੈਂਟਸ ਦੇ ਵਿੱਚ ਉਹ ਕਹਿੰਦਾ ਜੀ ਮੰਤਰੀਆਂ ਦੀ ਨਿਯੁਕਤੀ ਮੁੱਖ ਮੰਤਰੀ ਦੀ ਸਲਾਹ ਤੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ। ਮੈਂ ਤੁਹਾਨੂੰ ਉੱਪਰ ਕੀਤਾ ਹੋਇਆ ਵਾ, ਕਰਵਾਇਆ ਹੋਇਆ ਬਹੁਤ ਚੰਗੀ ਤਰ੍ਹਾਂ। ਜਿਹੜਾ ਗਵਰਨਰ ਹੁੰਦਾ, ਗਵਰਨਰ ਆਪਣਾ ਅਪਾਇੰਟ ਕਰਦਾ ਇਹਨਾਂ ਮਿਨਿਸਟਰਾਂ ਨੂੰ। ਐਡਵਾਈਸ ਕਿਹਦੀ ਹੁੰਦੀ ਆ, ਚੀਫ ਮਿਨਿਸਟਰ ਦੀ। ਮਤਲਬ ਰੀਅਲ ਹੈਡ ਆਪਣਾ ਚੀਫ ਮਿਨਿਸਟਰ ਹੋ ਗਿਆ ਇਸ ਹਿਸਾਬ ਨਾਲ। ਦ ਪਰਸਨ ਟੂ ਬੀ ਅਪਾਇੰਟਡ ਐਜ਼ ਦਾ ਮਿਨਿਸਟਰ ਮਸਟ ਬੀ ਈਦਰ ਹਾਊਸ ਆਫ ਦਾ ਹਾਊਸ, ਠੀਕ ਆ। ਚਾਹੇ ਉਹ ਨੋਮੀਨੇਟਡ ਆ, ਚਾਹੇ ਉਹ ਇਲੈਕਟਡ ਆ, ਈਦਰ ਹਾਊਸ ਦਾ ਉਹ ਮੈਂਬਰ ਹੋਣਾ ਚਾਹੀਦਾ। ਸਟੇਟ ਲੈਜਿਸਲੇਚਰ 'ਚ ਉਹਨੂੰ ਹੀ ਮਿਨਿਸਟਰ ਬਣਾਇਆ ਜਾ ਸਕਦਾ ਵਾ। ਨੈਕਸਟ ਆਪਾਂ ਆਪਣਾ ਮੰਨ ਲਓ, ਠੀਕ ਆ। ਮਤਲਬ ਇਹ ਤਾਂ ਹੋ ਗਈ ਆਪਣੀ ਬੇਸਿਕ ਚੀਜ਼, ਠੀਕ ਆ। ਹੁਣ ਮੰਨ ਲਓ ਉਹ ਮੈਂਬਰ ਨਹੀਂਗਾ ਈਦਰ ਹਾਊਸ ਦੇ ਵਿੱਚ, ਠੀਕ ਆ, ਸਟੇਟ ਲੈਜਿਸਲੇਚਰ 'ਚ, ਉਹਨੂੰ ਵੀ ਅਪਾਇੰਟ ਕੀਤਾ ਜਾ ਸਕਦਾ ਮਿਨਿਸਟਰ, ਬਟ ਉਹਨੂੰ ਬਿਕਮ ਮੈਂਬਰ ਬਣਨਾ ਪੈਣਾ ਈਦਰ ਹਾਊਸ ਦਾ ਵਿਦ ਇਨ ਦਾ 6 ਮੰਥ ਦੀ ਪੀਰੀਅਡ। ਸੋ ਇਹ ਗਵਰਨਰ ਤੈਅ ਕਰਦਾ ਹੁੰਦਾ ਵਾ ਬਾਅਦ ਚੋਂ, ਠੀਕ ਆ। ਸੋ ਜੇਕਰ ਉਹ 6 ਮਹੀਨਿਆਂ ਦੇ ਅੰਦਰ ਆਪਣਾ ਉਹ ਕਰੂਗਾ ਤਾਂ ਉਹਨੂੰ ਕਿਸੇ ਵੀ ਸੰਦਰਭ ਦਾ ਮੈਂਬਰ ਬਣੂਗਾ, ਠੀਕ ਆ ਜੀ। ਨੈਕਸਟ ਹਾਂਜੀ ਓਥ, ਸਹੁੰ ਲਈ ਵੀ ਆਪਾਂ ਸੇਮ ਟੂ ਸੇਮ ਉਹੀ ਹੈ ਕਿ ਮੰਤਰੀ ਮੰਡਲ ਦੇ ਮੰਤਰੀਆਂ ਦੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਗਵਰਨਰ ਦੁਆਰਾ ਚੁਕਾਈ ਜਾਂਦੀ। ਇਹ ਵੀ ਸੇਮ ਟੂ ਸੇਮ ਉਹੀ ਹੋ ਗਿਆ। ਸੋ ਤੁਹਾਨੂੰ ਕਨਫਿਊਜ਼ਨ ਵਾਲੀ ਕੋਈ ਗੱਲ ਹੀ ਨਹੀਂ ਰਹੇਗੀ, ਠੀਕ ਆ। ਸੈਲਰੀ ਸੇਮ ਟੂ ਸੇਮ ਆਪਾਂ ਕਰਿਆ ਵਾ ਨਾ ਕਿ ਸਟੇਟ ਲੈਜਿਸਲੇਚਰ ਐਂਡ ਅਦਰ ਅਲਾਉੈਂਸ ਵਾਲਾ ਉਹ ਸਟੇਟ ਲੈਜਿਸਲੇਚਰ ਹੀ ਕਰਦੀ ਆ, ਠੀਕ ਆ। ਰਾਜ ਵਿਧਾਨ ਸਭਾਵਾਂ ਦੇ ਵਿੱਚ ਹੀ ਆਪਣਾ ਸਟੇਟ ਲੈਜਿਸਲੇਚਰ ਦੇ ਵਿੱਚ ਹੀ ਇਹਨਾਂ ਦੀ ਸੈਲਰੀ ਵਗੈਰਾ ਨਿਰਧਾਰਿਤ ਕੀਤੀ ਜਾਂਦੀ ਆ, ਠੀਕ ਆ। ਅਸਤੀਫਾ ਦੱਸੋ ਜੀ ਕੌਣ ਦਿੰਦਾ? ਇੱਕ ਮੰਤਰੀ ਰਾਜਪਾਲ ਨੂੰ ਅਸਤੀਫਾ ਸੌਂਪਦਾ ਵਾ। ਸੇਮ ਟੂ ਸੇਮ ਉਹੀ ਜਿੱਦਾਂ ਕਿ, ਕਿਉਂਕਿ ਮੰਤਰੀ ਮੰਡਲ ਦੀ ਗੱਲ ਹੀ ਹੋ ਰਹੀ ਆ, ਆਪਾਂ ਉੱਪਰ CM ਪੜ੍ਹਿਆ ਵਾ ਨਾ, ਚੀਫ ਮਿਨਿਸਟਰ ਉਹਦਾ ਹੈੱਡ ਆ, ਕਿਉਂਕਿ ਉਹ ਵੀ ਹਿੱਸਾ ਹੀ ਹੋ ਗਿਆ ਨਾ ਮੰਤਰੀ ਮੰਡਲ ਦਾ। ਉਹ ਹੈੱਡ ਹੋ ਗਿਆ ਤਾਂ ਉਹ ਵੀ ਆਪਣਾ ਰੈਜ਼ਿਗਨੇਸ਼ਨ ਇਹਨੂੰ ਗਵਰਨਰ ਨੂੰ ਦੇ ਰਹੇ ਆ, ਇਹ ਵੀ ਦੇ ਰਹੇ ਆ। ਸੋ ਇਹਦਾ ਗਵਰਨਰ ਦਾ ਰੋਲ ਹੀ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਗਵਰਨਰ ਹੀ ਜ਼ਿਆਦਾਤਰ ਆਏਗਾ, ਠੀਕ ਆ। ਸੋ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਤੇ ਹੀ ਅਸਤੀਫਾ ਸਵੀਕਾਰ ਕਰਦਾ ਵਾ। ਸਿੰਪਲ ਮਤਲਬ ਮੁੱਖ ਮੰਤਰੀ ਸਲਾਹ ਦਊਗਾ ਫਿਰ ਅਸਤੀਫਾ ਸਵੀਕਾਰ ਕਰੂਗਾ। ਮੈਂ ਉੱਪਰ ਤੁਹਾਨੂੰ ਪੜ੍ਹਾਇਆ ਹੋਇਆ ਵਾ, ਠੀਕ ਆ, ਬਹੁਤ ਚੰਗੀ ਤਰ੍ਹਾਂ। ਹਟਾਉਣਾ, ਮੁੱਖ ਮੰਤਰੀ ਦੀ ਸਲਾਹ ਤੇ ਰਾਜਪਾਲ ਦੁਆਰਾ ਇੱਕ ਮੰਤਰੀ ਨੂੰ ਹਟਾਇਆ ਜਾ ਸਕਦਾ ਵਾ, ਆਪਾਂ ਕੀਤਾ ਹੋਇਆ ਵਾ, ਠੀਕ ਆ। ਸਟਰੈਂਥ ਦੱਸੋ ਜੀ। ਹੁਣ ਇਹਦੇ ਵਿੱਚ ਉਹ ਕਹਿੰਦੇ ਆ ਜੀ ਸਟਰੈਂਥ ਇਹਦੇ ਵਿੱਚ ਕੀ ਆ, ਕਹਿੰਦੇ ਜਿਹੜਾ ਟੋਟਲ ਮੈਂਬਰ ਹੁੰਦਾ ਮੁੱਖ ਮੰਤਰੀ ਸਮੇਤ ਜਿਹੜੇ ਮੰਤਰੀਆਂ ਦੀ ਕੁੱਲ ਗਿਣਤੀ ਆ ਰਾਜ ਵਿਧਾਨ ਸਭਾ ਦੀ ਗਿਣਤੀ ਦਾ 15% ਤੋਂ ਵੱਧ ਨਹੀਂ ਹੋਣੀ ਚਾਹੀਦੀ। ਬਸ ਸਿੰਪਲ ਉਹੀ ਗੱਲ ਆ ਕਿ ਮਿਨੀਮਮ ਮਤਲਬ ਮੈਕਸੀਮਮ 15%, ਜਿੰਨੀ ਵੀ ਮੰਨ ਲਓ ਉਹਦੀ ਆਪਣੀ ਸ਼ੁੱਡ ਬੀ ਨਾਟ ਵੀ ਐਕਸੀਡਡ ਦਾ 15% ਆਫ ਦਾ ਸਟਰੈਂਥ ਆਫ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ, ਠੀਕ ਆ। ਰਾਜ ਵਿਧਾਨ ਸਭਾ ਦੀ ਕਿੰਨੀ ਵੀ ਆ, ਅਗਰ ਆਪਾਂ ਗੱਲ ਕਰੀਏ 100 ਨੇ ਤਾਂ 100 ਦਾ 15% ਉਹ ਕਹਿਣਗੇ ਕਿ ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਬਸ ਸਿੰਪਲ ਜੀ ਗੱਲ ਆ, ਠੀਕ ਆ। ਸੋ ਘੱਟ ਤੋਂ ਘੱਟ 12 ਤੋਂ ਘੱਟ ਨਹੀਂ ਹੋਣੀ ਚਾਹੀਦੀ, ਸਿੰਪਲ ਬਸ ਇਹ ਹੋ ਗਈ। ਮਤਲਬ ਮੈਕਸੀਮਮ 15%, ਮਿਨੀਮਮ ਲੈਸ ਦੈਨ 12। ਸੋ ਇਹ ਪਾਬੰਦੀ ਕਦੋਂ ਲਾਈ ਗਈ ਸੀ? ਇਹ ਪਾਬੰਦੀ ਲੱਗੀ ਸੀ 2003 'ਚ ਨਾ 91ਵਾਂ ਅਮੈਂਡਮੈਂਟ ਐਕਟ ਹੋਇਆ ਸੀ। ਇਹ ਵੀ ਤੁਸੀਂ ਜ਼ਰੂਰ ਯਾਦ ਕਰਿਓ, ਠੀਕ ਆ। 91ਵਾਂ ਅਮੈਂਡਮੈਂਟ ਐਕਟ ਹੋਇਆ ਸੀਗਾ, ਜਿਹਦੇ ਤਹਿਤ ਜਿਹੜੇ 164 ਨੰਬਰ ਆਰਟੀਕਲ 'ਚ ਇਹ ਚੀਜ਼ ਦਰਜ ਆ ਨਾ, ਸੋ ਉਹਨੂੰ 164(1)A ਨਾਮ ਪੈ ਗਿਆ ਸੀ। ਫਿਰ ਉਹਦੇ ਵਿੱਚ ਇਹ ਚੀਜ਼ ਦਰਜ ਆ, ਠੀਕ ਆ। 164(1)A ਦੇ ਵਿੱਚ ਇਹ ਚੀਜ਼ ਦਰਜ ਆ। ਹੁਣ ਇਹੀ ਸੇਮ ਅਮੈਂਡਮੈਂਟ ਆਪਾਂ ਪੜ੍ਹੀ ਸੀ ਨਾ ਆਰਟੀਕਲ 75 ਦੇ ਵਿੱਚ ਹੋਈ ਸੀ। ਮੈਂ ਤੁਹਾਨੂੰ ਉੱਪਰ ਜਦੋਂ ਪ੍ਰੈਜ਼ੀਡੈਂਟ ਟੌਪਿਕ ਕਰਵਾਇਆ, ਸਟੇਟ ਦਾ ਜਦੋਂ ਸੈਂਟਰ ਦਾ ਜਦੋਂ ਆਪਾਂ ਯੂਨੀਅਨ ਦੇ ਵਿੱਚ ਕੀਤਾ ਸੀ, ਠੀਕ ਆ, ਉਹਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ ਪ੍ਰਾਈਮ ਮਿਨਿਸਟਰ ਟੌਪਿਕ 'ਤੇ, ਕਿ ਜਿਹੜਾ ਆਰਟੀਕਲ 75 ਨੂੰ ਵੀ ਅਮੈਂਡ ਕੀਤਾ ਸੀ ਨਾ, ਕਿ ਰਿਸਟ੍ਰਿਕਟ ਕੀਤੀ ਸੀ ਸਟਰੈਂਥ ਉਹਨਾਂ ਨੇ ਕੌਂਸਲ ਆਫ ਮਿਨਿਸਟਰ ਦੀ ਸੈਂਟਰ ਲੈਵਲ ਤੇ, ਠੀਕ ਆ, ਲੋਕ ਸਭਾ ਦੀ। ਸੋ ਇੱਥੇ ਆਪਾਂ ਰਾਜ ਵਿਧਾਨ ਸਭਾ ਦੀ ਗੱਲ ਹੋ ਰਹੀ ਹੈ ਨਾ, ਆ ਦੇਖੋ ਨਾ, ਰਾਜ ਵਿਧਾਨ ਸਭਾ ਦੀ ਆਪਾਂ ਗੱਲ ਕੀਤੀ ਆ ਉੱਪਰ, ਸਟੇਟ ਲੈਜਿਸਲੇਟਿਵ ਅਸੈਂਬਲੀ, ਰਾਜ ਵਿਧਾਨ ਸਭਾਵਾਂ ਦੀ ਗਿਣਤੀ 15% ਤੋਂ ਅੱਡ ਨਹੀਂ ਹੋਣੀ ਚਾਹੀਦੀ। ਇਸੇ ਅਮੈਂਡਮੈਂਟ ਦੇ ਤਹਿਤ ਹੀ ਆਪਣਾ ਸੈਂਟਰ ਦੇ ਵਿੱਚ ਆਰਟੀਕਲ 75 ਨੂੰ ਅਮੈਂਡ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਜਿਹੜੇ ਕੌਂਸਲ ਆਫ ਮਿਨਿਸਟਰਸ ਹੋ ਗਏ ਸੈਂਟਰ ਦੇ, ਠੀਕ ਆ, ਸੈਂਟਰ ਦੇ ਵਿੱਚ ਉਹਦੀ ਜਿਹੜੀ ਲੋਕ ਸਭਾ ਦੇ ਵਿੱਚ ਦੀ ਜਿਹੜੀ ਮਤਲਬ ਜਿੰਨੀ ਵੀ ਸਟਰੈਂਥ ਆ ਉਹਦੇ 15% ਤੋਂ ਵੱਧ ਨਹੀਂ ਹੋਣੀ ਚਾਹੀਦੀ। ਬਸ ਸਿੰਪਲ ਇਹ। ਕੇਂਦਰ ਦੀ ਤਰ੍ਹਾਂ ਰਾਜਾਂ ਵਿੱਚ ਵੀ ਮੰਤਰੀ ਮੰਡਲ ਨੂੰ 3 ਸ਼੍ਰੇਣੀਆਂ 'ਚ ਵੰਡਿਆ ਜਾਂਦਾ ਵਾ, ਠੀਕ ਆ, ਸਿੰਪਲ 3 ਕੈਟਾਗਰੀਆਂ ਜਿਹਦੇ ਵਿੱਚ ਵੰਡਿਆ ਜਾਂਦਾ ਇਹਨੂੰ। ਸੋ ਇਹਦੇ ਵਿੱਚ ਵੀ ਆਪਾਂ ਪੜ੍ਹਿਆ ਸੀ ਕੈਬਨਿਟ ਮਿਨਿਸਟਰ ਹੁੰਦੇ ਆ, ਮਿਨਿਸਟਰੀ ਆਫ ਸਟੇਟ ਹੁੰਦੇ ਆ, ਡੈਪੂਟੀ ਮਿਨਿਸਟਰ ਹੋ ਗਏ, ਠੀਕ ਆ। ਸਿੰਪਲ ਆਪਾਂ ਇਹ ਵਾਲਾ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਵਾ, ਠੀਕ ਆ। ਨੈਕਸਟ ਸੈਂਟਰ ਦੇ ਵਿੱਚ ਹੁਣ ਕੈਬਨਿਟ ਕੀ ਹੁੰਦਾ? ਕੈਬਨਿਟ ਅਗਰ ਆਪਾਂ ਕਰਾਂਗੇ ਇੱਕ ਸਮਾਲਰ ਬੋਡੀ ਹੁੰਦੀ ਆ, ਵੈਸੇ ਛੋਟੀ ਜਿਹੀ ਸੰਸਥਾ ਹੁੰਦੀ ਆ ਜਿਹਨੂੰ ਕੈਬਨਿਟ ਕਹਿੰਦੇ ਨੇ। ਮੰਤਰੀ ਮੰਡਲ ਦਾ ਨਿਊਕਲੀਅਸ ਹੁੰਦੀ ਆ ਜਿਹਦੇ ਵਿੱਚ ਸਿਰਫ ਕੈਬਨਿਟ ਮੰਤਰੀ ਹੀ ਸ਼ਾਮਲ ਹੁੰਦੇ ਨੇ। ਇਹ ਰਾਜ ਸਰਕਾਰ ਵਿੱਚ ਅਧਿਕਾਰ ਦਾ ਅਸਲ ਕੇਂਦਰ ਹੈ। ਮਤਲਬ ਇਹ ਸੁਪਰੀਮ ਅਥਾਰਟੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਹਾਈਐਸਟ ਡਿਸੀਜਨ ਮੇਕਿੰਗ। ਇਹ ਜਿਹੜੀ ਅਥਾਰਟੀ ਹੋ ਗਈ, ਜਿਹੜੀ ਕੈਬਨਿਟ ਦੀ ਗੱਲ ਕਰ ਰਹੇ ਹਾਂ ਨਾ ਆਪਾਂ, ਹਾਈਐਸਟ ਡਿਸੀਜਨ ਮੇਕਿੰਗ ਹੋ ਗਈ ਜਿਹੜੀ, ਮਤਲਬ ਕਿ ਉਹਦੇ ਵਿੱਚ ਹੁਣ ਇਹਦੇ ਵਿੱਚ ਮਿਨਿਸਟਰਸ ਕਿਹੜੇ ਹੁੰਦੇ ਨੇ ਆਪਾਂ ਪੜ੍ਹਦੇ ਹਾਂ। ਹੋਮ ਮਿਨਿਸਟਰ ਹੋ ਗਿਆ,
ठीक है। होम मिनिस्टर हो गया, एजुकेशन मिनिस्टर हो गया, एग्रीकल्चर मिनिस्टर हो गया, ये सारे मिनिस्टर ਜਿਹੜੇ ਹੁੰਦੇ ਆ, ਜਿਹੜੇ ਰੈਵਨਿਊ ਮਿनिस्टर ਹੋ ਗਿਆ, ਇਹ ਬਹਿ ਕੇ ਇੱਥੇ ਕੈਬਨਿਟ ਦੇ ਵਿੱਚ ਜਿਹੜੇ ਸਾਰੀ ਡਿਸੀਜਨ ਮੇਕਿੰਗ ਕਰਦੇ ਨੇ, ਠੀਕ ਆ, ਜਿਹੜੇ ਮਤਲਬ ਬਣਾਏ ਜਾਂਦੇ ਨੇ, ਠੀਕ ਆ, ਆਪਣੇ ਕਾਨੂੰਨ। ਸੋ ਸਾਰੇ ਡਿਸੀਜਨ ਮੇਕਿੰਗ ਇਹੀ ਕਰਦੇ ਨੇ, ਠੀਕ ਆ। ਸੋ ਉਸ ਤੋਂ ਥੱਲੇ ਆ ਜਾਂਦੇ ਨੇ ਆਪਾਂ, ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾਗਾ, ਫਿਰ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ। ਉਸ ਤੋਂ ਥੱਲੇ ਆ ਜਾਂਦੇ ਮਿਨਿਸਟਰੀ ਆਫ ਸਟੇਟ, ਇੱਕ ਹੁੰਦੇ ਨੇ ਡੈਪੂਟੀ ਮਿਨਿਸਟਰ, ਠੀਕ ਆ। ਜਿਹੜੇ ਮਿਨਿਸਟਰੀ ਆਫ ਸਟੇਟ ਹੁੰਦੇ ਨੇ ਵੈਸੇ ਐਕਚੁਅਲ ਦੇ ਵਿੱਚ ਇਹ ਕੈਬਨਿਟ ਮਿਨਿਸਟਰਸ ਨੂੰ ਹੀ ਅਸਿਸਟ ਕਰਦੇ ਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਡੈਪੂਟੀ ਮਿਨਿਸਟਰਸ ਹੁੰਦੇ ਨੇ, ਜਿਹੜੇ ਡੈਪੂਟੀ ਨੇ, ਇਹ ਵੀ ਕੈਬਨਿਟ ਮਿਨਿਸਟਰਸ ਨੂੰ ਹੀ ਕਰਦੇ ਹੁੰਦੇ ਨੇ। ਸੋ ਇਹਦੇ ਵਿੱਚ ਇੰਡੀਪੈਂਡੈਂਟ ਚਾਰਜਸ ਵੀ ਹੁੰਦੇ ਨੇ ਜਿਹੜੇ ਮਿਨਿਸਟਰੀ ਆਫ ਸਟੇਟ ਦੇ ਵਿੱਚ। ਸੋ ਇਹ ਸਾਰਾ ਮੇਰਾ ਤੁਹਾਨੂੰ ਪ੍ਰਾਈਮ ਮਿਨਿਸਟਰ ਟੌਪਿਕ ਦੇ ਵਿੱਚ ਕਰਵਾਇਆ ਹੋਇਆ, ਸੇਮ ਟੂ ਸੇਮ ਉਸੇ ਤਰ੍ਹਾਂ ਹੀ ਹੁੰਦਾ ਵਾ ਇਹਦੇ ਵਿੱਚ ਵੀ, ਠੀਕ ਆ। ਸੋ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੁੰਦਾ, ਵੈਸੇ ਪੇਪਰ ਦੇ ਵਿੱਚ ਇਹ ਜ਼ਿਆਦਾ ਇੰਪੋਰਟੈਂਟ ਨਹੀਂ, ਬਸ ਤੁਸੀਂ ਇੱਕ ਵਾਰੀ ਇੰਨਾ ਯਾਦ ਕਰ ਲਓ ਕਿ 3 ਕੈਟਾਗਰੀਜ਼ ਦੇ ਵਿੱਚ ਡਿਵਾਈਡਡ ਆ। ਕੈਬਨਿਟ ਮਿਨਿਸਟਰ ਜਿਹੜੇ ਹੁੰਦੇ, ਕੈਬਨਿਟ ਹੋ ਗਈ, ਉਹਦੇ ਵਿੱਚ ਹਾਈਐਸਟ ਡਿਸੀਜਨ ਮੇਕਿੰਗ ਅਥਾਰਟੀ ਆ, ਠੀਕ ਆ, ਆਪਣੀ ਇਹਦੇ ਵਿੱਚ, ਠੀਕ ਆ ਜੀ, ਸਟੇਟ ਦੇ ਵਿੱਚ। ਸੋ ਇਹ ਤੁਸੀਂ ਯਾਦ ਕਰਨੀ ਆ ਬਸ, ਹੋਰ ਇਹਦੇ ਵਿੱਚ ਕੋਈ ਤੁਹਾਨੂੰ ਕੁਐਸਚਨ ਨਹੀਂ ਆਊਗਾ, ਠੀਕ ਆ। ਨੈਕਸਟ ਹੁਣ ਜੀ ਕੈਬਨਿਟ ਦਾ ਕਰਦਾ ਹੁਣ ਆਪਾਂ ਐਡਵੋਕੇਟ ਜਨਰਲ ਆਫ ਦਾ ਸਟੇਟ, ਇਹਦੇ ਵਿੱਚੋਂ ਵੀ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ। ਇਹਦੇ 165 ਨੰਬਰ ਤੇ 177 ਨੰਬਰ ਆਰਟੀਕਲ ਹੀ ਆਪਾਂ ਕਰਨੇ ਆ। ਹੁਣ ਜੀ ਪੇਪਰ 'ਚ ਕੁਐਸਚਨ ਆਊਗਾ ਕਿ ਐਡਵੋਕੇਟ ਜਨਰਲ ਆਫ ਦਾ ਸਟੇਟ ਕਿਹਦੇ ਨਾਲ ਤਾਲੁਕਾਤ ਰੱਖਦਾ? 165 ਨੰਬਰ ਆਰਟੀਕਲ ਦੇ ਨਾਲ ਤਾਲੁਕਾਤ ਰੱਖਦਾ, ਠੀਕ ਆ। ਹੁਣ ਐਡਵੋਕੇਟ ਜਨਰਲ ਆਫ ਦੀ ਸਟੇਟ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ। ਅਟਾਰਨੀ ਜਨਰਲ ਆਫ ਇੰਡੀਆ ਵਾ ਨਾ, ਅਟਾਰਨੀ ਜਨਰਲ ਆਫ ਜਿਹੜਾ ਹਾਈਐਸਟ ਲਾਅ ਆਫਿਸਰ ਹੁੰਦਾ, ਅਗਰ ਆਪਾਂ ਗੱਲ ਕਰੀਏ, ਹਾਈਐਸਟ ਲਾਅ ਆਫਿਸਰ ਹੁੰਦਾ ਸੈਂਟਰ ਦੇ ਵਿੱਚ, ਠੀਕ ਆ। ਇੰਡੀਆ ਦਾ ਹਾਈਐਸਟ ਲਾਅ ਆਫਿਸਰ ਆ, ਠੀਕ ਆ, ਸੈਂਟਰ ਦੇ ਵਿੱਚ। ਉਸੇ ਤਰ੍ਹਾਂ ਜਿਹੜਾ ਐਡਵੋਕੇਟ ਜਨਰਲ ਆਫ ਦੀ ਸਟੇਟ ਹੁੰਦਾ, ਇਹ ਹਾਈਐਸਟ ਲਾਅ ਆਫਿਸਰ ਹੁੰਦਾ ਸਟੇਟ ਦਾ, ਠੀਕ ਆ, ਉਸ ਸਟੇਟ ਦਾ ਹਾਈਐਸਟ ਲਾਅ ਆਫਿਸਰ ਹੁੰਦਾ ਵਾ। ਸੋ ਇਹਦੇ ਵਿੱਚ 165 ਨੰਬਰ ਆਰਟੀਕਲ ਦੇ ਤਹਿਤ ਬਸ ਸਿੰਪਲ ਇਹ ਚੀਜ਼ ਲਿਖੀ ਹੋਈ ਹੈ, ਐਡਵੋਕੇਟ ਜਨਰਲ ਹੋਣਾ ਚਾਹੀਦਾ ਸਟੇਟ ਦਾ। 177 ਨੰਬਰ ਆਰਟੀਕਲ ਕਹਿੰਦਾ ਕਿ ਸਦਨ ਦੇ ਸੰਬੰਧ ਵਿੱਚ ਮੰਤਰੀਆਂ ਤੇ ਐਡਵੋਕੇਟ ਜਨਰਲਾਂ ਦੇ ਅਧਿਕਾਰ ਨਾਲ ਸੰਬੰਧਿਤ ਆ, ਠੀਕ ਆ, ਕਿਹੜੇ ਉਹਨਾਂ ਦੇ ਰਾਈਟਸ ਨੇ ਰਿਸਪੈਕਟ ਆਫ ਦਾ ਈਦਰ ਹਾਊਸ। ਬਸ ਨੈਕਸਟ ਹੁਣ ਜੀ ਨੈਕਸਟ ਆ ਗਿਆ ਜੀ ਐਡਵੋਕੇਟ ਜਨਰਲ ਸੂਬੇ ਦਾ ਸਭ ਤੋਂ ਉੱਚਾ ਕਾਨੂੰਨੀ ਅਧਿਕਾਰੀ ਆ। ਉਹ ਰਾਜ ਸਰਕਾਰ ਨੂੰ ਇਸ ਦੇ ਸਾਰੇ ਕਾਨੂੰਨੀ ਮਾਮਲੇ, ਮਤਲਬ ਕੋਈ ਵੀ ਕਾਨੂੰਨੀ ਦਿੱਕਤ ਆ ਗਈ, ਪਰੇਸ਼ਾਨੀ ਹੋ ਗਈ, ਉਹਦੇ ਲਈ ਉਹ ਸਹਾਇਤਾ ਕਰਦਾ ਵਾ ਪੂਰੀ ਸਟੇਟ ਨੂੰ। ਸਟੇਟ ਗੌਰਮੈਂਟ ਜਿਹੜੀ ਹੋਗੀ ਉਹ ਰਾਜ ਸਰਕਾਰ ਦੇ ਹਿੱਤਾਂ ਦੀ ਸੁਰੱਖਿਆ ਵੀ ਕਰਦਾ। ਰਾਜ ਵਿੱਚ ਐਡਵੋਕੇਟ ਜਨਰਲ ਦਾ ਦਫ਼ਤਰ ਭਾਰਤ ਦੇ ਅਟਾਰਨੀ ਜਨਰਲ ਦੇ ਦਫ਼ਤਰ ਦੇ ਨਾਲ ਮੇਲ ਖਾਂਦਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਅਟਾਰਨੀ ਜਨਰਲ ਦਾ ਰੋਲ ਹੁੰਦਾ ਵਾ ਸੈਂਟਰ ਦੇ ਵਿੱਚ, ਉਸੇ ਤਰ੍ਹਾਂ ਸੇਮ ਟੂ ਸੇਮ ਐਡਵੋਕੇਟ ਜਨਰਲ ਦਾ ਰੋਲ ਹੁੰਦਾ ਵਾ ਸਟੇਟ ਦੇ ਵਿੱਚ, ਠੀਕ ਆ। ਅਟਾਰਨੀ ਜਨਰਲ ਲਈ ਆਰਟੀਕਲ ਕਿਹੜਾ ਵਾ ਤੁਸੀਂ ਮੈਨੂੰ ਆਪਣਾ ਕਮੈਂਟ ਬਾਕਸ ਦੇ ਵਿੱਚ ਦੱਸਣਾ, ਬਹੁਤ ਵਾਰ ਕਰਵਾਇਆ ਹੋਇਆ ਵਾ ਮੇਰਾ, ਠੀਕ ਆ। ਅਟਾਰਨੀ ਜਨਰਲ ਆਫ ਇੰਡੀਆ ਲਈ ਆਰਟੀਕਲ ਕਿਹੜਾ ਵਾ ਜੀ, ਠੀਕ ਆ ਜੀ। ਸੋ ਨੈਕਸਟ ਆ ਗਿਆ ਜੀ ਸਾਡਾ ਨਿਯੁਕਤੀ ਅਤੇ ਦਫ਼ਤਰ ਦੀ ਮਿਆਦ, ਅਪਾਇੰਟਮੈਂਟ ਤੇ ਟਰਮ ਆਫ ਆਫਿਸ। ਹੁਣ ਜੀ ਰਾਜਪਾਲ ਜਿਹੜਾ ਹੁੰਦਾ, ਸਭ ਤੋਂ ਪਹਿਲਾਂ ਤਾਂ ਜੀ ਗਵਰਨਰ ਅਪਾਇੰਟ ਕਰਦਾ ਵਾ, ਸਿੰਪਲ ਜੀ ਗੱਲ ਆ। ਐਡਵੋਕੇਟ ਜਨਰਲ ਆਫ ਦੀ ਸਟੇਟ ਨੂੰ ਵੀ ਸਿੰਪਲ, ਇਹ ਵੀ ਤੁਹਾਡਾ ਕਲੀਅਰ ਹੋ ਗਿਆ। ਦ ਪਰਸਨ ਹੂ ਅਪਾਇੰਟਡ ਸ਼ੁੱਡ ਬੀ ਕੁਆਲੀਫਾਈਡ ਵੀ ਦਾ ਅਪਾਇੰਟਮੈਂਟ, ਮਤਲਬ ਹਾਈ ਕੋਰਟ ਦਾ ਜੱਜ ਹੋਣਾ ਚਾਹੀਦਾ, ਜਿਹੜੇ ਮਤਲਬ ਕੁਆਲੀਫਾਈਡ ਜੱਜ ਹੋਣਾ ਚਾਹੀਦਾ, ਉਹਨੂੰ ਅਪਾਇੰਟ ਕਰੂਗਾ ਐਡਵੋਕੇਟ ਜਨਰਲ ਆਫ ਦਾ ਸਟੇਟ। ਇਹਦਾ ਮਤਲਬ ਕਿ ਉਹ ਸਿਟੀਜ਼ਨ ਹੋਣਾ ਚਾਹੀਦਾ ਇੰਡੀਆ ਦਾ, ਆਪਾਂ ਕੀਤਾ ਹੋਇਆ, ਠੀਕ ਆ। ਸ਼ੁੱਡ ਹੈਵ ਹੈਲਡ ਏ ਜੁਡੀਸ਼ੀਅਲ ਆਫਿਸ, ਮਤਲਬ ਜਾਂ ਤਾਂ ਉਹਦਾ ਜੁਡੀਸ਼ੀਅਲ ਆਫਿਸ ਹੈਲਡ ਹੋਣਾ ਚਾਹੀਦਾ ਉਹਦਾ 10 ਸਾਲਾਂ ਲਈ, ਜਾਂ ਉਹਨੇ ਐਡਵੋਕੇਟ ਦੇ ਤੌਰ ਦੇ ਉੱਤੇ 10 ਸਾਲ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕੀਤੀ ਹੋਣੀ ਚਾਹੀਦੀ ਆ। ਬਸ ਸਿੰਪਲ ਇਹੀ ਚੀਜ਼ ਆ, ਉਹਨੂੰ ਹੀ ਨਿਯੁਕਤੀ ਕੀਤੀ ਜਾਊਗੀ, ਠੀਕ ਆ। ਹੁਣ ਜੀ ਸੰਵਿਧਾਨ ਕੀ ਕਹਿੰਦਾ ਜੀ, ਸੰਵਿਧਾਨ ਐਡਵੋਕੇਟ ਜਨਰਲ ਨੂੰ ਨਿਸ਼ਚਿਤ ਕਾਰਜਕਾਲ ਦੀ ਵਿਵਸਥਾ ਨਹੀਂ ਕਰਦਾ, ਪੂਰਾ ਇਹਦਾ ਕੋਈ ਨਿਸ਼ਚਿਤ ਕਾਰਜਕਾਲ ਨਹੀਂਗਾ, ਠੀਕ ਆ। ਇਸ ਲਈ ਉਹ ਰਾਜ ਦੇ ਰਾਜਪਾਲ ਦੀ ਮਤਲਬ ਪਲੇਜ਼ਰ ਆਫ ਦੀ ਗਵਰਨਰ ਦੇ ਦੌਰਾਨ ਹੀ ਅਹੁਦਾ ਸੰਭਾਲ ਦਿੰਦਾ। ਉਹਨੂੰ ਰਾਜਪਾਲ ਕਿਸੇ ਵੀ ਸਮੇਂ ਹਟਾ ਸਕਦਾ ਹੈ, ਠੀਕ ਆ ਜੀ, ਸਿੰਪਲ ਕਿਸੇ ਵੀ ਸਮੇਂ ਹਟਾ ਸਕਦਾ। ਉਸ ਨੂੰ ਹਟਾਉਣ ਲਈ ਸੰਵਿਧਾਨ ਵਿੱਚ ਕੋਈ ਵਿਧੀ ਜਾਂ ਆਧਾਰ ਨਹੀਂ ਦੱਸਿਆ ਗਿਆ ਵਾ। ਐਡਵੋਕੇਟ ਜਨਰਲ ਆਪਣਾ ਅਸਤੀਫਾ ਗਵਰਨਰ ਨੂੰ ਦਿੰਦੇ ਆ, ਬਸ ਸਿੰਪਲ ਇਹ ਚੀਜ਼ ਹੋ ਗਈ, ਠੀਕ ਆ। ਵੈਸੇ ਚੀਫ ਮਿਨਿਸਟਰ ਦੀ ਸਲਾਹ ਦੇ ਉੱਤੇ ਇਹ ਚੀਜ਼ ਯਾਦ ਰੱਖਣਾ ਹੈ, ਚੀਫ ਮਿਨਿਸਟਰ ਦੀ ਸਲਾਹ ਦੇ ਉੱਤੇ ਹੀ ਐਡਵੋਕੇਟ ਜਨਰਲ ਨੂੰ ਵੀ ਨਿਯੁਕਤ ਕੀਤਾ ਜਾਂਦਾ। ਹਾਂਜੀ ਐਡਵੋਕੇਟ ਜਨਰਲ ਨੂੰ ਜਿਹੜੇ ਸੈਲਰੀਜ਼ ਵਗੈਰਾ ਹੋ ਗਈ ਜਾਂ ਉਹਦਾ ਮਿਹਨਤਾਨਾ ਹੋ ਗਿਆ, ਉਹ ਕੌਣ ਦਿੰਦਾ? ਸੋ ਉਹਨੂੰ ਕੌਣ ਨਿਰਧਾਰਿਤ ਕਰਦਾ? ਗਵਰਨਰ, ਠੀਕ ਆ। ਗਵਰਨਰ ਨਿਰਧਾਰਿਤ ਕਰਦਾ ਉਹਨੂੰ। ਸੰਵਿਧਾਨ ਦੇ ਵਿੱਚ ਕੋਈ ਵੀ ਇਹਦਾ ਮਤਲਬ ਸੈਲਰੀਜ਼ ਵਗੈਰਾ ਹੋ ਗਿਆ, ਉਹਦਾ ਕੋਈ ਮਤਲਬ ਜ਼ਿਕਰ ਨਹੀਂ ਕੀਤਾ ਹੋਇਆ, ਠੀਕ ਆ, ਆਪਣੇ ਦੇ ਵਿੱਚ। ਸੋ ਹੁਣ ਆਪਾਂ ਇੰਪੋਰਟੈਂਟ ਆਰਟੀਕਲ ਆ, ਟੌਪਿਕ ਆਪਣਾ ਖਤਮ ਹੋ ਗਿਆ ਹੋਇਆ। ਇੰਪੋਰਟੈਂਟ ਆਰਟੀਕਲ ਮੈਂ ਤੁਹਾਨੂੰ ਦੱਸਣ ਲੱਗਿਆ, ਜਿਹੜੇ ਮਤਲਬ PSSB ਹੋ ਗਿਆ, ਉਹਦੇ ਵਿੱਚ ਇੰਪੋਰਟੈਂਟ ਆਰਟੀਕਲ ਤੋਂ ਡਾਇਰੈਕਟ ਕੁਐਸਚਨ ਬਣਦਾ, ਕਿਸੇ ਵੀ ਪੇਪਰ ਦੇ ਵਿੱਚ ਲਾ ਲਿਓ। ਹਾਂਜੀ ਆਰਟੀਕਲ 163 ਕਹਿੰਦਾ ਭਾਜੀ, ਦ ਗਵਰਨਰ ਇਜ਼ ਐਡਵਾਈਜ਼ਡ ਬਾਈ ਦਾ ਕਾਉਂਸਲ ਆਫ ਮਿਨਿਸਟਰ ਵਿਚ ਇਜ਼ ਹੈਡਡ ਬਾਈ ਦਾ ਚੀਫ ਮਿਨਿਸਟਰ। ਬਸ ਸਿੰਪਲ ਜੀ ਗੱਲ ਆ, ਇਹ ਤਾਂ ਆਪਾਂ ਕੀਤਾ ਹੋਇਆ। ਗਵਰਨਰ ਐਕਟ ਔਨ ਹਿਜ਼ ਡਿਸਕ੍ਰਿਸ਼ਨ, ਠੀਕ ਆ। ਜਦੋਂ ਵੀ ਗਵਰਨਰ ਆਪਣੀ ਮਰਜ਼ੀ ਨਾਲ ਕੰਮ ਕਰਦਾ ਤਾਂ ਕੌਂਸਲ ਦੁਆਰਾ ਕਿਸੇ ਵੀ ਸਲਾਹ ਦੀ ਲੋੜ ਨਹੀਂ ਹੁੰਦੀ। ਜਿਹੜੀਆਂ ਵੀ ਉਹਨੂੰ ਪਾਵਰਸ ਦਿੱਤੀਆਂ ਹੋਈਆਂ ਨੇ ਗਵਰਨਰ ਨੂੰ, ਜੇਕਰ ਉਹ ਆਪਦੀ ਮਰਜ਼ੀ ਦੇ ਨਾਲ ਉਹ ਚੀਜ਼ ਕੰਮ ਕਰਦਾ ਵਾ ਤਾਂ ਉਹਦੇ ਲਈ ਉਹਨੂੰ ਕੌਂਸਲ ਦੁਆਰਾ ਕਿਸੇ ਸਲਾਹ ਦੀ ਲੋੜ ਨਹੀਂ ਪੈਂਦੀ, ਠੀਕ ਆ। ਵੈਸੇ ਐਕਚੁਅਲ ਦੇ ਵਿੱਚ 163 ਦੇ ਵਿੱਚ ਆਹ ਚੀਜ਼ ਲਿਖੀ ਹੋਈ ਆ, ਬਸ ਸਿੰਪਲ ਤੁਸੀਂ ਇਹ ਚੀਜ਼ ਯਾਦ ਕਰਨੀ ਆ, ਠੀਕ ਆ। 164 ਨੰਬਰ ਦੇ ਵਿੱਚ ਅਪਾਇੰਟਮੈਂਟ ਲਿਖੀ ਹੋਈ ਹੈ, ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਅਤੇ ਬਾਅਦ ਵਿੱਚ ਜਿਹੜੇ ਮੁੱਖ ਮੰਤਰੀ ਹੋ। ਸੋ ਇਹ ਇੱਕ ਹੀ ਆਰਟੀਕਲ ਦੇ ਵਿੱਚ 164 ਦੇ ਵਿੱਚ ਹੀ ਲਿਖੇ ਹੋਏ ਨੇ
164 ਦੇ ਵਿੱਚ ਹੀ ਮਤਲਬ ਗਵਰਨਰ ਮੰਨ ਲਓ ਚੀਫ ਮਿਨਿਸਟਰ ਦੀ ਨਿਯੁਕਤੀ ਕਰੂਗਾ, ਠੀਕ ਆ। ਬਾਅਦ 'ਚੋਂ ਚੀਫ ਮਿਨਿਸਟਰ ਦੀ ਸਲਾਹ ਦੇ ਉੱਤੇ ਹੀ ਰਿਕਮੈਂਡੇਸ਼ਨ ਦੇ ਉੱਤੇ ਹੀ ਗਵਰਨਰ ਆ ਮਿਨਿਸਟਰਸ ਜਿਹੜੇ ਹੋ ਗਏ ਉਹਨਾਂ ਨੂੰ ਅਪਾਇੰਟ ਕਰੂਗਾ। ਨੈਕਸਟ ਆਰਟੀਕਲ 165 ਕੀ ਕਹਿੰਦਾ ਜੀ? ਆਰਟੀਕਲ 165 ਕਹਿੰਦਾ ਵਾ ਜੀ ਕਿ ਇੰਡੀਅਨ ਕਨਸਟੀਟਿਊਸ਼ਨ ਇਜ਼ ਰਿਲੇਟਡ ਟੂ ਦਾ ਐਡਵੋਕੇਟ ਜਨਰਲ ਆਫ ਦੀ ਸਟੇਟ। ਆਪਾਂ ਉੱਪਰ ਕਰ ਲਿਆ, ਇਹਦਾ ਆਰਟੀਕਲ ਚੰਗੀ ਤਰ੍ਹਾਂ ਯਾਦ ਕਰ ਲਓ। ਹੀ ਇਜ਼ ਦਾ ਹਾਈਐਸਟ ਲਾਅ ਆਫਿਸਰ ਆਫ ਦਾ ਸਟੇਟ। ਬਸ ਸਿੰਪਲ ਇਹ ਚੀਜ਼ ਹੋ ਗਈ। 166 ਨੰਬਰ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ, ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ। 166 ਨੰਬਰ ਆਰਟੀਕਲ ਦੇ ਵਿੱਚ ਦਰਜ ਆ ਕਿ ਜਿਹੜੇ ਮੰਨ ਲਓ ਸਪੋਜ਼ ਕਰ ਲਓ ਕਿ ਕੰਡਕਟ ਆਫ ਬਿਜ਼ਨਸ, ਮਤਲਬ ਕੋਈ ਵੀ ਬਿਜ਼ਨਸ ਹੋਊਗਾ, ਕੋਈ ਵੀ ਫੰਕਸ਼ਨ ਹੋ ਰਿਹਾ ਵਾ, ਕੰਡਕਟ ਆਫ ਬਿਜ਼ਨਸ ਇਨ ਦੀ ਸਟੇਟ, ਉਹ ਗਵਰਨਰ ਦੇ ਨਾਮ ਦੇ ਉੱਤੇ ਕੀਤਾ ਜਾਂਦਾ, ਠੀਕ ਆ। ਗਵਰਨਰ ਦੇ ਨਾਮ ਦੇ ਉੱਤੇ ਪਰਫਾਰਮ ਹੁੰਦਾ, ਠੀਕ ਆ। ਸੋ ਇਹ ਤੁਸੀਂ ਕਰ ਲੈਣਾ। ਸੋ ਇਹਦੇ ਵਿੱਚ ਐਡ ਨਹੀਂ ਕੀਤਾ, ਜ਼ਿਆਦਾਤਰ ਕੁਐਸਚਨ ਬਣਦਾ ਨਹੀਂ ਇਹਦੇ ਵਿੱਚੋਂ, ਸੋ ਫਿਰ ਵੀ ਤੁਸੀਂ ਯਾਦ ਕਰਨਾ। 166 ਨੰਬਰ ਆਰਟੀਕਲ ਗਵਰਨਰ ਦੇ ਨਾਮ ਦੇ ਉੱਤੇ ਜਿਹੜੇ ਕੰਡਕਟ ਆਫ ਬਿਜ਼ਨਸ ਹੋ ਗਏ, ਉਹ ਪ੍ਰੋਵੀਜ਼ਨ ਇਹਦੇ ਵਿੱਚ ਦਰਜ ਆ, ਠੀਕ ਆ। ਹੁਣ 167 ਨੰਬਰ ਆਰਟੀਕਲ ਮੋਸਟ ਇੰਪੋਰਟੈਂਟ, ਪੇਪਰ 'ਚ ਬਹੁਤ ਵਾਰ ਰਿਪੀਟ ਹੁੰਦਾ ਵਾ। ਡਿਊਟੀ, ਚੀਫ ਮਿਨਿਸਟਰ ਦੀ ਡਿਊਟੀਜ਼ ਜਿਹੜੀਆਂ ਹੁੰਦੀਆਂ ਨੇ, ਚੀਫ ਮਿਨਿਸਟਰ ਜਿਹੜਾ ਹੁੰਦਾ ਉਹ ਕਮਿਊਨੀਕੇਸ਼ਨ ਕਰਦਾ ਵਾ। ਜਿੰਨੇ ਵੀ ਐਡਮਿਨਿਸਟ੍ਰੇਟਿਵ ਡਿਸੀਜਨ ਹੋ ਗਏ, ਦੇਅਰ ਆਰ ਟੇਕਨ ਬਾਈ ਹਿਮ ਐਂਡ ਦਾ ਕਾਉਂਸਲ ਆਫ ਮਿਨਿਸਟਰ ਟੂ ਦਾ ਗਵਰਨਰ। ਬਸ ਸਿੰਪਲ ਆ ਕਿ ਜਿਹੜੇ ਵੀ ਪ੍ਰਸ਼ਾਸਕੀ ਫੈਸਲੇ ਆ ਉਹਨਾਂ ਲਈ ਉਹਨੂੰ ਰਾਜਪਾਲ ਨੂੰ ਦੱਸਣਾ ਹੁੰਦਾ ਵਾ, ਜੋ ਉਸ ਦੁਆਰਾ ਅਤੇ ਮੰਤਰੀ ਮੰਡਲ ਦੁਆਰਾ ਲਏ ਜਾਂਦੇ ਨੇ। ਬਸ ਸਿੰਪਲ, ਕਿਉਂਕਿ ਡਿਸੀਜਨ ਮੇਕਿੰਗ ਅਥਾਰਟੀ ਤਾਂ ਇਹੀ ਆ ਨਾ, ਸੋ ਉਹਨੂੰ ਦੱਸਣਾ ਪੈਂਦਾ ਵਾ ਰਾਜਪਾਲ ਨੂੰ। ਨੈਕਸਟ ਆ ਗਿਆ 177 ਨੰਬਰ ਆਰਟੀਕਲ, ਮਤਲਬ ਡੀਲ ਕਰਦਾ ਵਾ ਜਿਹੜੇ ਕਿ ਰਾਈਟ ਕੀ ਨੇ ਮਿਨਿਸਟਰਸ ਤੇ ਐਡਵੋਕੇਟ ਜਨਰਲ ਦੇ, ਜਿਹੜੇ ਕਿ ਰਿਸਪੈਕਟ ਟੂ ਦਾ ਸਦਨ ਦੇ ਲਈ, ਠੀਕ ਆ, ਹਾਊਸਸ ਦੇ ਲਈ। ਸੋ ਸਿੰਪਲ ਇਹ ਚੀਜ਼ ਹੋ ਗਈ। ਇਹ ਤੁਸੀਂ ਆਰਟੀਕਲ ਯਾਦ ਕਰ ਲਓ ਜੀ। ਹੁਣ ਆਪਣੀ ਕਲਾਸ ਇਹ ਖਤਮ ਮੈਂ ਕਰ ਦਿੱਤੀ ਹੋਈ ਆ। ਸੋ ਉਮੀਦ ਕਰਦਾ ਕਿ ਇਹਦੇ ਵਿੱਚ ਹੁਣ ਤੁਹਾਨੂੰ ਕੋਈ ਵੀ ਕੁਐਸਚਨ ਆਊਗਾ ਤਾਂ ਤੁਹਾਡਾ ਉਹ ਗਲਤ ਨਹੀਂ ਹੋਣਾ ਚਾਹੀਦਾ। ਇਹਦਾ ਮੈਂ ਕੁਇਜ਼ ਲਾਵਾਂਗਾ ਤੁਹਾਡੇ ਆਪਣੇ ਟੈਲੀਗ੍ਰਾਮ ਦੇ ਉੱਤੇ। ਕਲਾਸ ਤੋਂ ਇੱਕ ਦਿਨ ਬਾਅਦ ਤੁਹਾਡੇ ਕੋਲ 1-1.5 ਦਿਨ ਹੈਗਾ, ਤੁਸੀਂ 1-2 ਦਿਨ ਆਰਾਮ ਨਾਲ ਆਪਦੀ ਕਲਾਸ ਦੇਖੋ, ਠੀਕ ਆ। ਕਲਾਸ ਜ਼ਰੂਰ ਦੇਖਿਆ ਕਰੋ, ਠੀਕ ਆ। ਮੈਨੂੰ ਜੇਕਰ ਇਹ ਕਲਾਸ ਬਣਾਉਣ ਲਈ 5-6 ਘੰਟੇ ਲੱਗੇ ਨੇਗੇ, 5-6 ਘੰਟੇ ਦੇ ਵਿੱਚ ਮੈਂ ਇਹ ਕਲਾਸ ਤਿਆਰ ਕੀਤੀ, 1 ਘੰਟਾ ਲਾ ਕੇ ਮੈਂ ਰਿਕਾਰਡ ਕਰ ਰਿਹਾ ਹਾਂ। ਪਰ ਤੁਹਾਡੇ ਲਈ ਤਾਂ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਨਾ, ਤੁਹਾਡੇ ਲਈ ਤਾਂ ਪੂਰਾ ਲਿਮਿਟਡ ਸਟਾਕ ਮਿਲਿਆ। ਤੁਹਾਨੂੰ ਤਾਂ ਇੰਨਾ ਟਾਈਮ ਵੇਸਟ ਕਰਨ ਦੀ ਜ਼ਰੂਰਤ ਨਹੀਂ ਨਾ ਪਏਗੀ। ਤੁਸੀਂ ਤਾਂ ਬਸ ਉਹੀ 40-45 ਮਿੰਟ ਦੀ ਕਲਾਸ ਦੇਖਣੀ ਆ, ਵੱਧ ਤੋਂ ਵੱਧ 40-45 ਮਿੰਟ ਦੀ ਕਲਾਸ ਦੇਖੋ। ਉਸ ਤੋਂ ਬਾਅਦ ਟੈਲੀਗ੍ਰਾਮ ਦੇ ਕੁਇਜ਼ ਲਾਉਣ ਲਈ ਤੁਹਾਨੂੰ 5 ਮਿੰਟ ਲੱਗਦੇ ਨੇ। ਤੁਸੀਂ ਕਿਹੜਾ ਜ਼ਿਆਦਾਤਰ ਮਤਲਬ ਬੁੱਕਸ ਖੋਲਣੀਆਂ ਨੇ ਜਾਂ ਉਹ ਕਰਨਾ ਵਾ। ਚੀਜ਼ਾਂ ਤੁਹਾਨੂੰ ਸਮਝ ਆ ਰਹੀਆਂ ਨੇ ਤਾਂ ਵੈਲ ਐਂਡ ਗੁੱਡ ਆ, ਠੀਕ ਆ। ਸੋ ਉਸ ਤੋਂ ਬਾਅਦ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਏਗਾ, ਠੀਕ ਆ ਇਹ। ਸੋ ਇੱਕ ਵਾਰ ਵੀਡੀਓ ਦੇਖੋ, ਫਿਰ ਤੁਸੀਂ ਕਿਉਜ਼ ਲਾਓ। ਉਸ ਤੋਂ ਬਾਅਦ PDF ਮੈਂ ਤੁਹਾਨੂੰ ਦੇ ਦੇਣੀ ਹੁੰਦੀ ਆ। PDF ਆਰਾਮ ਦੇ ਨਾਲ ਆਪਦੀ ਜਦੋਂ ਤੱਕ ਮਰਜ਼ੀ ਤੁਸੀਂ ਰਿਵਾਈਜ਼ ਕਰ ਸਕਦੇ ਹੋ, ਠੀਕ ਆ। ਸੋ ਬਾਕੀ ਜੋ ਅਗਰ ਕੋਈ ਵੀ ਡਾਊਟ ਹੁੰਦਾ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰੋ, ਜਾਂ ਆਪਣੇ ਜੋ ਟੈਲੀਗ੍ਰਾਮ ਚੈਨਲ ਦੇ ਉੱਤੇ ID ਹੈ ਮੇਰੀ, ਉਹ 'ਤੇ ਡਾਇਰੈਕਟ ਮੈਸੇਜ ਤੁਸੀਂ ਕਰ ਸਕਦੇ ਹੋ। ਆਪਾਂ ਰਿਪਲਾਈ ਕਰਾਂਗੇ, ਠੀਕ ਆ, ਜਿੰਨਾ ਵੀ ਆਪਾਂ ਨੂੰ ਪਤਾ ਲੱਗੇਗਾ, ਠੀਕ ਆ। ਸੋ ਇਹ ਚੀਜ਼ ਆਪਣੀ ਹੋ ਗਈ। ਹੁਣ ਅਗਲੀ ਕਲਾਸ ਆਪਣੀ ਸਟੇਟ ਲੈਜਿਸਲੇਚਰ ਦੀ ਹੋਏਗੀ, ਜਿਹਦੇ 'ਚ ਆਪਾਂ ਕਿ ਸਟੇਟ ਲੈਜਿਸਲੇਟਿਵ ਅਸੈਂਬਲੀ, ਸਟੇਟ ਲੈਜਿਸਲੇਟਿਵ ਕੌਂਸਲ, ਠੀਕ ਆ, ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਦਾ ਬਹੁਤ ਚੰਗੀ ਤਰ੍ਹਾਂ ਕਰਾਂਗੇ। ਇਹਦੇ ਨਾਲ ਹੀ ਆਪਣਾ ਸਾਰਾ ਇਹ ਟੌਪਿਕ ਖਤਮ ਹੋ ਜਾਏਗਾ। ਸੋ ਮੈਂ ਤੁਹਾਨੂੰ ਲਿਸਟ ਜਾਰੀ ਕੀਤੀ ਹੋਈ ਆ ਕਿ ਕਿਹੜੀਆਂ ਕਲਾਸਾਂ ਆਪਣੀਆਂ ਅਪਕਮਿੰਗ ਨੇ, ਠੀਕ ਆ। ਸੋ ਇਹ ਸਾਰਾ ਆਪਣਾ ਹੁਣ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਅੱਗੇ ਵਧਾ ਰਹੇ ਹਾਂ। ਸੋ ਤੁਸੀਂ ਕਲਾਸਾਂ ਪਹਿਲੀ ਗੱਲ ਤਾਂ ਰੈਗੂਲਰ ਰਹਿਣਾ ਵਾ, ਠੀਕ ਆ। ਡੇਲੀ ਇੱਕ ਕਲਾਸ ਆਪਣੀ ਆਲਮੋਸਟ ਆ ਰਹੀ ਆ। 31 ਜੁਲਾਈ ਤੱਕ ਮੈਂ ਉਮੀਦ ਕਰਦਾ ਕਿ ਇਹ ਸਾਰੇ ਆਪਣੇ ਸਬਜੈਕਟ ਨੇ ਜਿਹੜੇ ਉਹ ਖਤਮ ਹੋ ਜਾਣਗੇ, ਠੀਕ ਆ। ਜਿਹੜੇ ਆਪਣੇ ਸ਼ੁਰੂ ਕੀਤੇ ਹੋਏ ਨੇ 4 ਸਬਜੈਕਟ, ਸਟੈਟਿਕ GK, ਮਾਡਰਨ ਹਿਸਟਰੀ ਦਾ ਆਲਮੋਸਟ ਖਤਮ ਆ, ਪੋਲਿਟੀ ਹੋ ਗਿਆ ਤਾਂ ਪੰਜਾਬ GK ਵੀ ਖਤਮ ਹੋਣ ਵਾਲੀ ਆ। ਸੋ 31 ਜੁਲਾਈ ਤੱਕ ਆਪਣੇ ਹੋ ਜਾਣਗੇ। ਜੇਕਰ ਸਤੰਬਰ ਅਕਤੂਬਰ 'ਚ ਵੀ ਐਗਜ਼ਾਮ ਹੁੰਦਾ ਤਾਂ ਵੀ ਤੁਹਾਡੇ ਕੋਲ ਆਰਾਮ ਨਾਲ ਬਹੁਤ ਟਾਈਮ ਹੋਊਗਾ ਕਿ ਤੁਸੀਂ ਆਰਾਮ ਦੇ ਨਾਲ ਉਹਨੂੰ ਰਿਵਾਈਜ਼ ਵੀ ਕਰ। ਸੋ ਰਿਵੀਜ਼ਨ ਤਾਂ ਵੈਸੇ ਆਪਾਂ ਨਾਲ ਦੀ ਨਾਲ ਕਰ ਰਹੇ ਹਾਂ। ਜਦੋਂ ਆਪਣਾ ਇਹ ਪੂਰਾ ਹੋ ਗਿਆ ਤਾਂ ਮੈਂ ਤੁਹਾਡੇ ਲਈ 500 MCQ ਦੀ ਸੀਰੀਜ਼ ਲੈ ਕੇ ਆਵਾਂਗਾ, ਉਹ ਵੀ ਆਪਾਂ ਕਰ ਸਕਦੇ ਹਾਂ। ਫਿਲਹਾਲ ਆਪਾਂ MCQ ਦੀ ਮੈਂ ਗੱਲ ਕਰ ਰਿਹਾ ਵਾਂ। MCQ ਆਪਾਂ ਇਸ ਟਾਈਮ ਦੇ ਉੱਤੇ ਕਰ ਹੀ ਰਹੇ ਹਾਂ। MCQ ਦੀ ਵੀ ਪ੍ਰੈਕਟਿਸ ਆਪਣੀ, ਚਾਹੇ ਆਪਣੀ ਟੈਲੀਗ੍ਰਾਮ 'ਤੇ ਹੋ ਜਾਵੇ, ਚਾਹੇ ਆਪਣੀ PSSB ਦੇ PYQ ਸੀਰੀਜ਼ ਹੋ ਜੀ, ਚਾਹੇ ਆਪਣੀ PPSC ਦੀ PYQ ਸੀਰੀਜ਼ ਹੋ ਗਈ, ਸਾਰੇ ਦੇ ਵਿੱਚ ਆਪਾਂ ਬਹੁਤ ਚੰਗੀ ਤਰ੍ਹਾਂ ਕਰ ਰਹੇ ਹਾਂ, ਠੀਕ ਆ। ਸੋ ਹੁਣ ਠੀਕ ਆ ਜੀ, ਚੈਨਲ ਤੁਸੀਂ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਠੀਕ ਆ ਜੀ। ਸੋ ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟ ਆਪਣੇ ਨਾਲ ਜੁੜੋਗੇ ਤਾਂ ਮੇਰਾ ਵੀ ਹੌਸਲਾ ਵਧੇਗਾ, ਮੇਰੀ ਵੀ ਇੱਕ ਮੋਟੀਵੇਸ਼ਨ ਲੈਵਲ ਹੁੰਦਾ ਵਾ ਕਿ ਹਾਂ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਨੀ ਹੈ, ਠੀਕ ਆ। ਸੋ ਅਗਰ ਮੈਂ ਇੰਨਾ ਟਾਈਮ ਦੇ ਰਿਹਾ ਤਾਂ ਤੁਹਾਨੂੰ ਵੀ ਇੰਨਾ ਕੁ ਤਾਂ ਜ਼ਰੂਰ ਕਰਨਾ, ਕਿਉਂਕਿ ਆਪਾਂ ਕਿਹੜਾ ਕੋਈ ਫੀਸ ਚਾਰਜ ਕਰ ਰਹੇ ਹਾਂ। ਸੋ ਸਾਰਾ ਕੁਝ ਫ੍ਰੀ ਆਫ ਕਾਸਟ ਪ੍ਰੋਵਾਈਡ ਕਰ ਰਹੇ ਹਾਂ। ਸੋ ਜ਼ਿਆਦਾ ਤੋਂ ਜ਼ਿਆਦਾ ਆਪਣੇ ਜਿਹੜੇ ਕੰਟੈਂਟ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਠੀਕ ਹੈ ਜੀ। ਸੋ ਧੰਨਵਾਦ, ਮਿਲਦੇ ਹਾਂ ਆਪਾਂ ਹੁਣ ਆਪਣੀ ਅਗਲੀ ਕਲਾਸ ਦੇ ਵਿੱਚ।